ਕਿਸੇ ਨੇ ਕਿਹਾ ਤੁਸੀਂ ਲਿਖੋ ਕੋਈ ਕਹਾਣੀ। ਮੈਂ ਕਿ ਕਹਾਣੀ ਕੋਈ ਇਸ ਤਰ੍ਹਾਂ ਲਿਖੀ ਜਾਂਦੀ ਹੈ ਵੀ ਇਹ ਸੋਚ ਕੇ ਲਿਖ ਲਈ ਵੀ ਐਂ ਕਹਾਣੀ ਬਣਦੀ ਹੈ। ਬੁਣਦੀ ਨਾ ਕਹਾਣੀ, ਮੈਂ ਸਵੈਟਰ ਹੈ ਜਿਹੜਾ ਬੁਣ ਦੇਣਾ, ਬੁਣ ਕੇ ਦੇ ਦੇਣਾ ਤੈਨੂੰ। ਯਾਨੀ ਮੈਂ ਜ਼ਿੰਦਗੀ 'ਚ ਜੇ ਕਿਹਾ ਨਾ, ਮੇਰੇ ਬਾਪ ਨੇ ਮੈਨੂੰ ਟੱਚ ਕੀਤਾ ਸਾਰੀ ਉਮਰ 'ਚ 2 ਵਾਰ ਕੀਤਾ, ਨਹੀਂ ਤਾਂ ਫਿਰ ਡੰਡੇ ਨੇ ਟੱਚ ਕੀਤਾ ਸੀ ਮੈਨੂੰ। ਹੁਣ ਵੀ ਮਿਥਿਹਾਸ ਰਚਿਆ ਜਾ ਰਿਹਾ, ਜਿਹੜੀਆਂ ਮੈਂ ਕਹਾਣੀਆਂ ਲਿਖਦਾ ਉਹ ਵੀ ਮਿਥਿਹਾਸ ਹੀ ਬਣ ਜਾਂਦੀਆਂ। ਅੱਜ ਕੱਲ੍ਹ ਮੈਂ ਨਾ, ਮੇਰੇ 'ਤੇ ਇੱਕ ਸੰਕਟ ਹੈ। ਇੱਕ ਤਾਂ ਮੈਂ ਆਈਸੋਲੇਸ਼ਨ ਦਾ ਬਿਮਾਰ ਹੋ ਗਿਆ, ਮਰੀਜ਼ ਹੈ ਇੱਕ ਤਰ੍ਹਾਂ ਦਾ, ਮੈਨੂੰ ਕੋਈ ਮਿਲਦਾ ਨਹੀਂ ਹੈ। ਫਿਰ ਮੇਰੇ 'ਚ ਮੈਂ ਕਿਸੇ ਨੂੰ ਮਿਲਦਾ ਨਹੀਂ ਹੈ। ਮੈਂ ਜਿਸ ਬੰਦੇ ਦੀ ਭਾਲ 'ਚ ਉਹ ਹੈ ਹੀ ਨਹੀਂ ਬੰਦਾ। ਕਹਾਣੀ ਲਿਖਣ ਦਾ ਖਿਆਲ ਮੈਨੂੰ ਨਾ ਕਦੇ ਨਹੀਂ ਸੀ ਆਇਆ। ਮੇਰਾ ਦਿਲ ਨਹੀਂ ਸੀ ਕਰਦਾ ਕਹਾਣੀ ਲਿਖਣ ਵਾਸਤੇ। ਮੈਂ ਪੜ੍ਹਦਾ ਰਹਿੰਦਾ ਸੀ, ਇੰਨਾ ਪੜ੍ਹਦਾ ਸੀ ਵੀ ਮੈਂ ਸਕੂਲ ਦੇ ਵਿੱਚ ਜਿਸ ਵੇਲੇ ਪੜ੍ਹਦਾ ਸੀ ਅਤੇ ਟੈਕਸਟਾਂ ਦੀਆਂ ਕਿਤਾਬਾਂ ਆਪਣੀਆਂ ਇੱਕ ਪਾਸੇ ਪਈਆਂ ਰਹਿੰਦੀਆਂ ਸੀਗੀਆਂ, ਅਤੇ ਮੈਂ ਲਾਇਬ੍ਰੇਰੀਆਂ 'ਚੋਂ ਉਰਦੂ ਅਦਬ ਦੀਆਂ ਕਿਤਾਬਾਂ ਲਿਆ ਕੇ, ਕਹਾਣੀਆਂ ਦੀ ਕਿਤਾਬਾਂ ਲਿਆ ਕੇ, ਸ਼ਾਇਰੀ ਲਿਆ ਕੇ ਉਹ ਪੜ੍ਹਦਾ ਰਹਿੰਦਾ ਸੀ। ਇੰਨਾ ਪੜ੍ਹਦਾ ਸੀ, ਲੇਕਿਨ ਮੈਨੂੰ ਕਦੇ ਕਦੇ ਇਸ ਤਰ੍ਹਾਂ ਹੁੰਦਾ ਸੀ ਵੀ ਫੁਰਸਤ ਘੱਟ ਹੁੰਦੀ ਸੀ। ਘਰ ਦੇ ਪੜ੍ਹਨ ਨਹੀਂ ਸੀ ਦਿੰਦੇ ਛੇਤੀ। ਉਹ ਕਹਿੰਦੇ ਕੀ ਪ੍ਰਾਈਵੇਟ ਕਿਤਾਬਾਂ ਪੜ੍ਹੀ ਜਾਂਦਾ, ਇਹਦੇ ਨਾਲ ਕੋਈ ਫਾਇਦਾ ਤੈਨੂੰ। ਫਿਰ ਇੱਕ ਵਾਰੀ ਮੈਨੂੰ ਸਕੂਲ ਤੋਂ 3 ਮਹੀਨੇ ਵਾਸਤੇ ਕੱਢ ਦਿੱਤਾ ਗਿਆ। ਕੋਈ ਇਹੋ ਜਿਹੀ ਗਲਤੀ ਹੋ ਗਈ ਸੀ ਮੇਰੇ ਕੋਲੋਂ, ਅਤੇ ਉਹ 3 ਮਹੀਨੇ 'ਚ ਮੈਂ ਕੋਈ 500 ਕਿਤਾਬ ਪੜ੍ਹ ਸਿੱਟੀ। ਕੰਮ ਹੀ ਨਹੀਂ ਸੀ ਕੋਈ, ਘਰਦਿਆਂ ਨੂੰ ਪਤਾ ਨਹੀਂ ਸੀ ਵੀ ਮੈਂ ਸਕੂਲ ਤੋਂ ਕੱਢਿਆ ਹੋਇਆ ਆਉਂਦਾ। ਲੇਕਿਨ ਫਿਰ ਵੀ ਮੇਰੇ ਕੋਲੋਂ ਮੈਂ ਪੜ੍ਹੀ ਜਾਣਾ। ਫਿਰ ਇੱਕ ਵਾਰੀ ਇਹੋ ਜਿਹਾ ਮਸਲਾ ਹੋਇਆ ਅਤੇ ਪਿਓ ਨੇ ਮੈਨੂੰ ਘਰੋਂ ਕੱਢਤਾ। ਮੈਂ ਜਲੰਧਰ ਆ ਗਿਆ। ਜਲੰਧਰ ਆ ਕੇ ਇੱਥੇ ਇੱਕ ਛੜਿਆਂ ਦਾ ਕਮਰਾ, ਬਿਲਡਿੰਗ ਸੀ ਜਿਹਦੇ 'ਚ ਬਹੁਤ ਸਾਰੇ ਕਮਰੇ ਸੀ ਛੜਿਆਂ ਦੇ। ਮੈਂ ਉੱਥੇ ਰਹਿੰਦਾ ਰਿਹਾ। ਉੱਥੇ ਇੱਕ ਬੰਦਾ ਮਿਲਿਆ ਮੈਨੂੰ, ਉਹ ਉਰਦੂ ਅਦਬ ਪੜ੍ਹਿਆ ਹੋਇਆ ਸੀਗਾ। ਅਤੇ ਉਹ ਇੱਕ ਦਿਨ ਅਸੀਂ ਦੋਵੇਂ ਜਾਂਦੇ ਸੀਗੇ ਅਤੇ ਉਹਨੇ ਮੈਨੂੰ ਕਿਹਾ ਆਪ ਪ੍ਰੋਫੈਸਰ ਮੋਹਨ ਸਿੰਘ ਦਿਖਾਵਾਂ। ਮੈਂ ਕੀ ਕਰਾਂ ਦੇਖ ਕੇ, ਮੈਨੂੰ ਕੋਈ ਦਿਲਚਸਪੀ ਨਹੀਂ ਸੀ ਮੋਹਨ ਸਿੰਘ 'ਚ। ਫਿਰ ਆ ਗਿਆ। ਫਿਰ ਮੈਂ ਉਸ ਵੇਲੇ ਵੀ ਲਿਖਦਾ ਸੀ ਨਾ ਕੁਛ ਲਿਖਿਆ ਹੁੰਦਾ ਸੀ ਮੇਰੇ ਕੋਲ। ਉਹ 'ਤੇ ਪ੍ਰੇਮ ਪ੍ਰਕਾਸ਼ ਖੰਨਵੀ ਲਿਖਿਆ ਹੁੰਦਾ ਸੀ। ਉਹ ਫਿਰ ਹੱਸਦਾ ਹੁੰਦਾ ਸੀ, ਕਹਿੰਦਾ ਉਹ ਮੈਨੂੰ ਖੰਨਵੀ ਕਹੀ ਜਾਂਦਾ ਸੀਗਾ। ਅਤੇ ਉਹਨੇ ਫਿਰ ਇੱਕ ਵਾਰੀ ਕਿਹਾ ਵੀ ਤੂੰ ਅੱਜ ਮੀਟਿੰਗ ਹੈ, ਮੀਟਿੰਗ ਚੱਲੀਏ। ਮੈਂ ਕਿਹਾ ਕੀ ਛੱਡ ਪਰੇ, ਕੀ ਕਰਨਾ ਮੀਟਿੰਗਾਂ ਜਾ ਕੇ। ਉਹ ਫਿਰ ਲੈ ਗਿਆ, ਧੱਕੇ ਨਾਲੇ ਲੈ ਗਿਆ। ਅਤੇ ਉੱਥੇ ਜਦੋਂ ਉਹ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਮੀਟਿੰਗ ਤੋਂ ਬਾਅਦ, ਉਹਨਾਂ ਨੇ ਕਿਹਾ ਵੀ ਅਗਲੀ ਮੀਟਿੰਗ ਦੇ ਵਿੱਚ ਕਹਾਣੀ ਕੌਣ ਸੁਣਾਊਗਾ। ਅਤੇ ਗੁਰਬਚਨ ਚੌਧਰੀ ਨੇ ਮੇਰਾ ਨਾਂ ਲਿਖਾ ਦਿੱਤਾ, ਪ੍ਰੇਮ ਪ੍ਰਕਾਸ਼ ਖੰਨਵੀ। ਅਤੇ ਮੈਂ ਡਰ ਗਿਆ, ਮੈਂ ਕਿਹਾ ਆਹ ਕੀ ਕਰਤਾ। ਮੈਂ ਬਾਅਦ 'ਚ ਉਹਦੇ ਨਾਲ ਲੜਿਆ। ਮੈਂ ਕਿਹਾ ਤੂੰ ਮੈਨੂੰ ਮੇਰਾ ਨਾਂ ਕਿਉਂ ਕਰਤਾ। ਕਹਿੰਦਾ ਨਹੀਂ ਤੇਰੇ ਕੋਲ ਥੋੜ੍ਹਾ ਬਹੁਤਾ ਜਿਹੜਾ ਲਿਖਿਆ ਹੋਇਆ ਨਾ, ਐਵੇਂ ਉਹੀ ਗੱਲਾਂ ਸੁਣਾ ਦੇਣੀਆਂ, ਉੱਥੇ ਹੋਰ ਕਿਹੜੀ ਗੱਲ ਹੁੰਦੀ ਹੈ। ਮੈਂ ਕਿਹਾ ਚੰਗਾ। ਉਹ ਵਕਤ ਆਇਆ, ਮੈਂ ਜਾ ਕੇ ਉਹ ਕੋਈ 20-25 ਮਿੰਟ ਦਾ ਕੋਈ ਮੇਰੇ ਕੋਲ ਲਿਖਿਆ ਹੋਇਆ ਸੀ ਕਹਾਣੀ ਵਰਗੀ ਕੋਈ ਚੀਜ਼ ਸੀ, ਉਹ ਮੈਂ ਸੁਣਾ ਦਿੱਤੀ। ਅਤੇ ਫਿਰ ਮੈਨੂੰ ਖਿਆਲ ਹੈ ਵੀ ਹੁਣ ਛਿੱਤਰ ਪੈਣਗੇ। ਹੁਣ ਪਤਾ ਨਹੀਂ ਕੀ ਕਿਸੇ ਨੇ ਆਖਣੇ। ਉੱਤੇ 25-30 ਆਦਮੀ ਸੀ ਲਿਖਣ ਵਾਲੇ, ਲੇਖਕ ਸੀਗੇ ਸਾਰੇ। ਮੈਂ ਹੈਰਾਨ ਹੋ ਗਿਆ, ਉਹ ਸਾਰੇ ਬੰਦੇ ਤਾਰੀਫਾਂ ਕਰਨ ਲੱਗ ਗਏ। ਮੈਂ ਆਪਣੇ ਆਪ 'ਤੇ ਹੈਰਾਨ, ਇਹ ਤਾਰੀਫ ਕਾਹਦੀ ਕਰਦੇ ਨੇ। ਅੱਛਾ, ਉਹ ਤਾਰੀਫ ਕਰੀ ਗਿਆ ਸਾਰਿਆਂ, ਅੱਛੀ ਕਹਾਣੀ ਹੈ। ਫਿਰ ਇੱਕ ਦੋ ਨੇ ਮੈਨੂੰ ਸੁਜੈਸਟ ਵੀ ਕੀਤਾ ਵੀ ਆਹ ਗੱਲਾਂ ਜੇ ਤੁਸੀਂ ਪਾਉਂਦੇ ਹੋਰ ਸੋਹਣੀ ਹੋ ਜਾਣੀ ਸੀ। ਮੈਨੂੰ ਨਹੀਂ ਸਮਝ ਆਈ ਉਹਨਾਂ ਦੀ ਗੱਲ, ਕਿਉਂਕਿ ਮੇਰਾ ਪਤਾ ਹੀ ਨਹੀਂ ਸੀ ਮੈਨੂੰ ਵੀ ਇਹ ਕੀ ਹੁੰਦਾ ਲਿਖਣਾ। ਅਤੇ ਮੈਂ ਆ ਕੇ ਉਹ ਕਹਾਣੀ ਠੀਕ ਕਰਕੇ ਉਹਦਾ ਨਾਂ ਰੱਖਤਾ ਉਪਤ ਖੁਪਤ, ਯਾਨੀ ਕੋਈ ਚੀਜ਼ ਪੈਦਾ ਹੁੰਦੀ ਹੈ ਅਤੇ ਵਿਨਾਸ਼ ਹੋ ਜਾਂਦਾ ਉਹਦਾ। ਉਹ ਕਹਾਣੀ ਮੈਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪਰਚੇ ਨੂੰ ਭੇਜਤੀ। ਕਈ ਵਾਰੀ ਹੈਰਾਨੀਆਂ ਹੁੰਦੀਆਂ। ਮੈਂ ਉਸ ਗੱਲ 'ਤੇ ਹੈਰਾਨ ਹੋਇਆ। 1 ਹਫ਼ਤੇ ਬਾਅਦ ਇਹ ਮੈਨੂੰ ਚਿੱਠੀ ਆ ਗਈ ਵੀ ਤੁਹਾਡੀ ਕਹਾਣੀ ਛਾਪ ਰਹੇ ਹੈ। ਉਹ ਕਹਾਣੀ ਪਹਿਲੇ ਪਰਚੇ 'ਚ ਛਪ ਗਈ। ਅਤੇ ਮੈਂ ਕਿਹਾ ਵੀ ਇਹ ਕਿਵੇਂ ਹੋ ਗਿਆ ਇਹ। ਅੱਛਾ, ਕਹਾਣੀ ਦੀ ਫਿਰ ਮੈਂ ਕੁਛ ਕਹਾਣੀਆਂ ਹੋਰ ਲਿਖੀਆਂ, ਇਹੋ ਜਿਹੀਆਂ ਲਿਖਣ ਲੱਗ ਗਿਆ। ਉਹ ਗੁਰਬਚਨ ਦੇ ਕਹਿਣ 'ਤੇ ਉਹ ਲਿਖੀ ਗਿਆ। ਅਤੇ ਕੁਛ ਸਾਲਾਂ ਦੇ ਵਿੱਚ, ਕੁਛ ਸਾਲਾਂ 'ਚ, ਯਾਨੀ ਮੇਰੀ ਸ਼ੋਹਰਤ ਇਸ ਤਰ੍ਹਾਂ ਹੋਣ ਲੱਗ ਗਈ ਅਤੇ ਮੇਰੇ ਕੋਲ ਲੋਕ ਤਾਂ
ਕਹਾਣੀਕਾਰ ਨਵੇਂ ਲਿਖਣ ਵਾਲੇ ਭੇਜਦੇ ਸੀਗੇ ਵੀ ਆ ਐਕਸੈਪਟ ਕਰ ਲੈਣ ਐਡੀਟਰ। ਮੈਨੂੰ ਐਡੀਟਰ ਮੰਗਣਦੇ ਹੁੰਦੇ ਸੀ। ਅਤੇ ਫਿਰ ਕਈ ਮੀਟਿੰਗ 'ਚ ਗੱਲ ਹੋਣੀ, ਮੈਂ ਕਹਾਣੀ ਸੁਣਾਉਣੀ, ਅਤੇ ਕਾਲਜ ਦੇ ਪ੍ਰੋਫੈਸਰ ਸੀ ਨਾ, ਉਹਦੀ ਤਾਰੀਫ ਕਰਦੇ ਸੀ। ਅਤੇ ਮੈਂ ਕਈ ਵਾਰ ਹੈਰਾਨ ਹੋਣਾ, ਮੈਂ ਕਿਹਾ ਮੈਂ ਪ੍ਰਾਇਮਰੀ ਸਕੂਲ ਟੀਚਰ ਸੀ, ਵੀ ਮੈਂ ਤਾਂ ਪੜ੍ਹਿਆ ਹੀ ਕੁਛ ਨਹੀਂ ਹੈ, ਅਤੇ ਇਹ ਐਡੇ ਐਡੇ ਬੰਦੇ ਤਾਰੀਫਾਂ ਕਰਦੇ ਨੇ, ਕੀ ਵਜ੍ਹਾ ਹੈ? ਖੈਰ ਉਹ ਕੰਮ ਚੱਲਦਾ ਰਿਹਾ, ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਅਤੇ ਮੇਰੀ ਸ਼ੋਹਰਤ ਹੋ ਗਈ। ਮੈਨੂੰ ਖਨਵੀ ਕਹਿਣ ਲੱਗ ਗਏ ਸਾਰੇ ਲੋਕ ਇੱਥੇ ਸ਼ਹਿਰ 'ਚ। ਬਾਅਦ ਦੇ ਵਿੱਚ ਫਿਰ ਮੈਨੂੰ ਕੋਈ 6 ਸਾਲ ਬਾਅਦ ਅਹਿਸਾਸ ਹੋਇਆ ਵੀ ਮੈਂ ਠੀਕ ਨਹੀਂ ਲਿਖ ਰਿਹਾ, ਕਿਉਂਕਿ ਮੈਂ ਜੋ ਕੁਛ ਲਿਖਦਾ ਸੀ ਨਾ ਉਹ ਕੁਛ ਘੜ ਕੇ ਲਿਖਿਆ ਹੁੰਦਾ ਸੀਗਾ, ਉਹ ਜਿਹਦੇ 'ਚ ਨਾ ਦੁਨੀਆ ਦਾ ਦਖਲ ਜ਼ਿਆਦਾ ਸੀ, ਮੇਰਾ ਜ਼ਾਤੀ ਆਪਣਾ ਦਖਲ ਘੱਟ ਸੀ। ਫਿਰ ਮੈਨੂੰ ਖਿਆਲ ਆਇਆ ਵੀ ਇਹ ਠੀਕ ਨਹੀਂ ਮੈਂ ਕੰਮ ਕੀਤਾ। ਮੈਂ ਜੋ ਕੁਛ ਲਿਖਿਆ ਹੈ, ਇੰਨੀਆਂ ਕਹਾਣੀਆਂ ਲਿਖੀਆਂ ਜਿਨ੍ਹਾਂ 'ਤੇ ਮੈਨੂੰ ਸ਼ੁਹਰਤ ਵੀ ਮਿਲੀ ਹੈ, ਇਹ ਮਾੜੀਆਂ ਨੇ, ਇਹ ਠੀਕ ਨਹੀਂ ਹੈ। ਫਿਰ ਮੈਂ ਕੁਛ ਆਪਣੀ ਅੰਦਰਲੀ ਗੱਲ ਲਿਖਣ ਲੱਗੀ ਹਾਂ। ਮੇਰੇ ਅੰਦਰ ਬੜੇ ਸ਼ੈਤਾਨ ਸੀਗੇ। ਮੈਂ ਕਿਹਾ ਯਾਰ ਹੋਰ ਗੱਲਾਂ ਲਿਖੀ ਜਾਂਦੇ ਅਸੀਂ ਇਹੋ ਜਿਹੀਆਂ, ਜਿਹੜੇ ਮੇਰੇ ਅੰਦਰ ਵਿਗਾੜ ਬੈਠੇ ਨੇ ਉਹਨਾਂ ਬਾਰੇ ਕਿਤੇ ਗੱਲ ਨਹੀਂ ਕਰਦੀ ਮੈਂ। ਫਿਰ ਮੈਂ ਇਹੋ ਜਿਹਾ ਬਣਾ ਲਿਆ ਵੀ ਮੈਂ ਆਪਣੇ ਅੰਦਰਲੇ ਸ਼ੈਤਾਨ ਫੜਨੇ। ਮੈਂ ਇੱਕ ਕਹਾਣੀ ਲਿਖੀ, ਔਰ ਸ਼ੈਤਾਨ ਫੜੀਏ, ਉਹ ਬੜੀ ਮਸ਼ਹੂਰ ਹੋਈ। ਫਿਰ ਹਰੇਕ ਆਦਮੀ ਮੈਨੂੰ ਕਹਿੰਦਾ ਸੀ ਫਿਰ ਸ਼ੈਤਾਨ ਫੜ ਲਿਆ। ਅਤੇ ਮੈਂ ਫਿਰ ਬਹੁਤ ਸਾਰੀਆਂ ਕਹਾਣੀਆਂ ਇਹੋ ਜਿਹੀਆਂ ਲਿਖੀਆਂ ਜਿਨ੍ਹਾਂ ਦੇ ਵਿੱਚ ਸ਼ੈਤਾਨ ਵੀ ਸੀ ਅਤੇ ਫਰਿਸ਼ਤਾ ਵੀ ਸੀ। ਮੈਂ ਕਹਿੰਦਾ ਸੀ ਆਦਮੀ ਦੀ ਤਕਮੀਲ ਫਰਿਸ਼ਤੇ ਨਾਲ ਨਹੀਂ ਹੈ। ਆਦਮੀ ਦੀ ਜਿਹੜਾ ਮੁਕੰਮਲ ਹੋਣਾ ਨਾ, ਸੰਪੂਰਨ ਆਦਮੀ ਹੈ, ਉਹਦੇ 'ਚ ਤਾਂ ਬਹੁਤ ਕੁਛ ਹੈ, ਇੰਨਾ ਕੁਛ ਹੈ। ਫਿਰ ਮੈਂ ਉਹਨਾਂ ਦਿਨਾਂ ਦੇ ਵਿੱਚ ਕੋਈ ਥੋੜ੍ਹਾ ਬਹੁਤਾ, ਮੈਂ ਬਹੁਤ ਧਾਰਮਿਕ ਗ੍ਰੰਥ ਬਹੁਤ ਪੜ੍ਹੇ ਸੀਗੇ। ਮੈਂ ਆਪਣੇ ਬਾਪ ਦਾ ਜ਼ਬਰ ਬਹੁਤ ਬਰਦਾਸ਼ਤ ਕੀਤਾ ਸੀ। ਉਹ ਆਰੀਆ ਸਮਾਜੀ ਸੀਗੇ ਅਤੇ ਮੈਨੂੰ ਵੇਦ ਮੰਤਰ ਸਿਖਾਉਂਦੇ ਸੀਗੇ, ਹੋਰ ਕਹਿੰਦੇ ਮੇਰੇ ਤੋਂ ਮਜਬੂਰ ਕਰਦੇ ਸੀ, ਮੈਨੂੰ ਮਾਰਦੇ ਵੀ ਸੀ ਉਹ ਕਦੇ। ਉਹਨਾਂ ਦਾ ਇਹੋ ਜਿਹਾ ਹਿਸਾਬ ਸੀ। ਉਹ ਮੇਰੇ ਅੰਦਰ ਵੀ ਕੁਛ ਉਹਦਾ ਰਿਐਕਸ਼ਨ ਹੋਇਆ, ਸਾਰੀ ਉਮਰ ਹੀ ਰਿਹਾ। ਯਾਨੀ ਮੈਂ ਜ਼ਿੰਦਗੀ 'ਚ ਜੇ ਕਿਹਾ ਨਾ, ਮੇਰੇ ਬਾਪ ਨੇ ਮੈਨੂੰ ਟੱਚ ਕੀਤਾ ਸਾਰੀ ਉਮਰ 'ਚ 2 ਵਾਰ ਕੀਤਾ, ਨਹੀਂ ਤਾਂ ਫਿਰ ਡੰਡੇ ਨੇ ਟੱਚ ਕੀਤਾ ਸੀ ਮੈਨੂੰ। ਉਸ ਗੱਲ ਦਾ ਹੀ ਮੇਰੇ 'ਤੇ ਅਸਰ ਹੋਇਆ। ਅਤੇ ਇੱਥੇ ਜਦ ਮੈਂ ਆਇਆ ਅਤੇ ਪਹਿਲਾਂ ਮੈਂ ਡਰਦਾ ਸੀਗਾ, ਮੈਂ ਕਿਹਾ ਹੋਊਗਾ। ਇੱਥੇ ਆ ਕੇ ਮੈਂ ਬੜਾ ਹੈਰਾਨ ਹੋਇਆ, ਜਿਹੜੇ ਇੱਥੇ ਦੇ ਲਿਖਣ ਵਾਲੇ ਸੀਗੇ ਉਹ ਮੇਰੇ ਤੋਂ ਡਰਨ ਲੱਗ ਗਏ ਸੀ। ਅਤੇ ਫਿਰ ਮੈਂ ਹੱਸਦਾ ਸੀ, ਮੈਨੂੰ ਯਾਨੀ ਮੈਂ ਘਰ ਨਹੀਂ ਸੀ ਜਾਂਦਾ, ਲੇਕਿਨ ਇੱਥੇ ਦੇ ਇਹੋ ਜਿਹੀ ਮਾਹੌਲ ਬਣ ਗਿਆ ਅਤੇ ਲੇਖਕਾਂ ਨੇ ਮੈਨੂੰ ਬਹੁਤ ਅੱਛੀ ਤਰ੍ਹਾਂ ਕਬੂਲ ਕਰ ਲਿਆ। ਮੈਂ ਗੱਲ ਹੈ ਇਹ ਤਾਂ ਗੱਲ ਬਣ ਗਈ ਆ ਹੁਣ। ਫਿਰ ਉਹ ਬਣਦੇ ਆ, ਫਿਰ ਮੈਨੂੰ ਲੱਗਿਆ ਮੈਨੂੰ ਕੋਈ, ਮੈਂ ਜੋ ਕੁਛ ਲਿਖਣ ਲੱਗਿਆ ਹੁਣ ਉਹ 'ਤੇ ਮੈਨੂੰ ਮੇਰੇ ਖਿਲਾਫ ਹੋ ਗਏ ਲੋਕ। ਖ਼ਾਸ ਤੌਰ 'ਤੇ ਉਹ ਦੌਰ 'ਚ, ਸਾਰਾ ਦੌਰ ਨਾ ਪ੍ਰਗਤੀਵਾਦੀਆਂ ਦੌਰ ਸੀ। ਉੱਥੇ 2 ਗਰੁੱਪ ਬਣੇ ਬੈਠੇ ਹੁੰਦੇ ਸੀਗੇ। ਇੱਕ ਗਰੁੱਪ ਪ੍ਰਗਤੀਵਾਦੀ ਹੁੰਦਾ ਸੀ, ਇੱਕ ਪ੍ਰਗਤੀਵਾਦੀ ਉਲਟ ਉਹਨਾਂ ਦੇ ਬੈਠਾ ਹੁੰਦਾ ਸੀ। ਆਪੋ ਵਿੱਚ ਬਹਿਸ ਹੋਇਆ ਕਰਦੀ ਸੀ ਅਤੇ ਮੈਨੂੰ ਲੱਗਦਾ ਸੀ ਵੀ ਇਹ ਦੋਵੇਂ ਗਲਤ ਨੇ, ਪ੍ਰਗਤੀਵਾਦੀ ਵੀ ਗਲਤ ਨੇ, ਇਹ ਵੀ ਗਲਤ ਨੇ। ਮੈਨੂੰ ਫਿਰ ਇੱਕ ਪਤਾ ਨਹੀਂ ਕਿਉਂ ਇਹ ਜ਼ਿਆਦਾ ਮੇਰੇ 'ਚ ਅਹਿਸਾਸ ਹੋਣ ਲੱਗ ਗਿਆ ਵੀ ਨਾ ਮੈਂ ਇਹਨਾਂ 'ਚ ਬੈਠਣਾ, ਨਾ ਮੈਂ ਇਹਨਾਂ 'ਚ ਬੈਠਣਾ। ਮੈਂ ਆਪਣਾ ਵੱਖਰਾ ਥਾਂ ਬਣਾਉਣਾ। ਮੈਂ ਆਪਣੀ ਉਹ ਗੱਲ ਲਿਖਣੀ ਹੈ ਜਿਹੜੀ ਇਹ ਨਹੀਂ ਲਿਖ ਰਹੇ। ਇਸ ਤਰ੍ਹਾਂ ਮੇਰੇ 'ਚ ਕੁਛ ਕਹਾਣੀਆਂ ਮੈਂ ਲਿਖੀਆਂ। ਉਹ ਕਹਾਣੀਆਂ 1960 ਤੋਂ ਲੈ ਕੇ ਕੋਈ ਤਕਰੀਬਨ 10 ਸਾਲ ਚੱਲੀਆਂ ਹੈਗੀਆਂ, ਜਿਹਦੇ ਵਿੱਚ ਮੇਰੇ ਸਾਰਾ ਸੰਪੂਰਨ ਆਦਮੀ ਜਿਹੜਾ ਸੀ ਨਾ, ਆਪਣੀਆਂ ਸਾਰੀਆਂ ਬੁਰਾਈਆਂ ਦੇ ਨਾਲ ਉਹ ਉਜਾਗਰ ਹੁੰਦਾ ਸੀ, ਜਿਹਦੀ ਵਿਰੋਧ ਬਹੁਤ ਲੋਕਾਂ ਨੇ ਕੀਤਾ। ਬਹੁਤ ਕਹਿਣ ਲੱਗੇ, ਕਹਿੰਦੇ ਵੀ ਤੂੰ ਇਹ ਮਾੜੀਆਂ ਗੱਲਾਂ ਲੱਗਣ ਲੱਗਿਆ। ਅਤੇ ਯਾਨੀ ਸਮਾਜ ਨੂੰ, ਫਿਰ ਮੈਂ ਮੈਂ ਵੀ ਗੁੱਸੇ 'ਚ ਕਹਿੰਦਾ ਸੀਗਾ, ਮੈਂ ਕਿਹਾ ਮੈਂ ਪ੍ਰੀਚਰ ਨਹੀਂ ਹੈ, ਮੈਂ ਸਮਾਜ ਸੁਧਾਰਕ ਨਹੀਂ ਹੈ, ਮੇਰੇ ਕੋਲ ਤਾਂ ਜੋ ਕੁਛ ਮੇਰੇ ਅੰਦਰ ਹੈ ਮੈਂ ਉਹ ਲਿਖੀ ਜਾਣਾ। ਉਸ ਤੋਂ ਬਾਅਦ ਫਿਰ ਇੱਕ ਹੋਰ ਦੌਰ ਚੱਲਿਆ। ਉਹ ਦੌਰ ਇਹ ਸੀ, ਮੇਰੀ ਦੋਸਤੀ ਇੱਕ ਹੋ ਗਈ ਕਿਸੇ ਅੱਛੀ ਔਰਤ ਦੇ ਨਾਲ, ਬਹੁਤ ਸਿਆਣੀ ਔਰਤ ਸੀ। ਫਿਰ ਸਾਡੀ ਬਹੁਤ ਸਾਰੀਆਂ ਹੋਰਾਂ ਨਾਲ ਵੀ ਹੋਣ ਲੱਗ ਗਈਆਂ, ਬਹੁਤ ਸਾਰੀ। ਅਸੀਂ ਇਹੋ ਜਿਹਾ ਗਰੁੱਪ ਬਣ ਗਿਆ ਆਰਟਿਸਟਾਂ ਦਾ,
ਜਿਹਦੇ 'ਚ ਅਸੀਂ ਬੜੀਆਂ ਖੁੱਲ੍ਹ ਕੇ ਗੱਲਾਂ ਕਰ ਸੀ, ਇਮਾਨਦਾਰੀ ਨਾਲ ਗੱਲਾਂ ਕਰ ਸੀ, ਬਹੁਤ ਜ਼ਿਆਦਾ ਇਮਾਨਦਾਰੀ ਨਾਲ। ਫਿਰ ਮੈਂ ਇੱਕ ਕਹਾਣੀ ਲਿਖੀ, ਮੁਕਤੀ। ਉਹ ਮੁਕਤੀ ਕਹਾਣੀ, ਇੱਕ ਮੁਕਤੀ ਕਹਾਣੀ ਨੇ ਨਾ, ਤੇ ਜਿਹੜੇ ਮੇਰੇ ਮਾਰਕਸਵਾਦੀ ਵਿਰੋਧੀ ਸੀ ਮੇਰੇ, ਉਹ ਵੀ ਉਹਦੀ ਤਾਰੀਫ ਕਰਨ ਲੱਗ ਗਏ। ਯਾਨੀ ਮੈਨੂੰ ਇੱਕ ਆਪ ਨੂੰ ਨਵਾਂ ਮਿਲਿਆ ਕੰਮ। ਯਾਨੀ ਇਹ ਬਹੁਤ ਅਨਕੌਂਸ਼ੀਅਸ ਜਿਹਾ ਕੰਮ ਹੈ ਸਾਰਾ ਲਿਖਣਾ, ਜਿਹੜਾ ਨਾ ਰਚਨਾ ਕਰਨਾ, ਇਹ ਅਨਕੌਂਸ਼ੀਅਸ ਜਿਹਾ ਕੰਮ ਹੈ। ਮੈਂ ਕੋਈ ਬਹੁਤ ਸੋਚ ਕੇ ਨਹੀਂ ਲਿਖਦਾ ਹਾਂ, ਯਾਨੀ ਉਹ ਆਪਣੇ ਆਪੇ ਲਿਖ ਹੋ ਜਾਂਦਾ। ਕਈ ਵਾਰੀ ਨਾ ਮੈਂ ਪਰਚੀਆਂ ਜਿਹੀਆਂ ਲਿਖ ਕੇ ਰੱਖ ਲੈਂਦਾ ਸੀ, ਇਹ ਪਰਚੀ ਮੈਨੂੰ ਗੱਲ ਸੁੱਝ ਗਈ, ਉਹ ਲਿਖ ਲਈ, ਫਿਰ ਪਰਚੀ ਬਣਾ ਲਈ। ਇਸ ਤਰ੍ਹਾਂ ਕਿੰਨੀਆਂ ਸਾਰੀਆਂ ਪਰਚੀਆਂ। ਜਦ ਮੈਂ ਉਹ ਕਹਾਣੀ ਲਿਖਣ ਲੱਗਦਾ ਸੀਗਾ ਅਤੇ ਸਾਰੀਆਂ ਪਰਚੀਆਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਸੀਗੀਆਂ, ਉਹ ਕੁਝ ਹੋਰ ਹੀ ਬਣ ਜਾਂਦਾ ਸੀ, ਬਹੁਤ ਸਾਰਾ ਕੁਝ ਹੋਰ ਨਿਕਲ ਆਉਂਦਾ ਸੀ। ਐਸੀਆਂ ਗੱਲਾਂ ਬਣੀਆਂ ਜਿਹਦੇ ਦੇ ਨਾਲ ਨਾ ਫਿਰ ਇੱਕ ਮੁਕਤੀ ਦੀ, ਮੈਨੂੰ ਲੁਧਿਆਣੇ ਮੇਰੀ ਕਿਤਾਬ ਜਿਹਾ ਛਪੀ ਨਾ, ਉੱਤੇ ਬਹਿਸ ਕਰਾਉਣ ਲੱਗੇ। ਉਹਦਾ ਨਾਮ ਵੀ ਮੁਕਤੀ ਸੀ, ਕਿਉਂਕਿ ਮੇਰੇ ਵਿਰੋਧੀ ਬਹੁਤ ਹੋ ਗਏ ਸੀ, ਕਮਿਊਨਿਸਟ ਸਾਰੇ ਮੇਰੇ ਵਿਰੋਧੀ ਹੋਏ ਸੀ। ਅਤੇ ਉਹਨਾਂ ਨੇ ਫਿਰ ਉੱਥੇ ਜਦੋਂ ਬਹਿਸ ਹੋਈ, ਉੱਥੇ ਮੈਨੂੰ ਇੱਕ ਗੱਲ ਦੀ ਹੈਰਾਨ, ਮੈਂ ਕਿਹਾ ਚਲੋ ਕੋਈ ਨਾ, ਇਹ ਇਕੱਠੇ ਹੋ ਕੇ ਮੈਨੂੰ ਜ਼ਲੀਲ ਕਰਨਾ ਚਾਹੁੰਦੇ, ਮੈਂ ਫਿਰ ਵੀ ਜਾਊਂਗਾ। ਮੈਂ ਗਿਆ, ਜਾ ਕੇ ਉੱਥੇ ਬੜੀ ਹੈਰਾਨੀ ਹੋ ਗਈ, ਲੈਫਟਿਸਟ ਵੀ ਉਹ ਮੇਰੇ ਹੱਕ 'ਚ ਬੋਲ ਰਹੇ ਸੀ। ਉੱਥੇ ਸੰਤ ਸਿੰਘ ਸੇਖੋਂ ਸਭ ਦਾ ਬੜਾ ਸਰਦਾਰ ਸੀਗਾ, ਉਹ ਮੇਰੇ ਹੱਕ 'ਚ ਬੋਲੇ ਬਹੁਤ। ਉਹਨੇ ਇੱਕ ਗੱਲ ਬਹੁਤ ਅੱਛੀ ਕਹੀ, ਉਹ ਕਹਿੰਦਾ ਜੇ ਹੁਣ ਮੈਂ ਕਹਾਣੀ ਲਿਖ ਸਕਦਾ ਅਤੇ ਮੈਂ ਇਹੋ ਜਿਹੀਆਂ ਕਹਾਣੀ ਲਿਖੀ, ਇਹੋ ਜਿਹੀ ਪ੍ਰੇਮ ਪ੍ਰਕਾਸ਼ ਨੇ ਲਿਖੀ ਹੈ। ਇਸ ਤਰ੍ਹਾਂ ਦੀਆਂ ਬਹੁਤ ਅੱਛਾ ਸਾਰੇ ਯਾਨੀ ਜਿਹੜੇ ਐਂਟੀ ਵੀ ਸੀ ਨਾ, ਉਹ ਮੇਰੇ ਹੱਕ 'ਚ ਹੋਣ ਲੱਗ ਬੋਲਣ ਲੱਗ ਗਏ। ਫਿਰ ਮੁਕਤੀ ਰੰਗ ਦੀਆਂ ਮੈਂ ਕੋਈ 40-50 ਕਹਾਣੀਆਂ ਲਿਖੀਆਂ, ਜਿਹਦੇ 'ਚ ਨਾ ਇੱਕ ਅਜੀਬ ਨਵੇਂ ਆਪਣੇ ਆਪੇ ਵਿਸ਼ਾ ਪੈਦਾ ਹੋ ਗਿਆ। ਇਹ ਨਹੀਂ ਹੈ ਬਹੁਤ ਸੋਚ ਕੇ ਨਹੀਂ ਵਿਸ਼ੇ ਪੈਦਾ ਹੁੰਦੇ, ਆਪਣੇ ਆਪੇ ਹੋਈ ਜਾਂਦੇ ਨੇ, ਹੋ ਗਏ, ਜਿਹਦੇ 'ਚ ਨਾ ਆਦਮੀ ਦੇ ਤੀਮੀ ਦੇ ਜਿਹੜੀ ਮੁਹੱਬਤ ਹੈ, ਨਫ਼ਰਤ ਹੈ, ਹੋਰ ਸਾਰਾ ਰਿਲੇਸ਼ਨਸ ਨੇ। ਉਹ ਰਿਲੇਸ਼ਨ ਦੀਆਂ ਬਰੀਕੀਆਂ ਮੇਰੇ ਕੋਲ ਬਹੁਤ ਸੀਗੀਆਂ। ਮੈਂ ਉਹ ਲਿਖਣ ਲੱਗਾ ਜਿਹੜੀਆਂ ਪਹਿਲਾਂ ਨਹੀਂ ਸੀ ਕਿਸੇ ਨੇ ਲਿਖੀਆਂ। ਲੋਕ ਡਰਦੇ ਰਹਿੰਦੇ ਸੀ, ਸੰਗਦੇ ਰਹਿੰਦੇ ਸੀਗੇ, ਦੱਸਦੇ ਨਹੀਂ ਸੀ ਆਪਣੀਆਂ ਗੱਲਾਂ। ਇੰਨੀ ਗੱਲ ਕਹਿਣਾ ਸੰਗਦੇ ਸੀ ਵੀ ਮੈਨੂੰ ਇਹਦੇ ਨਾਲ ਮੁਹੱਬਤ ਹੈ, ਮੈਂ ਸਭ ਕੁਝ ਲਿਖ ਦਿੱਤਾ। ਫਿਰ ਮੈਂ ਕਹਿੰਦਾ ਸੀ ਮੁਹੱਬਤ ਇਕੱਲੀ ਨਹੀਂ ਹੋਇਆ ਕਰਦੀ, ਮੁਹੱਬਤ ਦੇ ਨਾਲ ਨਫ਼ਰਤ ਵੀ ਹੁੰਦੀ ਹੈ, ਨਫ਼ਰਤ ਦੇ ਵਿੱਚ ਵੀ ਮੁਹੱਬਤ ਹੁੰਦੀ ਹੈ। ਫਿਰ ਸਾਡੇ ਅੰਦਰ ਜਿਹੜੀ ਕਾਮ ਹੈ, ਕਾਮ ਇੱਛਾ ਹੈ, ਇਹ ਸਾਡੇ ਕੋਲ ਬੁਨਿਆਦੀ ਇੱਛਾ ਹੈ। ਸਾਡੇ ਕੋਲ ਜੋ ਕੁਛ ਵੀ ਅਸੀਂ ਕਰਦੇ ਹਾਂ, ਜੋ ਅਸੀਂ ਜਿਉਂਦੇ ਹਾਂ, ਜੋ ਮੇਰੇ 'ਚ ਤਾਕਤ ਹੈ, ਉਹਦੀ ਜਿਹੜੀ ਜੜ੍ਹ ਹੈ ਨਾ, ਉਹ ਕਾਮ ਇੱਛਾ ਹੈ। ਉਹੀ ਮੇਰੇ ਕੋਲ ਸਭ ਕੁਝ ਕਰਾ ਰਹੀ ਹੈ। ਆ ਜਿਹੜੀ ਕ੍ਰੀਏਸ਼ਨ ਹੈ ਨਾ, ਇਹ ਵੀ ਉਹਦੇ ਨਾਲ ਹੋ ਰਹੀ ਹੈ, ਉਹਦੇ ਬਗੈਰ ਨਹੀਂ ਹੋ ਸਕਦੀ। ਜੇ ਇਹ ਨਾ ਹੋਵੇ, ਹੌਲੀ ਹੌਲੀ ਸੱਚੀ ਮੁੱਚੀ ਗੱਲ ਇਹੀ ਹੈ ਵੀ ਇੱਕ ਵਕਤ ਆਉਂਦਾ ਹੈ ਜਿੰਨਾ ਚਿਰ ਤੁਹਾਡੇ ਅੰਦਰ ਨਾ ਇੱਕ ਡਿਜ਼ਾਇਰ ਹੈ, ਜਿਉਣ ਦੀ ਸਾਰੀ ਡਿਜ਼ਾਇਰ ਉਸ ਡਿਜ਼ਾਇਰ ਨਾਲ ਪੈਦਾ ਹੁੰਦੀ ਹੈ, ਬੁਨਿਆਦੀ ਡਿਜ਼ਾਇਰ ਨਾਲ। ਔਰ ਆਦਮੀ ਉਸੇ 'ਤੇ ਆਦਮੀ ਚੱਲੀ ਜਾਂਦਾ ਹੈ। ਹੁਣ ਹੌਲੀ ਹੌਲੀ ਮੈਂ ਜਦੋਂ ਵਕਤ ਬਾਅਦ 'ਚ ਆਇਆ, ਹੌਲੀ ਹੌਲੀ ਉਮਰ ਆ ਗਈ, ਜਦ ਲਿਖਿਆ ਵੀ ਹੁਣ ਕਹਾਣੀ ਨਹੀਂ ਸੁਝਦੀ ਹੈ, ਜਜ਼ਬਾ ਹੀ ਨਹੀਂ ਰਿਹਾ, ਉਹ ਅੱਗੇ ਹੀ ਨਹੀਂ ਹੈ। ਮੈਨੂੰ ਕਿਸੇ ਨੇ ਕਿਹਾ ਤੁਸੀਂ ਲਿਖੋ ਕੋਈ ਕਹਾਣੀ, ਮੈਂ ਕਿ ਕਹਾਣੀ ਕੋਈ ਇਸ ਤਰ੍ਹਾਂ ਲਿਖੀ ਜਾਂਦੀ ਹੈ ਵੀ ਇਹ ਸੋਚ ਕੇ ਲਿਖ ਲਈ ਵੀ ਐਂ ਕਹਾਣੀ ਬਣਦੀ ਹੈ? ਬੁਣਦੀ ਨਾ ਕਹਾਣੀ, ਮੈਂ ਸਵੈਟਰ ਹੈ ਜਿਹੜਾ ਬੁਣ ਦੇਣਾ, ਬੁਣ ਕੇ ਦੇ ਦੇਣਾ ਤੈਨੂੰ। ਇਹ ਤਾਂ ਮੇਰੇ ਅੰਦਰ ਅੱਗ ਨਹੀਂ ਹੈ ਹੁਣ, ਹੈ ਉਹ ਡਿਜ਼ਾਇਰ ਖਤਮ ਹੋ ਜਾਂਦੀ ਹੈ, ਤੇ ਆਦਮੀ ਫਿਰ ਚੁੱਪ ਕਰ ਜਾਂਦਾ। ਤੁਸੀਂ ਇਹ ਗੱਲ ਕੀਤੀ ਵੀ ਜਦੋਂ 500 ਕਿਤਾਬ ਪੜ੍ਹੀ, ਤੇ 500 ਚੋਂ ਵੀ ਕੁਝ ਇਹੋ ਜਿਹੇ ਕਿਤਾਬਾਂ ਹੋਣਗੀਆਂ ਜਿਨ੍ਹਾਂ ਨੇ ਤੁਹਾਡੇ ਮਨ 'ਤੇ ਬਹੁਤ ਅਸਰ ਪਾਇਆ ਜਾਂ ਤੁਹਾਨੂੰ ਬਹੁਤ ਅਪੀਲ ਕੀਤਾ। ਮੈਂ ਅਸਰ ਕਿਸੇ ਦਾ ਕਬੂਲਿਆ ਨਹੀਂ, ਲੇਕਿਨ ਮੇਰੇ ਅੱਛੇ ਜਿਹੜੇ ਲੱਗਦੇ ਸੀ ਨਾ, ਮੈਂ ਉਰਦੂ 'ਚ ਮੈਂ ਇੱਕ ਹੋਰ ਗੱਲ ਕਹਿਣਾ ਹੁੰਦਾ, ਪੰਜਾਬੀ 'ਚ ਮੈਂ ਲਿਖਣਾ ਨਹੀਂ ਸੀ ਚਾਹੁੰਦਾ। ਜੇ ਮੈਨੂੰ ਮੌਕਾ ਮਿਲਦਾ, ਇਹ ਤਾਂ ਸਾਡਾ ਇਤਿਹਾਸ ਹੈ ਜਿਹੜਾ ਸਾਨੂੰ ਮੌਕਾ ਖੋਲ੍ਹ ਲੈਂਦਾ, ਜੇ ਮੌਕਾ ਮਿਲਦਾ ਮੈਂ ਉਰਦੂ 'ਚ ਲਿਖਣਾ ਸੀ, ਕਿਉਂਕਿ ਉਰਦੂ ਦਾ ਜਿਹੜਾ ਪਾਠਕ ਸੀ ਨਾ, ਉਹ ਇੱਕ ਖਾਸ ਕਿਸਮ ਦੀ ਬੁਲੰਦੀ 'ਤੇ ਜਾ ਕੇ ਸੋਚਦਾ ਸੀ। ਪੰਜਾਬੀ ਦਾ ਪਾਠਕ ਨਹੀਂ ਚੱਲ ਸਕਦਾ ਉੱਥੋਂ। ਜਿਸ ਤਰ੍ਹਾਂ ਹੁਣ ਮੰਟੋ ਹੈ ਅਤੇ ਬੇਦੀ ਨੇ ਮੇਰੇ ਸਭ ਤੋਂ ਜ਼ਿਆਦਾ ਪਸੰਦ ਆਦਮੀ ਸੀਗੇ। ਮੈਂ ਉਹਨਾਂ ਨੂੰ ਪੜ੍ਹਦਾ ਸੀਗਾ, ਉਹਨੂੰ ਪੜ੍ਹਦਾ ਸਮਝਦਾ ਸੀ, ਅਤੇ ਇਹ ਦੋਹਾਂ ਨੂੰ ਮੈਂ ਤਰਜਮਾ ਕੀਤਾ ਪੰਜਾਬੀ 'ਚ। ਮੈਂ ਮੰਟੋ ਨੂੰ ਸਾਰੀਆਂ ਕਿਤਾਬਾਂ ਮੰਟੋ ਦੀਆਂ ਪੰਜਾਬੀ ਤਰਜਮਾ ਕਰਤੀਆਂ, ਲੇਕਿਨ ਪੰਜਾਬੀ 'ਚ ਮੰਟੋ ਕਬੂਲ ਨਹੀਂ ਹੋਇਆ।
ਪੰਜਾਬੀ ਪਾਠਕ ਹੈ ਜਿਹੜਾ ਨਾ, ਉਹ ਝੱਲਦਾ ਨਹੀਂ ਹੈ ਉਹਨੂੰ। ਇਸ ਤਰ੍ਹਾਂ ਬੇਦੀ ਹੈ, ਬੇਦੀ ਨੂੰ ਨਹੀਂ ਚੱਲਦਾ। ਬੇਦੀ ਦੀ ਕਿਤਾਬ ਬਹੁਤ ਪੰਜਾਬੀ ਵੀ ਛਪੀ ਸੀ ਕੋਈ, ਉਹਨੂੰ ਵੀ ਪੜ੍ਹਦਾ ਨਹੀਂ ਹੈ। ਇਹ ਰੀਡਰ ਹੈ ਜਿਹੜਾ ਪੰਜਾਬੀ ਦਾ ਪਾਠਕ ਹੈ, ਉਹਨਾਂ ਨੂੰ ਕਈ ਚੀਜ਼ਾਂ ਪਚਦੀਆਂ ਨਹੀਂ ਹੈਗੀਆਂ। ਹਰੇਕ ਚੀਜ਼ ਨੂੰ ਹਰੇਕ ਨੂੰ ਨਹੀਂ ਪਚਾ ਸਕਦਾ। ਇਹਨਾਂ ਕੋਲ ਖਾਸ ਕਿਸਮ ਦੀ ਮਾਨਸਿਕਤਾ ਸੀਗਾ, ਲੇਕਿਨ ਮੈਂ ਉਸ ਨੂੰ ਤੋੜਨਾ ਚਾਹੁੰਦਾ ਸੀ। ਮੈਂ ਕਹਿੰਦਾ ਸੀ ਨਹੀਂ, ਦੁਨੀਆ 'ਚ ਸਾਰੇ ਦੁਨੀਆ ਨੇ। ਜਿਸ ਤਰ੍ਹਾਂ ਅਸੀਂ ਇੱਕ ਮੈਂ ਥੋੜ੍ਹਾ ਜਿਹਾ ਐਲੀਮੈਂਟ ਮੇਰੇ ਕੋਲ ਹੋਰ ਪੈਦਾ ਹੋ ਗਿਆ ਸੀਗਾ, ਜਿਹੜਾ ਮੇਰੇ ਕੋਲ, ਮੈਂ ਹਿੰਦੂ ਮਾਈਥੋਲੋਜੀ ਬਹੁਤ ਪੜ੍ਹੀ, ਫਿਰ ਮੈਂ ਰਾਮਾਇਣ ਮਹਾਭਾਰਤ ਦੀ ਬਹੁਤ ਸਟੱਡੀ, ਮੀਮਾਂਸਾ, ਇਹਨਾਂ ਦੀ ਸਾਰੀਆਂ ਪੜ੍ਹੀਆਂ, ਬਹੁਤ ਕਿਤਾਬਾਂ ਪੜ੍ਹੀਆਂ, ਧਾਰਮਿਕ ਕਿਤਾਬਾਂ। ਵੈਸੇ ਲੋਕ ਤਾਂ ਮੈਨੂੰ ਹੋਰ ਤਰ੍ਹਾਂ ਸਮਝਦੇ ਹੈ, ਪਰ ਮੈਂ ਕੁਰਾਨ ਸ਼ਰੀਫ ਵੀ ਪੜ੍ਹੀ ਹੈ ਸਾਰੀ, ਬਾਈਬਲ ਪੜ੍ਹੀ ਹੈ ਸਾਰੀ। ਬਾਈਬਲ ਮੈਂ 45 ਸਾਲ ਪਹਿਲਾਂ ਪੜ੍ਹੀ ਸੀ, ਹੁਣ ਵੀ ਪੜ੍ਹਦਾ, ਮੇਰੇ ਕੋਲ ਮੇਰੇ ਸਰਾਣੇ ਪਈ ਹੈ। ਇਸੇ ਤਰ੍ਹਾਂ ਮੇਰੇ ਕੋਲ ਨਾ ਉਪਨਿਸ਼ਦ ਵੀ ਨਹੀਂ, ਮੈਂ ਉਪਨਿਸ਼ਦ ਪੜ੍ਹਦਾ ਰਿਹਾ। ਉਹ ਮੈਨੂੰ ਕਿਸੇ ਨੇ ਕਿਹਾ ਇਹ ਗੱਲਾਂ ਤੇ ਫਲਾਣੀ ਕਿਤਾਬ ਦੇ 'ਚ ਲਿਖੀਆਂ, ਮੈਂ ਕਿਹਾ ਨਹੀਂ, ਇਹ ਉਪਨਿਸ਼ਦਾਂ 'ਚ ਲਿਖੀਆਂ ਹੋਈਆਂ ਨੇ। ਮੇਰੇ ਅੰਦਰ ਸਾਰਾ ਫਿਰ ਮਾਈਥੋਲੋਜੀ ਫਸ ਗਈ। ਫਿਰ ਮੈਂ ਮਾਈਥੋਲੋਜੀ ਨੂੰ ਸਮਝਣ ਲੱਗ ਗਿਆ। ਹਿੰਦੂ ਮਾਈਥੋਲੋਜੀ ਮਿਥਿਹਾਸ ਹੈ ਜਿਹੜਾ ਨਾ। ਇੱਕ ਗੱਲ ਹੋਰ ਮੈਂ ਦਿਲਚਸਪ ਦੱਸਾਂ, ਮੁਸਲਮਾਨ ਸਾਨੂੰ ਕਹਿੰਦੇ ਨੇ ਵੀ ਅਸੀਂ ਮੁਸਲਮਾਨ ਸਮਝਦੇ ਵੀ ਮੁਸਲਮਾਨ ਅਹਿਲੇ ਕਿਤਾਬ ਨੇ, ਯਾਨੀ ਖੁਦਾ ਨੇ ਉਹਨਾਂ 'ਤੇ ਕਲਾਮ ਨਾਜ਼ਲ ਕੀਤਾ, ਉਤਾਰਿਆ। ਇਸੇ ਤਰ੍ਹਾਂ ਹੀ ਈਸਾਈ ਨੇ ਕੁਰਾਨ ਸ਼ਰੀਫ 'ਚ ਲਿਖਿਆ ਹੋਇਆ ਵੀ ਇਹ ਵੀ ਅਸੀਂ ਈਸਾ ਵੀ ਦੇ ਰਾਹੀਂ ਵੀ ਕਲਾਮ ਦਿੱਤਾ ਹੈ, ਉਤਾਰਿਆ, ਉਹ ਉਤਰਿਆ ਹੋਇਆ। ਹਿੰਦੂਆਂ ਕੋਲ ਕੋਈ ਕਿਤਾਬ ਉਤਰੀ ਹੋਈ ਨਹੀਂ ਹੈ। ਮੈਨੂੰ ਅੱਛੀ ਗੱਲ ਲੱਗਦੀ ਹੈ। ਮੈਂ ਕਿਹਾ ਇਹ ਆਪ ਬਣਾ ਲੈਂਦੇ ਨੇ। ਜਿੰਨਾ ਕਿਤਾਬਾਂ, ਜਿੰਨੀਆਂ ਰਚਨਾ, ਵੈਸੇ ਤਾਂ ਮੈਂ ਮਹਾਭਾਰਤ ਰਾਮਾਇਣ ਵਗੈਰਾ ਨੂੰ ਬਹੁਤ ਲੋਕ ਤਾਂ ਪਵਿੱਤਰ ਸਮਝਦੇ ਨੇ ਅਤੇ ਉਹਨਾਂ ਨੂੰ ਇੱਕ ਧਰਮ ਦਾ ਹਿੱਸਾ ਸਮਝਦੇ ਨੇ। ਮੈਂ ਉਹਨੂੰ ਫਿਕਸ਼ਨ ਦਾ ਹਿੱਸਾ ਸਮਝਦਾ। ਅਸੀਂ ਇੰਨੇ ਵੇਦ ਲਿਖੇ, ਬ੍ਰਾਹਮਣ ਲਿਖੇ, ਬ੍ਰਾਹਮਣ ਵੀ ਕਿਤਾਬਾਂ ਨੇ। ਫਿਰ ਉਸ ਤੋਂ ਬਾਅਦ ਅਸੀਂ ਇੰਨੇ ਉਪਨਿਸ਼ਦ ਲਿਖੇ। ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਇਤਿਹਾਸ ਦੀਆਂ ਕਿਤਾਬਾਂ ਇੰਨੀਆਂ ਜ਼ਿਆਦਾ ਲਿਖੀਆਂ ਨੇ ਨਾ, ਉਹ ਮਤਲਬ ਤੁਸੀਂ ਹੈਰਾਨ ਹੋ ਜਾਓ ਵੀ ਸਾਡੇ ਕੋਲ ਇੰਨੀ ਕ੍ਰੀਏਸ਼ਨ ਹੈ, ਭਰੇ ਪਿਆ ਸਾਡੇ ਕੋਲ ਮਾਲ। ਅਤੇ ਉਹਨਾਂ 'ਚ ਜ਼ਿੰਦਗੀ ਦਾ ਕੋਈ ਪਹਿਲੂ ਨਹੀਂ ਇਹੋ ਜਿਹਾ ਬਚਿਆ ਹੋਇਆ ਜਿਹੜਾ ਅਸੀਂ ਨਾ ਲਿਖਿਆ ਹੋਵੇ। ਇੱਕ ਕਾਮ ਹੈ ਜਿਹਨੂੰ ਨਾ ਇਹ ਬਹੁਤ ਸਾਰੇ ਜਿਹੜੇ ਧਰਮ ਨੇ ਨਾ ਉਹਨੂੰ ਰੋਕਦੇ ਨੇ, ਸਾਡਾ ਸਮਾਜ ਵੀ ਰੋਕਦਾ, ਕਿਉਂਕਿ ਸਮਾਜ ਤਾਂ ਵੀ ਇੱਕ ਸੋਚ ਥੋੜ੍ਹੀ ਹੋ ਸਕਦੀ ਹੈ। ਡਰਦੇ ਨੇ ਵੀ ਇਹਦੀ ਗੱਲ ਨਾ ਕਰੋ। ਲੇਕਿਨ ਹਿੰਦੂ ਧਰਮ ਤਾਂ ਭਰਿਆ ਪਿਆ ਇਹਦੇ ਨਾਲ, ਹਿੰਦੂ ਸ਼ਾਸਤਰ ਭਰੇ ਪਏ ਨੇ। ਔਰ ਉਹ ਗੱਲ ਜਿਹੜੀ ਚੀਜ਼ਾਂ ਨੇ ਨਾ, ਉਹ ਬਹੁਤ ਬਰੀਕੀਆਂ ਨਾਲ ਜੇ ਮੇਰੇ ਅੰਦਰ ਜਿਹੜੀਆਂ ਆਉਂਦੀਆਂ ਨਹੀਂ ਆ, ਮੈਂ ਉਹ ਸਾਰੀਆਂ ਕਹਾਣੀਆਂ 'ਚ ਪਾਤੀਆਂ। ਫਿਰ ਮੈਂ ਉਹਨੂੰ ਸਮਝਾਉਣ ਵਾਸਤੇ ਹਿੰਦੂ ਮਿਥਿਹਾਸ ਵਿੱਚ ਨਾਲ ਪਾਇਆ ਵੀ ਇਹ ਸਮਝਣ ਲੋਕ ਇਸ ਗੱਲ ਦੇ ਨਾਲ। ਡਾਕਟਰ ਜੋਗਿੰਦਰ ਸਿੰਘ ਰਾਹੀ ਹੋਏ ਨੇ, ਬੜੇ ਅੱਛੇ ਆਲੋਚਕ ਸੀ ਉਹ। ਉਹਨਾਂ ਨੇ 2 ਕਿਤਾਬਾਂ ਲਿਖੀਆਂ ਮੇਰੇ ਬਾਰੇ। ਇੱਕ ਕਿਤਾਬ ਲਿਖੀ ਉਹਨੇ ਕਪਾਲ, ਵੀ ਪ੍ਰੇਮ ਪ੍ਰਕਾਸ਼ ਦੀ ਕਥਾ ਸਾਹਿਤ, ਅਤੇ ਕਪਾਲ ਕਹਿੰਦੇ ਸਾਡੇ ਦਿਮਾਗ ਦੇ ਵਿੱਚ ਇੱਕ ਗਲੈਂਡ ਹੁੰਦਾ ਹੈ, ਉਹ ਗਲੈਂਡ ਤੋਂ ਹਰ ਕਿਸਮ ਦੀ ਡਿਜ਼ਾਇਰ ਪੈਦਾ ਹੁੰਦੀ ਹੈ। ਉਹੀ ਸਭ ਤੋਂ ਪਹਿਲਾ ਜਿਹੜਾ ਨਾ ਜਿਹਦੇ 'ਚ ਕਾਮ ਦੀ ਇੱਛਾ ਪੈਦਾ ਹੁੰਦੀ ਹੈ, ਉਹੀ ਅੱਗੇ ਫਰਦਰ ਕਮਾਨ ਸਾਰੀਆਂ ਇੱਛਾਵਾਂ ਘੁੰਮ ਜਾਂਦਾ ਹੈ। ਉਹਨੇ ਫਿਰ ਲਿਖਿਆ ਵੀ ਇਹ ਕਿਸ ਤਰ੍ਹਾਂ ਲਿਖੀਆਂ ਜਾਂਦੀਆਂ ਨੇ ਕਹਾਣੀਆਂ, ਔਰ ਇਹ ਕਹਾਣੀ ਦੇ ਵਿੱਚ ਕੀ ਹੈ। ਇੱਕ ਕਹਾਣੀ ਹੈ ਮੇਰੀ, ਉਹਦੇ 'ਚ ਉਹਦਾ ਨਾਮ ਹੈ ਸ਼ਵੇਤਾਂਬਰ ਨੇ ਕਿਹਾ ਸੀ। ਕਹਾਣੀ ਵੱਡੀ ਹੈ, ਲੇਕਿਨ ਪ੍ਰੋਫੈਸਰ ਹਰਭਜਨ ਸਿੰਘ ਉਹਨਾਂ ਨੇ ਇੱਕ ਕਿਤਾਬ ਲਿਖੀ, ਉਹਦਾ ਨਾਮ ਹੈ ਖਾਮੋਸ਼ੀ ਦਾ ਜਜ਼ੀਰਾ। ਫਿਰ ਡਾਕਟਰ ਰਾਹੀ ਨੇ ਮੇਰੀ ਇੱਕ ਕਹਾਣੀ ਹੈ ਕਪਾਲ ਕਿਰਿਆ, ਉਹਦੇ ਬਾਰੇ ਬੜਾ ਕੁਛ ਲਿਖਿਆ। ਉਹ ਕਿਤਾਬ ਲਿਖਣ ਨੂੰ ਫਿਰ ਨਾ ਇੱਕ ਕਹਾਣੀ ਬਾਰੇ, ਛੋਟੀ ਜਿਹੀ ਕਹਾਣੀ ਹੈ 2.5 ਪੇਜ ਦੀ। ਅਤੇ ਫਿਰ ਮੈਂ ਕਹਿਣਾ ਹੁੰਦਾ ਵੀ ਇਹ ਜਿਹੜੀ ਡਾਕਟਰ ਹਰਭਜਨ ਸਿੰਘ ਨੇ ਜਿਹੜੀ ਕਹਾਣੀ 'ਤੇ ਲਿਖਿਆ ਹੈ, ਜਾਂ ਰਾਹੀ ਨੇ ਜਿਹੜੀ ਕਹਾਣੀ 'ਤੇ ਲਿਖੀਆਂ ਹੈ, ਉਹ ਕਹਾਣੀਆਂ ਅਸਲ 'ਚ ਮੇਰੀਆਂ ਨਹੀਂ ਹੈਗੀਆਂ, ਉਹ ਕਹਾਣੀਆਂ ਉਹਨਾਂ ਦੀਆਂ ਨੇ। ਯਾਨੀ ਜਿਹੜੀ ਕਹਾਣੀ 'ਤੇ ਲਿਖੀ ਹੈ ਨਾ ਉਹਨਾਂ ਨੇ, ਇਹ ਉਹਨਾਂ ਦੀ ਆਪਣੀ ਕਹਾਣੀ ਸੀ ਕੋਈ। ਉਹ ਮੇਰੀ ਕਹਾਣੀ ਦੇ ਵਿੱਚ ਹੀ ਆਪਣੀ ਕਹਾਣੀ ਪੜ੍ਹਦੇ ਰਹੇ, ਔਰ ਉਹਨਾਂ ਦੇ ਵਿੱਚ ਉਹੀ ਪਾਤਰ ਉਹਨਾਂ ਦੇ ਨਾਲ ਫਿਰਦੇ ਰਹੇ। ਮੇਰੀਆਂ ਕਹਾਣੀ ਤਾਂ ਹੋਰ ਸੀਗੀ, ਇਹ ਹੋਰ ਸੀਗੇ।
ਇਸ ਤਰ੍ਹਾਂ ਮੈਂ ਕਿਹਾ ਉਹ ਵੱਡੀਆਂ ਕਹਾਣੀਆਂ ਬਣ ਗਈਆਂ। ਉਹਨਾਂ ਨੇ 25 ਕਹਾਣੀਆਂ ਦਾ ਵਿਸ਼ਲੇਸ਼ਣ ਕੀਤਾ ਰਾਹੀ ਨੇ। ਉਹ ਪੜ੍ਹਨ ਵਾਲਾ ਹੈ, ਪਤਾ ਲੱਗਦਾ ਹੈ ਵੀ ਇਹ ਕਹਾਣੀ ਕੀ ਇੰਨਾ ਕੁਛ ਕਿਵੇਂ ਪੈਦਾ ਹੋ ਸਕਦਾ ਹੈ। ਕ੍ਰੀਏਸ਼ਨ ਹੈ। ਬਾਕੀ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਆਦਮੀ ਜਦੋਂ ਸਿਆਣਾ ਹੋਈ ਜਾਂਦਾ ਹੈ ਤਾਂ ਹਰ ਕਿਸਮ ਦੀ ਡਿਜ਼ਾਇਰ ਖਤਮ ਹੋਈ ਜਾਂਦੀ ਹੈ। ਫਿਰ ਆਦਮੀ ਥੱਕਣ ਲੱਗ ਜਾਂਦਾ ਹੈ, ਕਹਿੰਦਾ ਯਾਰ ਛੱਡੋ ਪਰੇ, ਯਾਨੀ ਕਲਮ ਚੱਕਣ ਤੋਂ ਵੀ ਜੀ ਨਹੀਂ ਕਰਦਾ, ਫਿਰ ਰਹਿਣ ਦਿਓ, ਕੰਪਿਊਟਰ 'ਤੇ ਵੀ ਨਹੀਂ ਬੈਠਣ ਨੂੰ ਜੀ ਕਰਦਾ, ਛੱਡ ਦਿਓ। ਜਿਹੜੀ ਇਹ ਪ੍ਰਗਤੀਵਾਦੀ ਕਹਾਣੀ ਸੀ ਜਾਂ ਹੋਰ ਵੀ ਦੂਸਰੀ ਪੰਜਾਬੀ ਕਹਾਣੀ ਬਾਹਰ ਨੂੰ ਬਹੁਤ ਫੈਲਦੀ ਆ, ਯਥਾਰਥ ਦਾ, ਆਲੇ ਦੁਆਲੇ ਦਾ ਚਿਤਰਨ ਤੇ ਹੋਰ ਇੱਕ ਬੰਦੇ ਦੇ ਅੰਦਰ ਦੁਨੀਆ ਜਿਹੜੀ ਪਈ ਆ, ਜਿਵੇਂ ਤੁਸੀਂ ਕਹਿੰਦੇ ਬੰਦੇ ਦੇ ਅੰਦਰ ਬੰਦੇ, ਜਿਹੜੀ ਤੁਹਾਡੀ ਵੱਖਰਤਾ ਪਹਿਚਾਣ ਹੀ ਇਹ ਆ ਕਿ ਬੰਦੇ ਦੇ ਅੰਦਰਲੇ ਕਿੰਨੇ ਬੰਦੇ ਫੜਦੇ। ਇਹ ਪੰਜਾਬੀ ਕਹਾਣੀ ਬਾਰੇ ਤੁਸੀਂ ਇਹਦੇ ਬਾਰੇ ਇਹਦੀ ਵਜ੍ਹਾ ਇਹ ਸੀ, ਦੇਖੋ ਮੈਂ ਕਈ ਵਾਰੀ ਸਾਫ਼ ਬੜੀ ਗੱਲ ਕਰਦਾ, ਜਿਹੜੀ ਪ੍ਰਗਤੀਵਾਦ ਹੈ ਇਹ ਕਮਿਊਨਿਸਟ ਪਾਰਟੀ ਦਾ ਪੈਦਾ ਕੀਤਾ ਹੋਇਆ ਹੈ। ਯਾਨੀ ਜਿਹੜੀ ਇੰਟਰਨੈਸ਼ਨਲ ਕਮਿਊਨਿਸਟ ਪਾਰਟੀ ਬਣ ਰਹੀ ਸੀ ਉਹਦਾ ਪੰਜਾਬ 'ਚ ਵੀ ਇਹ ਰਾਈਟਰ ਵੀ ਇੱਕ ਵਿੰਗ, ਜਿਸ ਤਰ੍ਹਾਂ ਇਪਟਾ ਵਾਲੇ ਨੇ ਉਹ ਡਰਾਮੇ ਦਾ ਵਿੰਗ ਸੀ। ਇਹ ਰਾਈਟਰ ਜਿਹੜੀ ਸੀ ਨਾ ਪੰਜਾਬੀ 'ਚ ਵੀ, ਪੰਜਾਬ ਦੇ ਵੀ ਜਿਹੜੇ ਰਾਈਟਰ ਸੀਗੇ, ਇਹ ਵੀ ਇੱਕ ਉਹਨਾਂ ਦਾ ਵਿੰਗ ਸੀ। ਇਹ ਇੱਕ ਖਾਸ ਉਹਨਾਂ ਨੂੰ ਤਰੀਕਾ ਸੀ, ਅਸੂਲ ਸੀਗੇ ਵੀ ਆਦਮੀ ਨੂੰ ਇਸ ਤਰ੍ਹਾਂ, ਗਰੀਬ ਨੂੰ ਇਹੋ ਜਿਹਾ ਦਿਖਾਉਣਾ ਹੈ, ਫਲਾਣੇ ਨੂੰ ਆਹ ਦਿਖਾਉਣਾ ਹੈ, ਦੁੱਖਾਂ ਭੁੱਖਾਂ ਦੀਆਂ ਗੱਲਾਂ ਕਰਨੀਆਂ, ਅਤੇ ਫਿਰ ਕਹਾਣੀ ਹੋਣੀ ਚਾਹੀਦੀ ਹੈ। ਔਰ ਉਹ ਠੀਕ ਹੈ, ਉਹ ਜਾਗਰਤੀ ਲਿਆਉਣ ਦਾ ਉਹਨਾਂ ਦਾ ਮਕਸਦ ਸੀਗਾ। ਉਹ ਆਪਣੇ ਤੌਰ 'ਤੇ ਕੰਮ ਕਰਦੇ ਰਹੇ। ਮੇਰਾ ਕੋਈ ਮਕਸਦ ਨਹੀਂ ਸੀ ਇਹੋ ਜਿਹਾ ਜਾਗਰਤੀ ਦਾ, ਇਸ ਲਈ ਮੈਂ ਉਹਨੂੰ ਕਹਿੰਦਾ ਵੀ ਇਹ ਸੀਮਤ ਹੋ ਗਏ ਨੇ ਵਜ੍ਹਾ, ਇਹਨਾਂ ਦੀ ਆਪਣੀ ਸੀਮਾ ਹੈ। ਮੈਂ ਉਹਨੂੰ ਨਿੰਦਦਾ ਨਹੀਂ ਹੈ, ਮੈਂ ਕਹਿੰਦਾ ਠੀਕ ਹੈ ਤੁਹਾਡੀ ਆਪਣੀ ਸੀਮਾ ਸੀ, ਤੁਸੀਂ ਆਪਣੀ ਸੀਮਾ 'ਚ ਕੰਮ ਕਰ ਲਿਆ, ਮੈਨੂੰ ਇਹ ਸੀਮਾ ਪਸੰਦ ਨਹੀਂ, ਮੈਂ ਨਹੀਂ ਸੀਮਾ ਚੱਲ ਸਕਦਾ। ਮੈਂ ਪੈਰ ਖੰਭ ਫੈਲਾਤੇ ਵੀ ਨਹੀਂ ਮੈਂ ਚਾਰੇ ਪਾਸੇ ਜਾਊਂਗਾ। ਇਹ ਨਹੀਂ ਹੈ ਮੇਰੀ ਉਹਨਾਂ ਨੂੰ ਦੁਸ਼ਮਣੀ, ਮੇਰੇ ਦੋਸਤ ਸਾਰੇ ਦੋਸਤ ਨੇ ਉਹ, ਲੇਕਿਨ ਉਹਨਾਂ ਦੀ ਆਪਣੀ ਸੀਮਾ ਸੀਗੀ ਜਿਹੜੀ ਉਹਨਾਂ ਨੇ ਆਪਣੇ ਆਪ 'ਤੇ ਪਾਈ ਹੋਈ ਸੀਗੀ, ਤਾਂ ਇਸ ਤਰ੍ਹਾਂ ਦੇ। ਕਈ ਇੱਕ ਇਤਰਾਜ਼ ਜਿਹੜਾ ਜਿਹਾ ਕਰਦੇ ਆ ਕਿ ਪ੍ਰੇਮ ਪ੍ਰਕਾਸ਼ ਜਿਵੇਂ 47 ਦਾ ਵਾਪਰਿਆ ਜਾਂ 84 ਜਾਂ ਹੋਰ ਇੱਕ ਵੱਡੀਆਂ ਘਟਨਾਵਾਂ ਜਿਨ੍ਹਾਂ ਨੇ ਪੰਜਾਬੀ ਬੰਦੇ ਦੇ ਮਨ ਨੂੰ ਘੜਨ 'ਚ ਜਾਂ ਉਹਨੂੰ ਬਦਲਣ 'ਚ ਇੱਕ ਬਹੁਤ ਵੱਡੀਆਂ ਘਟਨਾਵਾਂ ਹੈ। ਤੇ ਪ੍ਰੇਮ ਪ੍ਰਕਾਸ਼ ਨੇ ਉਹਨਾਂ ਚੀਜ਼ਾਂ ਦਾ ਉਸ ਤਰ੍ਹਾਂ ਕਹਾਣੀ 'ਚ ਉਹਨਾਂ ਦੇ ਨਹੀਂ ਆਇਆ ਜਿਵੇਂ ਬਾਕੀ ਕਹਾਣੀ 'ਚ ਵੀ ਆਇਆ, ਜਾਂ ਪ੍ਰੇਮ ਪ੍ਰਕਾਸ਼ ਦਾ ਇੱਕ ਆਪਣਾ ਵੀ ਦਾਇਰਾ ਬਣਦਾ, ਉਹ ਅਚੇਤਨ ਦਾ ਹੈ। ਨਹੀਂ, ਮੈਂ ਕਿਸੇ ਨੂੰ ਕਿਹਾ ਸੀਗਾ ਕਿ ਇੱਕ ਬਾਹਰਲੇ ਮੁਲਕ ਦੀ ਕੋਈ ਔਰਤ ਆਈ ਸੀ, ਉਹ ਦੇਖਦੀ ਸੀ 47 ਬਾਰੇ ਕਹਾਣੀਆਂ, ਅਤੇ ਮੈਨੂੰ ਮਿਲੀ, ਉਹ ਲੱਭ ਕੇ ਮਿਲੀ ਮੈਨੂੰ, ਅਤੇ ਮੈਨੂੰ ਕਹਿੰਦੀ ਤੁਸੀਂ 47 ਬਾਰੇ ਜਿਹੜੀ ਕਹਾਣੀ ਲਿਖੀ ਹੈ ਮੈਂ ਉਹਦੀ ਪਰਮਿਸ਼ਨ ਲੈਣਾ ਚਾਹੁੰਦੀ ਹਾਂ। ਮੈਂ ਕਿਹਾ ਮੈਂ ਤਾਂ ਲਿਖੀ ਕੋਈ ਨਹੀਂ ਹੈ। ਉਹਨੇ ਮੈਨੂੰ ਕਹਾਣੀ ਦਾ ਨਾਮ ਦੱਸਿਆ, ਮੈਂ ਕਿਹਾ ਹਾਂ ਉਹ ਲਿਖੀ ਹੈ, ਮੈਂ ਇੱਕ ਕਹਾਣੀ ਲਿਖੀ ਸਿਰਫ 47 ਬਾਰੇ। 47 ਦਾ ਦਰਅਸਲ ਮੈਂ ਉਸ ਵੇਲੇ ਬਹੁਤ ਤਕੜਾ ਸੀਗਾ, ਮੈਂ 9ਵੀਂ 'ਚ ਪੜ੍ਹਦਾ ਸੀ। 47 ਬਾਰੇ ਮੈਂ ਸਾਰੀ ਆਪਣੇ ਮੈਂ ਘਰ ਪਿੰਡਾਂ 'ਚ ਜਾ ਕੇ ਦੇਖਿਆ, ਸਾਰਾ ਕੁਛ ਸ਼ਹਿਰ 'ਚ ਵੀ ਦੇਖਿਆ, ਪਿੰਡਾਂ 'ਚ ਵੀ ਜਾ ਕੇ ਦੇਖਿਆ, ਲੇਕਿਨ ਉਹ ਐਡਾ ਵੱਡਾ ਹਾਦਸਾ ਸੀ, ਉਹ ਮੇਰੀ ਸਮਝ 'ਚ ਨਹੀਂ ਆਇਆ ਜਾਂ ਮੇਰੀ ਪਕੜ 'ਚ ਨਹੀਂ ਆਇਆ ਕਹਾਣੀਆਂ ਵਿੱਚ, ਮੈਂ ਕਹਾਣੀ ਨਹੀਂ ਲਿਖ ਸਕਿਆ। ਲੇਕਿਨ ਜਿਹੜੇ ਪੰਜਾਬ ਦੇ ਵਿੱਚ ਹੋਰ ਹੋਏ ਨੇ ਉਹਨਾਂ ਬਾਰੇ ਮੈਂ ਕਈ ਕਹਾਣੀਆਂ ਲਿਖੀਆਂ ਨੇ, ਉਹ ਬਾਰੇ ਬਹੁਤ ਅੱਛੀਆਂ ਕਹਾਣੀਆਂ ਨੇ। ਮੈਂ 4-5 ਕਹਾਣੀਆਂ ਲਿਖੀਆਂ ਜਿਨ੍ਹਾਂ ਬਾਰੇ ਮਤਲਬ ਮੈਨੂੰ ਪਤਾ ਸੀ, ਮੈਂ ਉਹ 'ਚ ਸਪੀਡ ਨਹੀਂ, ਇੱਕੋ ਹੀ ਕਹਾਣੀ ਵੱਡੀ ਸੀ ਉਹ। ਮੈਂ ਕਹਿੰਦਾ ਬਹੁਤ ਜ਼ਿਆਦਾ ਲਿਖਣਾ ਅੱਛਾ ਨਹੀਂ ਹੈ, ਠੀਕ ਨਹੀਂ ਹੈ, ਥੋੜ੍ਹਾ ਜਿਹੜਾ ਤੁਹਾਡੇ ਕੋਲ ਪਕੜ 'ਚ ਆ ਰਿਹਾ ਹੈ ਉਹ ਤੁਸੀਂ ਉਹੀ ਲਿਖ ਸਕਦੇ ਹੋ। ਫਿਰ ਕੁਛ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਜਿਹੜੇ ਲੋਕੀ ਚੱਲਦੇ ਨੇ, ਉਹ ਆਮ ਲਿਖਣ ਵਾਲੇ ਨਾ, ਉਹ ਵਕਤ ਦੇ ਨਾਲ, ਉਹ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਟੈਨਸ਼ਨ ਰਹੀ, ਧਰਮਾਂ ਦੀ ਟੈਨਸ਼ਨ ਰਹੀ, ਬਰਾਦਰੀਆਂ ਦੀ ਟੈਨਸ਼ਨ ਹੈਗੀ, ਕਈ ਆਦਮੀ ਨੇ ਉਹਨਾਂ ਨੇ ਕੁਛ ਖਾਸ ਕਿਸਮ ਦੀ ਕਹਾਣੀਆਂ ਲਿਖੀਆਂ, ਇੱਕ ਨਿਰਪੱਖ ਹੋਣ ਦੀ ਕੋਸ਼ਿਸ਼ ਕੀਤੀ, ਲੇਕਿਨ ਫਿਰ ਵੀ ਉਹ ਕਿਸੇ ਨਾ ਕਿਸੇ ਪਾਸੇ ਨੂੰ ਝੁਕ ਗਏ ਨੇ। ਅਤੇ ਮੈਨੂੰ ਇਹ ਗੱਲ ਲੱਗਦੀ ਸੀ ਵੀ ਇਹ ਅਸੀਂ ਹਿਪੋਕ੍ਰੇਸੀ, ਅਸੀਂ ਲੋਕਾਂ ਨੂੰ ਦਿਖਾਉਣ ਵਾਸਤੇ ਇੱਕ ਇਕੁਐਲਿਟੀ ਪੈਦਾ ਕਰ ਰਹੇ ਹਾਂ ਵਗੈਰਾ, ਬਹੁਤ ਸਾਰੀਆਂ ਇਹ ਸਾਡੇ ਅੰਦਰ ਕੋਡ ਹੈ, ਜਾਤਾਂ ਦਾ ਵੀ ਕੋਡ ਹੈ, ਧਰਮ ਦਾ ਵੀ ਕੋਡ ਹੈ, ਜਿਹੜੇ ਅਸੀਂ ਇੱਕ ਦੂਜੇ ਕੋਲੋਂ ਜੁਦਾ ਹੋਏ ਹੋਏ ਹਾਂ। ਨਹੀਂ, ਆਦਮੀ ਤਾਂ ਉਹੀ ਹੈ ਨਾ,
ਤੇ ਇਸ ਤਰ੍ਹਾਂ ਦਾ ਜਿਹੜਾ ਮੈਂ ਇਹ ਮੇਰੇ ਤੋਂ ਨਹੀਂ ਲਿਖ ਹੋਇਆ, ਇਹ ਵੀ ਹੈ ਮੇਰੀ, ਐਂ ਵੀ ਚਲੋ ਕਹਿ ਸਕਦਾ ਮੈਂ ਇਹੋ ਜਿਹੀ ਐਡੀ ਜ਼ਿਆਦਾ ਨਹੀਂ ਲਿਖ ਸਕਿਆ ਤੇ ਮੈਂ ਛੱਡਤਾ। ਮੈਨੂੰ ਲੱਗਦਾ ਕਿ ਪ੍ਰਗਤੀਵਾਦ ਤੇ ਪ੍ਰਭਾਵ ਇਹਦਾ ਪਿਆ ਕਿ ਧਰਮ ਨੂੰ ਵੀ ਇੱਕ ਨੈਗੇਟਿਵ ਤਰੀਕੇ ਨਾਲ ਹੀ ਵੱਧ ਦੇਖਿਆ ਗਿਆ, ਜਿਹਨੂੰ ਤੁਸੀਂ ਬਹੁਤ ਬਰੀਕੀ ਨਾਲ ਪਕੜਿਆ। ਉਹ ਦਰਅਸਲ ਮੈਂ ਦੱਸਿਆ ਨਾ ਵੀ ਉਹ ਸੰਸਥਾ ਜਿਹੜੀ ਇੱਕ ਆਰਗੇਨਾਈਜੇਸ਼ਨ ਸੀ ਨਾ, ਉਹ ਸਾਰੀ ਇੱਕ ਖਾਸ ਵਿਚਾਰਧਾਰਾ ਦੇ ਅੰਡਰ ਸੀਗੀ, ਔਰ ਉਹ ਵਿਚਾਰਧਾਰਾ ਕਰਕੇ ਆਪਣੇ ਆਪ ਨੂੰ ਸੀਮਿਤ ਉਹਨੇ ਕੀਤਾ ਸੀਗਾ। ਅੱਛਾ, ਉਹਦੇ ਵਿੱਚ ਵੀ ਇਹ ਵੀ ਸੀਗਾ ਤੁਸੀਂ ਪਰਮਾਤਮਾ ਦਾ ਵਿਰੋਧ ਕਰੋ, ਕਿਸੇ ਵੀ ਸ਼ਕਤੀ ਦਾ। ਮੈਂ ਤਾਂ ਕਹਿੰਦਾ ਹੁਣ ਕੋਈ ਵੀ ਸ਼ਕਤੀ ਨਹੀਂ, ਮੈਂ ਵੈਸੇ ਆਪ ਆਪਣੇ ਤੌਰ 'ਤੇ ਮੈਂ ਨੋਨ ਬਿਲੀਵਰ ਹੈ, ਮੈਂ ਕਿਸੇ ਪਰਮਾਤਮਾ ਨੂੰ ਨਹੀਂ, ਕਿਸੇ ਦੇਵਤਾ ਨੂੰ ਨਹੀਂ ਮੰਨਦਾ, ਕੁਛ ਨਹੀਂ ਮੰਨਦਾ ਹੈ। ਲੇਕਿਨ ਮੇਰੇ ਘਰ ਦੇ ਵਿੱਚ ਮੇਰੀ ਘਰ ਵਾਲੀ ਤਾਂ ਹੈ ਨਾ ਸੀ ਨਾ, ਮੇਰੀ ਘਰ ਵਾਲੀ ਸਨਾਤਨੀ ਸੀ, ਔਰ ਉਹਨੇ ਮੰਦਰ ਬਣਾਇਆ ਘਰ 'ਚ, ਪਿੱਛੇ ਮੰਦਰ ਹੈ ਸਾਡੇ, ਉਹ ਮੱਥਾ ਟੇਕਦੀ ਸੀ। ਕਈ ਵਾਰੀ ਮੈਨੂੰ ਬੁਲਾ ਲੈਣਾ ਉਹਨੇ, ਬੁਲਾ ਕੇ ਕਹਿਣਾ ਵੀ ਤੁਸੀਂ ਵੀ ਬਹਿ ਜਾਓ ਉੱਥੇ, ਮੈਂ ਜਾ ਕੇ ਬਹਿ ਜਾ, ਮੇਰੇ ਟਿੱਕਾ ਲਾ ਦੇਣਾ, ਮੈਂ ਟਿੱਕਾ ਵੀ ਲਵਾ ਲੈਂਦਾ ਸੀ। ਜੇ ਮੈਂ ਕਿਹਾ ਫਿਰ ਉਹਨੇ ਕਹਿਣਾ ਫੁੱਲੀਆਂ ਫੜਾ ਦੇਣੀਆਂ ਮੈਨੂੰ ਵੀ ਜਦੋਂ ਮੱਥਾ ਟੇਕਾਂਗੇ ਅਸੀਂ, ਤੁਸੀਂ ਵੀ ਸਿੱਟ ਦਿਓ, ਮੈਂ ਵੀ ਸਿੱਟ ਦਿੰਦਾ। ਅਤੇ ਉਹਦੇ ਨਾਲ ਨਾ ਮੈਨੂੰ ਲੱਗਦਾ ਵੀ ਜੇ ਇੰਨੀ ਕਰਨ ਦੇ ਨਾਲ ਮੇਰਾ ਚਾਰ ਜੀ ਮੇਰੇ ਟੱਬਰ ਖੁਸ਼ ਹੁੰਦਾ ਹੈ। ਮੇਰਾ ਮੁੰਡਾ ਹੁਣ ਵੀ ਮੱਥਾ ਟੇਕਦਾ ਉੱਥੇ, ਮੇਰੀ ਨੂੰਹ ਟੇਕਦੀ ਹੈ, ਘਰ 'ਚ ਮੰਦਰ ਹੈ, ਮੈਨੂੰ ਤਾਂ ਕੋਈ ਅੱਛੇ ਬੁਰੇ ਨਹੀਂ ਲੱਗਦੇ, ਮੈਨੂੰ ਅੱਛਾ ਲੱਗਦਾ। ਅੱਛਾ, ਫਿਰ ਮੈਂ ਸੋਚਿਆ ਵੀ ਆਖਰ ਇਹ ਸਾਡਾ ਮੁਲਕ ਬਹੁਤਾ ਮੰਨਣ ਵਾਲਾ ਹੈ, ਧਰਮ ਸਥਾਨਾਂ 'ਤੇ ਜਾਂਦਾ, ਫਲਾਣੀ ਥਾਂ ਜਾਂਦਾ, ਉਹ ਬਹੁਤ ਸਭ ਕੁਛ ਕਰਦੇ ਨੇ। ਮੈਂ ਉਹ ਗੱਲ ਇਹਨਾਂ ਦੀ ਮਨ ਦੀ ਗੱਲਾਂ ਵੀ ਸਮਝੀਆਂ, ਮੈਂ ਸਿਰਫ ਆਪਣੀ ਗੱਲ ਨਹੀਂ ਮੰਨੀ ਹੈ ਵੀ ਇਹੀ ਠੀਕ ਹੈ। ਮੈਂ ਕਹਿੰਦਾ ਇਹ ਵੀ ਠੀਕ ਨਹੀਂ, ਇਹ ਵੈਰਾਇਟੀ ਚਾਹੀਦੀ ਹੈ ਜ਼ਿੰਦਗੀ ਦੀ। ਜ਼ਿੰਦਗੀ 'ਚ ਇੰਨੀ ਹੁਣ ਤੁਹਾਡੀ ਖੁੱਲ੍ਹੜੀ ਹੋਣੀ ਚਾਹੀਦੀ ਹੈ ਵੀ ਤੁਸੀਂ ਸਾਰੇ ਧਰਮਾਂ ਨੂੰ ਬਰਦਾਸ਼ਤ ਕਰ ਸਕੋ। ਉਹ ਵਿਸ਼ਵਾਸ ਨਹੀਂ, ਆਸਥਾ ਹੈ ਉਹਨਾਂ ਦੀ। ਆਸਥਾ ਬਹੁਤ ਬੜੀ ਚੀਜ਼ ਹੁੰਦੀ ਹੈ। ਮੈਂ ਚਾਹੇ ਗਊ ਦਾ ਬਹੁਤਾ ਭਗਤ ਨਹੀਂ ਹਾਂ, ਲੇਕਿਨ ਜਦ ਆਸਥਾ ਦਾ ਮਸਲਾ ਆਉਂਦਾ ਤਾਂ ਮੈਂ ਉਹਨਾਂ ਦੀ ਹਮਾਇਤ ਵੀ ਕਰ ਦਿੰਦਾ। ਹੁਣ ਕੀ ਕਰੀਏ ਅਸੀਂ, ਹੁਣ ਇੱਥੇ ਗਊਆਂ ਫਿਰਦੀਆਂ ਨੇ, ਬਾਹਰ ਫਿਰਦੀਆਂ, ਸਾਡੇ ਖੇਤਾਂ ਚਲੀ ਜਾਂਦੀਆਂ ਨੇ, ਖੇਤਾਂ ਜਾ ਕੇ ਬਾਹਰ ਚਲੀ ਜਾਂਦੀਆਂ, ਅਤੇ ਉਹ ਯਾਨੀ ਬਰਬਾਦੀ ਕਰ ਰਹੀਆਂ ਨੇ। ਉਹ ਵਿਚਾਰੀਆਂ ਫਿਰ ਰਹੇ ਨੇ, ਉਹਨਾਂ ਨੂੰ ਬੈਠਣ ਨੂੰ ਥਾਂ ਨਹੀਂ ਹੈ। ਲੇਕਿਨ ਹੁਣ ਇਹਦਾ ਕੋਈ ਇਲਾਜ ਨਹੀਂ ਹੈ, ਸਾਡੇ ਕੋਲ ਕੋਈ ਇਲਾਜ ਨਹੀਂ ਹੈ। ਲੇਕਿਨ ਇਹ ਆਸਥਾ ਤਾਂ ਫਿਰ ਵੀ ਰਹਿਣੀ ਹੈ ਨਾ, ਅਸੀਂ ਨਹੀਂ ਕਰੀਏ। ਮੈਂ ਤਾਂ ਪਾਕਿਸਤਾਨ 'ਚ 2 ਵਾਰ ਜਾ ਕੇ ਆਇਆ, ਮੈਂ ਉੱਥੇ ਉਹਨਾਂ ਦੇ ਘਰਾਂ 'ਚ ਜਾ ਕੇ ਮੀਟ ਖਾ ਲੈਂਦਾ ਸੀ, ਮੈਨੂੰ ਤਾਂ ਕੋਈ ਤਕਲੀਫ ਨਹੀਂ ਹੈ। ਲੇਕਿਨ ਮੈਂ ਕਿਸੇ ਹਿੰਦੂ ਸਾਹਮਣੇ ਨਹੀਂ ਇਹ ਗੱਲ ਕਹਿੰਦਾ ਹੈ ਵੀ ਤੁਸੀਂ ਇਹੋ ਜਿਹਾ ਕਰੋ, ਤੁਸੀਂ ਆਪਣੀ ਮਰਜ਼ੀ ਕਰੋ। ਮੈਂ ਆਪਣੀ ਮਰਜ਼ੀ ਕੀਤੀ ਹੈ। ਖਾਸ ਤੌਰ 'ਤੇ ਜਿਵੇਂ ਤੁਹਾਡੀ ਕਹਾਣੀ ਡੈਡਲਾਈਨ ਇੱਕ ਬਹੁਤ ਪਹਿਚਾਣ ਬਣੀ, ਪ੍ਰੇਮ ਪ੍ਰਕਾਸ਼ ਦੀ ਡੈਡਲਾਈਨ ਇੱਕ ਐਡੀ ਪੀਕ ਹੈ ਨਾ ਵੀ ਜਿਹ ਤੋਂ ਲੱਗਦਾ ਵੀ ਹਾਂ ਬੰਦੇ ਦੇ, ਇੱਕ ਔਰਤ ਦੇ ਇੰਨੇ ਨਾ ਔਰਤਾਂ ਨੂੰ ਬੁਰੀ ਲੱਗਦੀ ਆ, ਜਿਹੜੇ ਸਾਡੇ ਕਾਲੇ ਚਿੱਟੇ ਪਾਤਰ ਸਿਰਜਦੇ ਰਹੇ ਆ, ਉਹ ਇੰਨੀਆਂ ਪਾਤਾਂ ਤੇ ਬਹੁਤ ਉਹਦੀ ਕੁਛ ਸਿਰਜਣ ਪ੍ਰਕਿਰਿਆ ਬਾਰੇ ਕੁਛ ਨਹੀਂ। ਉਹ ਕਹਾਣੀ ਵਾਸਤੇ ਨਾ ਮੇਰੇ ਕੋਲ ਪਹਿਲਾਂ, ਸਭ ਤੋਂ ਪਹਿਲਾਂ ਢੱਡੇ ਨੇ ਮੈਨੂੰ ਕੀਤਾ ਵੀ ਮੈਂ ਤੈਨੂੰ 10,000 ਰੁਪਇਆ ਦੇ ਦੂੰਗਾ। ਮੈਨੂੰ 2,500 ਰੁਪਇਆ ਦੇ ਦਿੱਤਾ, ਆਹ ਲੈ। ਅੱਜ ਤੋਂ ਮੇਰੇ ਕੋਲ 50 ਸਾਲ ਹੋ ਗਏ ਹੋਣਗੇ, 50 ਸਾਲ ਪਹਿਲਾਂ। ਮੈਂ ਕਿਹਾ ਚੰਗਾ। ਫਿਰ ਦੀਪਤੀ ਨਵਲ ਨੇ ਫਿਲਮ ਬਣਾਉਣੀ ਸੀ, ਉਹਨੇ ਕਿਹਾ ਮੈਨੂੰ ਚਾਹੀਦੀ ਹੈ। ਮੈਂ ਕਿਹਾ ਲੈ ਲਓ। ਅਤੇ ਉਹਨਾਂ ਨੇ ਫਿਰ ਮੈਨੂੰ ਐਗਰੀਮੈਂਟ ਕਰਕੇ ਅਤੇ ਮੈਨੂੰ ਕਹਿੰਦੇ 50,000 ਰੁਪਇਆ ਦਊਂਗਾ। ਮੈਂ ਕਿਹਾ ਚਲੋ ਦੇ ਦਿਓ। ਅਤੇ ਉਹ ਦੀਪਤੀ ਨਵਲ ਫਿਰ ਇੱਕ ਵਾਰੀ ਆਈ ਇੱਥੇ ਅੰਮ੍ਰਿਤਸਰ, ਉਹ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਪੁਰਾਣੀ, ਅਤੇ ਅੰਮ੍ਰਿਤਸਰ ਆਈ ਸੀ ਕਿਸੇ ਮਸਲੇ 'ਚ, ਅਤੇ ਉਹਨੇ ਮੈਨੂੰ ਬੁਲਾਇਆ ਵੀ ਆਪਾਂ ਜੇ 2 ਘੰਟੇ ਗੱਲਾਂ ਕਰ ਲਈਏ ਅਤੇ ਡੈਡਲਾਈਨ ਫਿਲਮ ਬਣਾਉਣੀ ਹੈ ਅਤੇ ਉਹਦੇ ਬਾਰੇ ਤੁਹਾਡੇ ਕੋਲ ਗੱਲਾਂ ਕਰ। ਮੈਂ ਕਿਹਾ ਚਲੋ ਕਰ ਲੂੰਗਾ। ਮੈਂ ਚਲੇ ਗਿਆ ਉੱਥੇ ਅੰਮ੍ਰਿਤਸਰ। ਉਹ ਜਾ ਕੇ ਹੋਟਲ 'ਚ ਬੈਠੇ ਅਤੇ ਅਸੀਂ ਗੱਲਾਂ ਕਰਦੇ ਹਾਂ। ਮੈਨੂੰ ਪੁੱਛਣ ਲੱਗੇ ਵੀ ਅਸਲੀ ਗੱਲ ਦੱਸੋ ਮੈਨੂੰ, ਵੀ ਅਸਲੀ ਕਰੈਕਟਰ ਕੀ ਸੀ ਇਹ। ਮੈਂ ਕਿਹਾ ਫਿਰ ਅਸਲੀ ਕਰੈਕਟਰ ਇਹ ਇਸੇ ਤਰ੍ਹਾਂ ਹੀ ਔਰਤ ਸੀ, ਅਤੇ ਮੇਰੇ ਜਿਹੜੀ ਤਜਰਬਾ ਹੈ, ਅਤੇ ਉਹਦੇ ਇੱਕ ਬੱਚਾ ਸੀ, ਅਤੇ ਹਸਬੈਂਡ ਸੀ ਉਹਦਾ, ਨੌਕਰੀ ਕਰਦਾ ਸੀ, ਅਤੇ ਇਸ ਤਰ੍ਹਾਂ ਮੇਰਾ ਉਹਦੇ ਕੋਲ ਜਾਣਾ ਆਉਣਾ ਸੀਗਾ। ਅਤੇ ਉੱਥੇ ਸਾਡੇ ਦਰਮਿਆਨ 'ਚ ਜਿਹੜਾ ਮੁਹੱਬਤ ਦਾ ਜਜ਼ਬਾ ਪੈਦਾ ਹੋਇਆ, ਉਹਦੀਆਂ ਸ਼ੇਡਸ ਮੇਰੇ ਕੋਲ ਬਹੁਤ ਸੀਗੀਆਂ। ਉਹ ਇੰਨੇ ਗੂੜ੍ਹੇ ਸ਼ੇਡ ਬਣੇ ਹੋਏ ਸੀਗੇ, ਅਤੇ ਮੈਨੂੰ ਉਹਦੇ ਵਿੱਚੋਂ ਹੀ ਕਹਾਣੀ, ਉਹ 'ਚੋਂ ਔਰਤ ਦੇ ਵਿੱਚੋਂ ਜਿਹਨੂੰ ਮੈਂ ਜਾਣੀ ਸਮਝੇ, ਉਹ 'ਚੋਂ ਮਾਂ ਦਿਸਣ ਲੱਗ ਗਈ। ਇਹ ਮਾਂ ਵੀ ਹੋ ਸਕਦੀ ਹੈ। ਫਿਰ ਉਹ ਯਾਨੀ ਉਹ ਬੱਚੇ ਦਾ ਕਰੈਕਟਰ ਹੈ ਜਿਹੜਾ ਨਾ, ਉਹ ਮੇਰੀ ਕ੍ਰੀਏਸ਼ਨ ਹੈ।
ਕਿਉਂਕਿ ਮੈਂ ਹੋਰ ਕਿਸੇ ਹੋਰ ਜਗ੍ਹਾ ਦੇਖਿਆ। ਦਰਅਸਲ ਇਹ ਸਾਰੀ ਗੱਲ ਇੱਕ ਸਾਡਾ ਦੋਸਤ ਸੀਗਾ, ਅਸਲੀ ਗੱਲ ਉਹਦੇ ਨਾਲ ਸੀਗੀ, ਉਹਨੇ ਮੈਨੂੰ ਸੁਣਾਈਆਂ ਸੀ ਗੱਲਾਂ। ਇਹ ਉਹ ਗੱਲਾਂ ਮੇਰੇ ਅੰਦਰ ਫਸ ਗਈਆਂ। ਫਿਰ ਮੈਂ ਦੀਪਤੀ ਨੂੰ ਨਾ ਦੱਸਣ ਲੱਗ ਗਿਆ, ਕਹਿੰਦੇ ਮੈਨੂੰ ਅਸਲੀ ਦੱਸੋ ਵੀ ਅਸਲੀ ਕੀ ਸੀ ਉਹ। ਮੈਂ ਫਿਰ ਦੱਸਿਆ, ਮੈਂ ਕਿਹਾ ਇਸ ਤਰ੍ਹਾਂ ਸੀ ਔਰ ਸੀ ਇਸ ਤਰ੍ਹਾਂ। ਫਿਰ ਉਹ ਕਿੱਥੇ ਚਲੀ ਗਈ? ਤੁਹਾਡੇ ਨਾਲ ਕਿੰਨੀ ਚਿਰ ਦੋਸਤੀ ਰਹੀ? ਮੈਂ ਕਿਹਾ ਮੇਰੇ ਨਾਲ ਕੋਈ 10 ਸਾਲ ਦੀ ਰਹੀ। ਕਿ ਫਿਰ ਉਹ ਸਾਹਿਬ ਦੇ ਤੁਹਾਡੇ ਫਿਜ਼ੀਕਲ ਰਿਲੇਸ਼ਨ ਵੀ ਸੀਗੇ? ਮੈਂ ਕਿਹਾ ਹਾਂ ਠੀਕ ਹੈ। ਫਿਰ ਕਿੱਥੇ ਗਈ? ਫਿਰ ਮੈਂ ਕਿਹਾ ਉਹ ਟ੍ਰਾਂਸਫਰ ਹੋ ਗਈ ਉਹਦੇ ਹਸਬੈਂਡ ਦੀ, ਆਸਨਸੋਲ ਚਲੀ ਗਈ। ਫਿਰ ਉਹ ਯਾਨੀ ਉਹ ਰੀਅਲ ਗੱਲ ਪੁੱਛਣੀ ਚਾਹੁੰਦੀ ਸੀ। ਹੁਣ ਉਹਨੂੰ ਇਹ ਨਹੀਂ ਪਤਾ ਵੀ ਮੈਂ ਜੋ ਹੁਣ ਤੈਨੂੰ ਦੱਸੂਗਾ ਇਹ ਕਿਹੜਾ ਅਸਲੀ ਹੈ। ਇਹ ਸਾਰੀਆਂ ਗੱਲਾਂ ਮੈਂ ਝੂਠ ਉਹਨੂੰ ਦੱਸਿਆ। ਉਹ ਖੁਸ਼ ਹੋ ਗਈ ਇਸ ਗੱਲ ਦੀ ਵੀ ਮੈਂ ਉਹ ਲਿਖਣ ਗਈ ਚੱਲੀ ਸੀ, ਕਹਿੰਦੀ ਮੈਂ ਹੁਣ ਚੱਲੀ ਹਾਂ ਇਹਦੀ ਸਕ੍ਰਿਪਟ ਲਿਖਣ ਵਾਸਤੇ ਅਤੇ ਮੈਨੂੰ ਅਸਲੀਆਂ ਗੱਲਾਂ ਦੱਸ ਦਿਓ। ਮੈਂ ਉਹ ਸਾਰੀਆਂ ਮੈਂ ਇਸ ਤਰ੍ਹਾਂ ਹੀ ਆਪਣੀਆਂ ਬਹੁਤ ਸਾਰੀਆਂ ਕਿਤਾਬਾਂ ਦੀਆਂ ਨਾ ਡੈਡਲਾਈਨ ਦੀ ਵੀ ਇਹ ਲਿਖੀ ਸੀ ਵੀ ਇਹਨਾਂ ਦੇ ਅਸਲੀ ਔਰਤਾਂ ਕੌਣ ਸੀਗੀਆਂ। ਇਹ ਉਹ ਕਿਤਾਬ ਦੇ ਵਿੱਚ ਮੈਂ ਕੋਈ 10 ਕਹਾਣੀਆਂ ਦੀਆਂ ਔਰਤਾਂ ਲਿਖੀਆਂ ਪਾਰੀਆਂ ਦੀਆਂ। ਇੱਕ ਕਹਾਣੀ ਦੇ ਵਿੱਚ 5 ਔਰਤਾਂ ਨੇ, ਰਜ਼ੀਆ ਹੈ ਫਲਾਣੀ, ਵੀ ਉਹ ਕੌਣ ਨੇ। ਮੈਂ ਸਾਰਿਆਂ ਬਾਰੇ ਲਿਖਿਆ ਕਿਤਾਬ 'ਚ ਵੀ ਇਹ ਕੌਣ ਨੇ, ਕਿੱਥੋਂ ਆਈਆਂ ਨੇ, ਮੇਰੇ ਕੋਲ ਕਿੱਥੋਂ ਆਈਆਂ। ਉਹ ਮੈਂ ਪਬਲਿਸ਼ਰ ਨੂੰ ਕਿਤਾਬ ਦਿੱਤੀ, ਆਟੋਬਾਇਓਗ੍ਰਾਫੀ ਸੀ ਉਹ, ਅਤੇ ਪਬਲਿਸ਼ਰ ਨੇ ਹੱਸਿਆ ਪੜ੍ਹ ਕੇ। ਉਹ ਕਹਿੰਦਾ ਇਹ ਵੀ ਸਾਰੀਆਂ ਕਹਾਣੀਆਂ ਹੀ ਹੈ। ਜਿਸ ਤਰ੍ਹਾਂ ਮੈਂ ਹੋਰ ਕਹਾਣੀਆਂ ਪਾਈਆਂ। ਮੈਂ ਕਿਹਾ ਮੈਂ ਕਿਸੇ ਨੂੰ ਹੁਣ ਉਸ ਅਸਲੀ ਪਾਤਰ ਦੇ ਘਰ ਛੱਡਿਆ ਵਾਂ? ਇਹ ਤਾਂ ਨਹੀਂ ਹੋ ਸਕਦਾ। ਤੁਸੀਂ ਮੈਨੂੰ ਹੁਣ ਦੁਬਾਰਾ ਚੌਥੀ ਵਾਰੀ ਪੁੱਛ ਲਓ ਮੈਨੂੰ, ਤੁਸੀਂ ਫਿਰ ਪੁੱਛੋ ਨਾ, ਮੈਂ ਉਹ ਸਾਰੀਆਂ ਕਹਾਣੀਆਂ ਮੁੜ ਕੇ ਹੋਰ ਲਿਖ ਦੂੰਗਾ। ਉਹ ਹੋਰ ਹੋਣਗੀਆਂ ਕੋਈ। ਅਸਲੀ ਕਹਾਣੀ ਕਿੱਥੋਂ ਦੱਸਦੀ? ਅਸਲੀ ਕਹਾਣੀ ਹੈ ਹੀ ਕੋਈ ਨਹੀਂ। ਇਸ ਤਰ੍ਹਾਂ ਉਹਦੇ ਰੌਲਾ ਵੀ ਰਿਹਾ। ਬਹੁਤ ਸਾਰੇ ਕਹਾਣੀਕਾਰਾਂ ਨੇ ਤੁਹਾਡੀ ਕਹਾਣੀ ਵਰਗੀ ਕਹਾਣੀ ਲਿਖਣ ਦੀ ਕੋਸ਼ਿਸ਼ ਕੀਤੀ ਤੁਹਾਡੇ ਤੋਂ ਬਾਅਦ, ਪਰ ਉਹਨਾਂ ਤੋਂ ਗੱਲ ਬਣੀ ਨਹੀਂ। ਉਹ ਦੇਖੋ ਜੀ, ਹਰੇਕ ਦੀ ਸੀਮਾ ਹੈ ਆਪਣੀ। ਮੈਂ ਕਹਿੰਦਾ ਕੋਈ ਨਾ, ਉਹਨਾਂ ਵਿਚਾਰਿਆਂ ਨੇ ਐਫਰਟ ਤਾਂ ਕੀਤੀ ਨਾ, ਕੀਤੀ ਹੈ। ਬਹੁਤ ਸਾਰੇ 10-12 ਆਦਮੀ ਨੇ ਜਿਹਨੇ ਇਹੋ ਜਿਹੀ ਕੋਸ਼ਿਸ਼ ਕੀਤੀ ਹੈ। ਅੱਛਾ, ਮੈਨੂੰ ਉਹ ਠੀਕ ਨਹੀਂ ਲੱਗੇ ਜਿਨ੍ਹਾਂ ਨੇ ਬਿਲਕੁਲ ਨਕਲ ਕੀਤੀ ਹੈ ਮੇਰੀ, ਜਿਨ੍ਹਾਂ ਨੇ ਮੇਰੀ ਫਿਕਰੇ ਚੱਕ ਕੇ ਲਾਤੇ ਨੇ, ਮੇਰੀ ਇੱਕ ਤਾਂ ਕਹਾਣੀ ਦੀ ਬਹੁਤ ਸਾਰੀਆਂ ਗੱਲਾਂ ਕਰਤੀਆਂ। ਉਹ ਮੈਂ ਫਿਰ ਉਹਨਾਂ ਨੂੰ ਕਿਹਾ ਵੀ 1-2 ਬੰਦਿਆਂ ਨੂੰ, ਮੈਂ ਕਿਹਾ ਉਹ ਮੈਨੂੰ ਗੁਰੂਦੇਵ ਕਹਿੰਦੇ ਸੀਗੇ, ਮੈਨੂੰ ਚਿੱਠੀ ਲਿਖਦੇ ਸੀਗੇ। ਉਹ ਮੈਂ ਕਿਹਾ ਇਹ ਗੁਰੂ ਕਹਿ ਕੇ ਨਹੀਂ ਕੋਈ ਤੁਸੀਂ ਐਂ ਕਰ ਚੰਗਾ ਲੱਗਦਾ। ਤੁਸੀਂ ਮੇਰੀ ਨਕਲ ਨਾ ਕਰੋ, ਤੁਸੀਂ ਆਪਣੀ ਚੀਜ਼ ਪੈਦਾ ਕਰੋ ਤਾਂ ਤੁਸੀਂ ਕਹਾਣੀਕਾਰ ਬਣੋਗੇ, ਨਹੀਂ ਤੁਸੀਂ ਮਰ ਜਾਓਗੇ, ਮਾਰੇ ਜਾਓਗੇ, ਤਾਂ ਕੋਈ ਫਾਇਦਾ ਨਹੀਂ ਹੈ। ਅਤੇ ਮੈਂ ਫਿਰ ਉਹ ਕਹਿੰਦੇ ਸੀ, ਮੈਂ ਕਿਹਾ ਤੁਸੀਂ ਮੈਨੂੰ ਗੁਰੂਦੇਵ ਲਿਖਿਆ ਨਾ, ਇਹ ਗਲਤ ਲਿਖਿਆ ਹੈ। ਮੈਂ ਕਿਹਾ ਮੇਰਾ ਕੋਈ ਗੁਰੂ ਨਹੀਂ ਹੈ। ਮੈਂ ਆਪਣੇ ਆਪ ਨੂੰ ਲਿਖਦਾ ਸੀ। ਮੈਂ ਇੱਕ ਆਰਟੀਕਲ ਲਿਖਿਆ ਸੀ, ਮੈਂ ਬੇਪੀਰ ਹਾਂ। ਇਹ ਮੇਰੀਆਂ ਸ਼ੁਰੂ ਦੀ ਕਿਤਾਬ 'ਚ ਹੈ। ਮੈਂ ਬੇਪੀਰ ਹਾਂ, ਮੇਰਾ ਕੋਈ ਉਸਤਾਦ ਨਹੀਂ, ਮੈਂ ਬੇਉਸਤਾਦਾ ਜੰਮਿਆ ਹੋਇਆ, ਆਪਣਾ ਉਸਤਾਦ ਮੈਂ ਆਪ ਹੈ। ਇਹ ਤੁਸੀਂ ਜਜ਼ਬਾ ਪੈਦਾ ਕਰੋ, ਫਿਰ ਤੁਸੀਂ ਆਪਣਾ ਲਿਖੋ। ਮੈਨੂੰ ਲੱਗਦਾ ਕਿ ਜਿਹੜੀ ਮਿੱਥ ਦੀ ਸਮਝ ਤੁਹਾਨੂੰ ਸੀ, ਕਿਉਂਕਿ ਉਹ ਮਿੱਥ ਤੋਂ ਬਿਨਾਂ ਕਹਾਣੀਆਂ ਨਹੀਂ ਬਣ ਸਕਦੀਆਂ ਸੀ। ਮਿੱਥ ਦਾ ਓਡਾ ਗਹਿਰਾ ਅਨੁਭਵ ਜਾਂ ਉਹਦੀ ਸਮਝ ਹੋਣਾ, ਉਹ ਜਿਹੜਾ ਤੁਹਾਡੇ ਹਿੱਸੇ ਆਇਆ। ਲੋਕਾਂ ਦੇ ਦਿਮਾਗ ਦੇ ਵਿੱਚ ਜਿਹੜੀ ਮਿਥੋਲੋਜੀ ਹੈ ਨਾ, ਇਹ ਹੈ ਮਿੱਥ ਦਾ ਮਤਲਬ ਇਹ ਝੂਠ ਹੈ। ਮਿਥਿਹਾਸ ਵੀ ਉਹਦੇ ਨਾਲ ਹੀ ਬਣਦਾ ਹੈ। ਸਾਡੇ ਕੋਲ ਹਿੰਦੂਆਂ ਕੋਲ ਕੋਈ ਹਿੰਦੂ ਇੱਥੇ ਧਰਮ ਦੇ ਵਿੱਚ ਕੋਈ ਇਤਿਹਾਸ ਨਹੀਂ ਹੈ। ਅਸੀਂ ਹਿਸਟਰੀ ਨਹੀਂ ਕੋਈ ਮੇਨਟੇਨ ਕੀਤੀ ਹੋਈ। ਅਸੀਂ ਮਿਥਿਹਾਸ ਲਿਖੇ ਨੇ, ਸਾਰੇ ਮਿਥਿਹਾਸ ਰਚੇ ਨੇ। ਸਾਡੇ ਕੋਲ ਇਤਿਹਾਸ ਨਹੀਂ। ਇਤਿਹਾਸ ਅਰਬਾਂ ਕੋਲ ਸੀ ਜਾਂ ਹੋਰਾਂ ਮੁਲਕਾਂ ਕੋਲ ਸੀ ਇਤਿਹਾਸ। ਉਹ ਇਤਿਹਾਸ ਲਿਖਦੇ ਸੀ, ਤਰੀਕਾਂ ਲਿਖਦੇ ਸੀ। ਅਸੀਂ ਨਹੀਂ ਲਿਖਿਆ। ਅਸੀਂ ਕਹਿੰਦੇ ਇਹ ਨਿਰੰਤਰ ਜ਼ਿੰਦਗੀ ਹੈ। ਯਾਨੀ ਮਹਾਂਭਾਰਤ ਤੋਂ ਲੈ ਕੇ ਹੁਣ ਤੱਕ ਅਸੀਂ ਨਿਰੰਤਰ ਉਸ ਜ਼ਿੰਦਗੀ 'ਚ ਮਿਥਿਹਾਸ ਜੀ ਰਹੇ ਹਾਂ। ਹੁਣ ਵੀ ਮਿਥਿਹਾਸ ਰਚਿਆ ਜਾ ਰਿਹਾ। ਜਿਹੜੀਆਂ ਮੈਂ ਕਹਾਣੀਆਂ ਲਿਖਦਾ ਉਹ ਵੀ ਮਿਥਿਹਾਸ ਹੀ ਬਣੀਆਂ ਨਹੀਂ। ਬਹੁਤ ਸਾਰਾ ਕੁਝ ਮਿਥਿਹਾਸ ਹੈ। ਆਖੋ ਨਹੀਂ ਮਿਥਿਹਾਸ ਦਾ ਮੈਂ ਕੀ ਕੱਢ ਕੇ ਇੱਥੇ ਪਾਤਾ ਹੈ। ਜਿਹੜੀ ਲੋਕ ਸਵੈ ਜੀਵਨੀ ਦੀ ਲਿਖਦੇ ਆ, ਸਵੈ ਜੀਵਨੀ ਲਿਖਣ ਦਾ, ਤੁਸੀਂ ਲੱਗਦਾ ਕਿ ਬੰਦਾ ਆਪਣੇ ਬਾਰੇ ਇੱਕ ਕਿਤਾਬ ਲਿਖਦੀ ਤੇ ਉਹਨਾਂ ਆਪਣੇ ਜੀਵਨ ਦਾ ਸੱਚ ਲਿਖਦਾ, ਬਾਕੀ ਸਵੈ ਜੀਵਨੀਆਂ ਲਿਖਦੀਆਂ, ਇਹਦੇ ਬਾਰੇ ਤੁਸੀਂ ਕਹੋਗੇ? ਤੁਸੀਂ ਲਿਖੀ ਆ ਬੰਦੇ? ਵੈਸੇ ਸਵੈ ਜੀਵਨੀਆਂ ਮੈਂ ਪੜ੍ਹਦਾ ਹੁੰਦਾ ਸੀ। ਮੈਂ ਉਰਦੂ ਦੀਆਂ ਵੀ ਪੜ੍ਹੀਆਂ ਸੀਗੀਆਂ, ਹਿੰਦੀ 'ਚ ਵੀ ਪੜ੍ਹੀਆਂ ਜੋ ਸਵੈ ਜੀਵਨੀਆਂ, ਅਤੇ ਹੋਰ ਵੀ ਪੜ੍ਹਦਾ ਸੀਗਾ ਮੈਂ। ਅਤੇ ਫਿਰ ਮੈਨੂੰ ਵੀ ਖਿਆਲ ਆਇਆ ਜਦੋਂ ਕਹਾਣੀ ਜਰਾ ਘਟ ਗਈ
ਤੇ ਮੈਂ ਕਿਹਾ ਮੈਂ ਸਵੈ ਜੀਵਨੀ ਲਿਖਣਾ। ਮੈਂ ਉਹਦਾ ਨਾਮ ਰੱਖਿਆ ਆਤਮ ਮਾਇਆ। ਆਤਮ ਦਾ ਮਤਲਬ ਮੈਂ ਆਪਣਾ, ਮਾਇਆ ਦਾ ਮਤਲਬ ਮਿਸਟਰੀ। ਮਿਸਟਰੀ ਹੈ ਮਾਇਆ, ਸਰਟਨ ਨਹੀਂ, ਅਨਸਰਟਨ ਚੀਜ਼। ਇਲੂਜਨ, ਇਲੂਜਨ ਹੈ। ਹੁਣ ਇਲੂਜਨ ਹੈ ਜਿਹੜਾ ਨਾ, ਇਹ ਮੇਰੀ ਅੱਖ ਦਾ ਵੀ ਹੈ, ਇਹ ਪਾਠਕ ਦੀ ਅੱਖ ਦਾ ਵੀ ਹੈ। ਇਹ ਮੈਂ ਜਿਹੜਾ ਕੁ ਲਿਖ ਰਿਹਾ ਇਹ ਮੇਰਾ ਸੱਚ ਹੈ, ਮੈਂ ਉਹ 'ਚ ਲਿਖਿਆ। ਮੈਂ ਕਿਹਾ ਇਹ ਮੈਨੂੰ ਸੱਚ ਲੱਗਿਆ ਤਾਂ ਮੈਂ ਲਿਖ ਰਿਹਾ। ਇਹ ਬਹੁਤ ਸਾਰਿਆਂ ਨੂੰ, ਹੋਰਾਂ ਨੂੰ ਵੀ ਸੱਚ ਲੱਗੂਗਾ, ਉਹ ਵੀ ਲਿਖਣਗੇ। ਹੁਣ ਪਤਾ ਨਹੀਂ ਕਿੰਨਾ ਸੱਚ ਹੈ ਉਹ 'ਚ, ਕਿੰਨਾ ਝੂਠ ਹੈ, ਇਹ ਨਹੀਂ ਅਸੀਂ ਕਹਿ ਸਕਦੇ। ਮੈਂ ਇਹੀ ਬਿਲਕੁਲ ਉਹ ਮਿਥਿਹਾਸ ਦੀ ਨਾ ਇਹ ਨਾਲ ਚੱਲ ਰਹੀ ਸਿਲਸਿਲਾ, ਮਿਥਿਹਾਸ ਦਾ ਸਿਲਸਿਲਾ ਹੈ ਵੀ ਅਸੀਂ ਨਹੀਂ ਕਹਿ ਸਕਦੇ ਕਿੰਨਾ ਸੱਚ ਹੈ। ਮੈਂ ਉਹਦੇ ਵਿੱਚ ਕਹਾਣੀਆਂ ਦੀਆਂ ਲਿਖਿਆ ਸੀ, ਕਹਾਣੀਆਂ ਦੀ ਡੈਡਲਾਈਨ ਦੀ, ਫਲਾਣੀ ਕਹਾਣੀ ਦੀ ਫਲਾਣੀ ਔਰਤ, ਫਲਾਣੀ ਕਹਾਣੀ ਦੀ ਫਲਾਣੀ ਔਰਤ। ਉਹ 'ਚ ਖਬਰ ਕਿੰਨੀਆਂ ਝੂਠ ਨੇ, ਝੂਠੀਆਂ ਕਹਾਣੀਆਂ ਲਿਖੀਆਂ ਹੋਈਆਂ। ਝੂਠੀਆਂ ਕਹਾਣੀ ਦਾ ਮਤਲਬ ਕਹਾਣੀਆਂ ਹੈ, ਕਥਾ ਪਾਈਆਂ ਹੋਈਆਂ ਨੇ। ਹੁਣ ਉਹ ਮੈਂ ਲਿਖਤੀ, ਅੱਛਾ ਉਹ ਮੇਰੇ ਪਬਲਿਸ਼ਰ ਨੂੰ ਚੰਗੀ ਲੱਗੀ। ਉਸ ਤੋਂ ਬਾਅਦ ਮੈਨੂੰ ਕਹਿੰਦੇ ਜੀ ਤੁਸੀਂ ਇੱਕ ਕੰਮ ਨਹੀਂ ਕੀਤਾ। ਮੈਂ ਕਿਹਾ ਕੀ? ਕਹਿੰਦੇ ਤੁਸੀਂ 26 ਸਾਲ ਅਖਬਾਰ 'ਚ ਨੌਕਰੀ ਕੀਤੀ ਹੈ। ਮੈਂ ਕਿਹਾ ਹਾਂ। ਆਖਿਰ ਤੁਸੀਂ ਅਖਬਾਰ ਦੀ ਜ਼ਿੰਦਗੀ ਬਾਰੇ ਨਹੀਂ ਲਿਖਿਆ ਇਹਦੇ 'ਚ ਵੀ ਤੁਸੀਂ ਅਖਬਾਰ 'ਚ ਕੰਮ ਕੀਤਾ। ਮੈਂ ਕਿਹਾ ਮੈਂ ਨਫ਼ਰਤ ਹੈ ਅਖਬਾਰ ਤੋਂ, ਮੈਨੂੰ ਸਖਤ ਨਫ਼ਰਤ ਹੈ ਅਖਬਾਰ ਨਵੀਸਾਂ ਤੋਂ, ਮੈਨੂੰ ਨਫ਼ਰਤ ਹੈ ਮੀਡੀਆ ਦੇ ਬੰਦਿਆਂ ਨਾਲ। ਮੈਂ ਉਹਨਾਂ ਨੂੰ ਘਰ ਨਹੀਂ ਪੜ੍ਹਨ ਦਿੰਦਾ, ਹੁਣ ਵੀ ਨਫ਼ਰਤ ਹੈ। ਫਿਰ ਕਹਿੰਦੇ ਇੰਨੀ ਨਫ਼ਰਤ ਕਿਉਂ? ਮੈਂ ਕਿਹਾ ਇਹਦੀ ਵੀ ਵਜ੍ਹਾ ਹੈ। ਮੈਂ 26 ਸਾਲ ਅਖਬਾਰ 'ਚ ਨੌਕਰੀ ਕੀਤੀ ਹੈ, ਮੈਨੂੰ ਰਿਸਕ ਮਿਲ ਗਿਆ, ਉੱਥੋਂ ਰੋਟੀ ਮਿਲੀ ਹੈ, ਲੇਕਿਨ ਮੈਨੂੰ ਫਿਰ ਆਪਣੇ ਕੰਮ ਨਾਲ ਨਫ਼ਰਤ ਸੀ। ਮੈਂ ਉੱਥੇ ਰਾਈਟਰਸ ਨੂੰ ਕਹਿੰਦਾ ਹੁੰਦਾ ਸੀ ਮੈਨੂੰ ਉੱਥੇ ਨਾ ਮਿਲਣ ਆਇਓ, ਉੱਥੇ ਮੈਂ ਇੱਕ ਜ਼ਲੀਲ ਆਦਮੀ ਬੈਠਾ ਹੁੰਦਾ, ਮਾੜਾ ਕੰਮ ਕਰ ਰਿਹਾ ਹੁੰਦਾ, ਮੈਨੂੰ ਠੀਕ ਨਹੀਂ ਲੱਗਦਾ ਉਹ। ਚਲੋ ਉੱਤੇ ਫਿਰ ਉਹਨੇ ਕਿਹਾ ਵੀ ਤੁਸੀਂ ਫਿਰ ਐਂ ਕਰੋ, ਤੁਸੀਂ ਇਹ ਕਿਤਾਬ ਲਿਖੋ ਵੀ ਤੁਹਾਨੂੰ ਜ਼ਿੰਦਗੀ ਕਿਉਂ ਮਾੜੀ ਲੱਗਦੀ ਹੈ, ਅਖਬਾਰੀ ਜ਼ਿੰਦਗੀ ਨੂੰ ਤੁਸੀਂ ਅਖਬਾਰ ਨਵੀਸਾਂ ਨੂੰ ਕਿਉਂ ਮਾੜਾ ਕਹਿੰਦੇ ਹੋ। ਮੈਂ ਫਿਰ ਕਿਤਾਬ ਲਿਖੀ, ਮੇਰੀ ਅਖਬਾਰ ਨਵੀਸੀ, ਉਹ ਵੀ ਮੇਰੀ ਆਟੋਬਾਇਓਗ੍ਰਾਫੀ ਹੈ। ਉਹ 'ਚ ਫਿਰ ਮੈਂ ਸਾਰੇ ਅਖਬਾਰਾਂ ਵਾਲੇ, ਉਰਦੂ ਅਖਬਾਰ, ਹਿੰਦੀ, ਸਾਰਿਆਂ ਬਾਰੇ ਲਿਖਿਆ ਵੀ ਕਿਵੇਂ ਕਰਦੇ ਹੁੰਦੇ, ਕਿਵੇਂ। ਦੋ ਚਾਰ ਖਾਸ ਗੱਲਾਂ ਬਹੁਤ ਗੱਲਾਂ ਜ਼ਿਆਦਾ ਇਹ ਸੀਗੀਆਂ ਵੀ ਇੱਕ ਤਾਂ ਜਿਹੜੀ ਮੀਡੀਆ ਨਾ, ਇਹਦੀ ਮੀਡੀਆ ਬਾਰੇ ਬਹੁਤਿਆਂ ਲੋਕਾਂ ਨੂੰ ਸਮਝ ਨਹੀਂ ਹੈ। ਮੀਡੀਆ ਜਿਹੜਾ ਅਖਬਾਰ ਹੈ ਨਾ, ਇਹ ਤਾਂ ਇੱਕ ਲੋਕਾਂ ਨੂੰ ਸਮਝਣ ਵਾਲੀ ਇਹ ਗੱਲ ਹੈ ਵੀ ਜੇ ਕੋਈ ਕੰਮ ਕਰਦਾ ਇੱਕ ਕਾਰੋਬਾਰ ਹੈ, ਹੱਟ ਹੈ, ਦੁਕਾਨ ਹੈ ਪਾਈ ਹੋਈ, ਉਹਨਾਂ ਨੇ ਪੈਸੇ ਕਮਾਉਣੇ ਹੈ, ਉਹਨਾਂ ਨੇ ਬੰਦੇ ਰੱਖਣੇ ਹੈ, ਬੰਦੇ ਰੱਖ ਕੇ ਇੱਕ ਪਾਲਿਸੀ ਬਣਾਉਣੀ ਹੈ ਵੀ ਅਸੀਂ ਕਿਹੋ ਜਿਹੀ ਪਾਲਿਸੀ 'ਤੇ ਚੱਲਣਾ ਹੈ, ਸਾਡਾ ਰਾਹ ਕੀ ਹੋਵੇ। ਅਤੇ ਜਿਹੜੇ ਅਸੀਂ ਬੰਦੇ ਹੁੰਦੇ ਹਾਂ, ਅਸੀਂ ਸਬ ਐਡੀਟਰ ਹੈ, ਸਾਡਾ ਕੰਮ ਹੈ ਸਾਨੂੰ ਦੱਸ ਦਿੰਦੇ ਸਾਡੀ ਪਾਲਿਸੀ ਹੈ, ਅਸੀਂ ਉਹਦੇ ਮੁਤਾਬਿਕ ਖਬਰ ਨੂੰ ਢਾਲ ਲੈਂਦੇ। ਖਬਰ ਉਹੀ ਹੁੰਦੀ ਹੈ, ਇੱਕ ਸਲਾਂਟ ਦਿੰਦੇ ਹਾਂ ਅਸੀਂ, ਬਸ ਖਬਰ ਦਾ ਕੁਛ ਨਾ ਕੁਛ ਬਣਾ ਦਿੰਦੇ ਹਾਂ। ਇਹੀ ਮੈਂ ਕਿਹਾ ਸਾਰੀ ਜ਼ਿੰਦਗੀ। ਅੱਛਾ ਉਹਨਾਂ ਨੇ ਪੈਸਾ ਕਮਾਉਣਾ ਹੁੰਦਾ, ਇਸ਼ਤਿਹਾਰ ਲੈਣੇ ਹੁੰਦੇ ਨੇ, ਉਹਨਾਂ ਨੇ ਵੀ ਤਾਂ ਰੋਟੀ ਖਾਣੀ, ਰੋਟੀ ਨਹੀਂ ਖਾਣੀ, ਬਲਕਿ ਉਹਨਾਂ ਨੇ ਇੱਕ ਅਖਬਾਰ ਦੇ 5 ਅਖਬਾਰ ਬਣਾਉਣੇ ਹੈ। ਗਰੋਥ, ਇਹ ਜਿੰਨੀ ਮੀਡੀਆ ਹੈ ਸਾਰਾ, ਚਾਹੇ ਸੋਸ਼ਲ ਮੀਡੀਆ, ਕਿਸੇ ਕਿਸਮ ਦਾ ਮੀਡੀਆ, ਜਿੰਨੇ ਵੀ ਮੀਡੀਆ ਨੇ, ਉਹਨੇ ਭਾਈ ਇਹ ਟ੍ਰੇਡ ਹੈ, ਉਹ ਟ੍ਰੇਡ ਕਰੇ। ਮੈਂ ਸਾਰੀ ਕੁਝ ਲਿਖਿਆ ਉਹਦੇ 'ਚ ਵੀ ਕਿਸ ਤਰ੍ਹਾਂ ਕਮਾਇਆ ਜਾਂਦਾ। ਅਸੀਂ ਖਬਰ ਆ ਗਈ ਸਾਡੇ ਕੋਲ, ਬਹੁਤ ਅੱਛੀ ਖਬਰ ਹੈ, ਅਸੀਂ ਉਹ ਖਬਰ ਦੇਣ ਲੱਗਦੇ ਹਾਂ, ਸਾਨੂੰ ਉਸ ਵੇਲੇ ਪਤਾ ਲੱਗਦਾ ਉਹ ਇਹ ਤਾਂ ਪੁਰਾਣੀ ਇੰਡਸਟਰੀਲਿਸਟ ਦੀ ਹੈ ਜਿਹੜਾ ਸਾਨੂੰ ਇਸ਼ਤਿਹਾਰ ਦਿੰਦਾ ਡੜੇ, ਅਸੀਂ ਕਿਲ ਕਰੋ, ਇੱਕ ਲਫ਼ਜ਼ ਹੈ ਕਿਲ ਦੀ ਨਿਊਜ਼। ਅਸੀਂ ਉਸੇ ਵੇਲੇ ਅਖਬਾਰ 'ਚ ਛੱਪੀ 'ਚ ਪਾਈ ਕੱਢ ਲੈਂਦੇ ਹਾਂ, ਕੱਢ ਕੇ ਛੱਡ ਦਿੰਦੇ ਹਾਂ, ਉਹਦੀ ਜਗ੍ਹਾ ਹੋਰ ਲਾ ਦਿੰਦੇ ਹਾਂ। ਮਤਲਬ ਬਹੁਤ ਸਾਰੀ ਜ਼ਿੰਦਗੀ ਸੀ, ਮੈਂ ਸਾਰੀ ਲਿਖਤੀ। ਅੱਛਾ ਇਹ ਲਿਖਣ ਤੋਂ ਬਾਅਦ ਫਿਰ ਮੈਨੂੰ ਇੱਕ ਖਿਆਲ ਆਇਆ, ਮੈਂ ਕਿਹਾ ਮੈਂ ਇੱਕ ਨਾ ਜਿਹੜੇ ਨਾ ਬੰਦੇ ਅੰਦਰ ਬੰਦੇ ਸੀ ਪਹਿਲਾਂ, ਉਹ ਕਿਸੇ ਪਬਲਿਸ਼ਰ ਦੀ ਛਾਪੀ ਹੋਈ ਸੀ, ਜਲੰਧਰ ਦੇ ਪਬਲਿਸ਼ਰ ਦੀ। ਅਤੇ ਉਹ ਮੈਨੂੰ ਪਬਲਿਸ਼ਰ, ਮੇਰਾ ਨਵਾਂ ਪਬਲਿਸ਼ਰ ਕਹਿੰਦਾ ਤੁਸੀਂ ਉਹ ਕਿਤਾਬ ਜੇ ਸਾਨੂੰ ਦੇ ਦਿਓ, ਅਸੀਂ ਤੁਹਾਨੂੰ ਜ਼ਿਆਦਾ ਪੈਸੇ ਦੇ ਦਾਂਗੇ। ਅਤੇ ਮੈਂ ਤਾਂ ਰਿਟਾਇਰ ਆਦਮੀ ਸੀ, ਮੈਨੂੰ ਤਾਂ ਕੋਈ ਵੀ ਪੈਸਾ ਦੇਵੇ ਤਾਂ ਮੈਂ ਕਹਿੰਦਾ ਚੱਲ ਮੈਂ ਕਰਦਾ, ਮੈਂ ਉਹ ਕਰਨਾ। ਉਹਨਾਂ ਨੇ ਪੁਰਾਣੇ ਜਿਹੜਾ ਪਬਲਿਸ਼ਰ ਸੀ ਉਹਨੇ ਮੈਨੂੰ ਰਾਈਟਸ ਨਹੀਂ ਮੋੜਿਆ ਨਾ ਸੀ। ਮੈਂ ਕਿਹਾ ਚੱਲ ਮੈਂ ਹੋਰ ਲਿਖ ਦਿੰਦਾ। ਮੈਂ ਉਸੇ ਕਿਤਾਬ ਦੀ ਨੂੰ ਐਡੀ ਵੱਡੀ ਕਿਤਾਬ ਬਣਾ ਦਿੱਤਾ, ਬਹੁਤ ਸਾਰੀਆਂ ਗੱਲਾਂ ਸਾਰੀਆਂ ਵਿੱਚ ਪਾਤੀਆਂ, ਹੋਰ ਸਾਰੀਆਂ। ਉਹਦੀ ਨਵੀਂ ਕਿਤਾਬ ਬਣਾਤੀ, ਦੇਖ ਬੰਦੇ ਦੇ ਭੇਖ।
ਆਦਮੀ ਭੇਖੀ ਹੈ। ਮੈਂ ਤੁਹਾਨੂੰ ਹੁਣ ਵੀ ਗੱਲਾਂ ਕਰਦਾ, ਇਹ ਵੀ ਭੇਖ ਹੈ। ਉਹ ਕਿਤਾਬ ਮੇਰੇ ਪਬਲਿਸ਼ਰ ਨੇ ਛਾਪੀ ਅਤੇ ਮੈਨੂੰ 20,000 ਰੁਪਈਆ ਦਿੰਦਾ ਸੀ ਕਿਤਾਬ ਲਿਖਣ ਦਾ। ਮੈਨੂੰ ਬੜੇ ਪੈਸੇ ਮਿਲੇ ਨੇ। ਪੰਜਾਬੀ ਦੇ ਵਿੱਚ ਲੋਕ ਨਾ ਕਈ ਰੋਂਦੇ ਨੇ ਬਹੁਤ ਸਾਰੇ। ਮੈਂ ਜਦੋਂ ਅਖਬਾਰ 'ਚੋਂ ਰਿਟਾਇਰ ਹੋਇਆ ਕੋਈ 28 ਸਾਲ ਪਹਿਲਾਂ, ਅਤੇ ਮੈਨੂੰ ਲੱਗਦਾ ਸੀ ਵੀ ਹੁਣ ਰੋਟੀ ਮੁੰਡੇ ਨੂੰ ਪੁੱਛੇ ਚਲਾ ਲਏਗਾ, ਕਹਿੰਦਾ ਆਹੋ ਹੀ ਚਲਾਊਂਗਾ। ਮੈਂ ਕਿਹਾ ਠੀਕ ਹੈ, ਚੱਲ ਕੋਈ ਨਾ। ਅੱਛਾ, ਉਹ ਰੋਟੀ ਤਾਂ ਠੀਕ ਚੱਲ ਪਈ, ਲੇਕਿਨ ਮੈਨੂੰ ਮੇਰੇ ਵਾਸਤੇ ਇੱਕ ਬਹੁਤ ਬੂਮ ਨਵੀਂ ਆ ਗਈ। ਮੈਨੂੰ ਅਵਾਰਡ ਮਿਲ ਗਿਆ ਸਾਹਿਤ ਅਕੈਡਮੀ ਦਾ, ਅਤੇ ਮੈਨੂੰ ਪਬਲਿਸ਼ਰ ਮੇਰੇ ਗੇੜੇ ਮਾਰਨ ਲੱਗ ਗਏ। ਅਤੇ ਜਿਉਂ ਮੈਨੂੰ ਮੇਰੀਆਂ ਸਾਰੀਆਂ ਕਿਤਾਬਾਂ ਪੈਸੇ ਦੇ ਕੇ ਛਾਪੀਆਂ ਉਹਨਾਂ ਨੇ। ਫਿਰ ਕਹਿੰਦੇ ਨਵੀਆਂ ਲਿਖੋ, ਫਿਰ ਮੈਂ ਨਵੀਆਂ ਲਿਖਣ ਲੱਗ ਗਿਆ। ਉਹਦੇ ਹਰੇਕ ਦੇ ਪੈਸੇ, ਹਰੇਕ ਦਾ ਮੈਨੂੰ 20,000 ਰੁਪਈਆ ਮਿਲਦਾ ਸੀ। ਫਿਰ ਉਸ ਤੋਂ ਬਾਅਦ ਮੈਨੂੰ ਕਹਿੰਦੇ ਤਰਜਮੇ ਕਰੋ। ਮੈਂ ਤਰਜਮੇ ਕਰਨ ਲਿਆ, ਉਰਦੂ ਦੀ ਮੰਟੋ ਸਾਰਾ ਤਰਜਮਾ ਕੀਤਾ। ਹਾਲੇ ਵੀ ਕਿਤਾਬ ਪਈ ਹੈ ਅਨਪਬਲਿਸ਼ਡ। ਉਹਦੇ ਬੜੇ ਪੈਸੇ ਕਮਾਏ ਮੰਟੋ ਨੇ, ਮੈਨੂੰ ਬੜਾ ਪੈਸਾ ਕਮਾਇਆ। ਟਰਾਂਸਲੇਸ਼ਨ 'ਚੋਂ ਬੜੇ ਪੈਸੇ। ਉਰਦੂ ਕਿਉਂਕਿ ਮੈਂ ਐਕਸਪਰਟ ਸੀ ਉਰਦੂ ਦਾ, ਅਤੇ ਪੰਜਾਬੀ 'ਚ ਮੈਂ ਮੂਹਰੇ ਰੱਖ ਕੇ ਫਟਾਫਟ ਲਿਖਣ ਦਾ। ਬੜੇ ਪੈਸੇ ਕਮਾਏ ਮੈਂ ਯਾਨੀ ਪਹਿਲਾਂ ਨੌਕਰੀ ਨਾਲੋਂ ਮੈਂ ਰਿਟਾਇਰ ਹੋ ਕੇ ਅਮੀਰ ਹੋਇਆ। ਤੁਸੀਂ ਗੱਲ ਕਰਦੇ ਜਿਹੜੀ ਕਹਾਣੀ ਤੁਹਾਡੇ ਅੰਦਰ ਬਣਦੀ ਆ, ਜਾਂ ਪਾਤਰ ਆਉਂਦੇ ਆ, ਕੁਛ ਬਣਦੇ ਆ, ਫਿਰ ਉਹ ਲਿਖਤ 'ਚ ਆਉਂਦੀ ਆ। ਇਹ ਪ੍ਰਕਿਰਿਆ 'ਚ ਕਿੰਨਾ ਕੁ ਟਾਈਮ ਲੱਗਦਾ? ਕਿਸ ਤਰ੍ਹਾਂ ਕਹਾਣੀ ਬਣਦੀ ਆ? ਜਾਂ ਜਦੋਂ ਤੁਸੀਂ ਲਿਖਦੇ ਆ ਉਦੋਂ ਕਹਾਣੀ ਕੋਈ ਹੋਰ ਸ਼ੇਪ ਲੈਂਦੀ ਆ? ਇਹ ਕਿਹਾ ਜਾਂਦਾ ਜਿਵੇਂ ਕਵਿਤਾ 'ਚ ਇੱਕ ਇਲਹਾਮ ਹੁੰਦਾ ਬੰਦੇ ਕੋਲ, ਆਪਣੇ ਆਪ ਉਸ ਪ੍ਰੋਸੈਸ 'ਚ ਬੰਦਾ ਹੁੰਦਾ, ਕ੍ਰੀਏਟਿਵ ਪ੍ਰੋਸੈਸ 'ਚ, ਜਿਸ ਚੀਜ਼ਾਂ ਆਪਣੇ ਆਪ ਇੱਕ ਰੂਪ ਲੈਂਦੀਆਂ। ਦੇਖੋ ਇਹ ਸਾਰੀ ਗੱਲਾਂ ਨਾ ਇਹ ਕਈ ਵਾਰ ਤਾਂ ਤੁਸੀਂ ਪਹਿਲਾਂ ਤਾਂ ਸ਼ੁਰੂ 'ਚ ਆਦਮੀ ਕਰਦਾ ਕੋਈ ਆਪਣੇ ਬੱਸ 'ਚ ਲਿਆ ਕੇ ਨਾ, ਕੋਈ ਥੋੜ੍ਹਾ ਬਹੁਤ ਤੋੜ ਭੰਨ ਕਰਦਾ, ਲੇਕਿਨ ਇੱਕ ਵਕਤ ਇਹੋ ਜਿਹਾ ਆਉਂਦਾ ਹੈ ਜਿਹੜਾ ਨਾ ਤੁਹਾਡੇ ਅੰਦਰ ਬਹੁਤ ਜੋਸ਼ ਪਾਉਂਦਾ ਹੈ। ਉਹ ਤੁਹਾਡੇ ਅੰਦਰ ਜਿਸ ਤਰ੍ਹਾਂ ਕੋਈ ਹੋਰ ਹੀ ਸ਼ਕਤੀ ਹੈ ਜਿਹੜੀ ਲਿਖਾਉਂਦੀ ਹੈ। ਮਤਲਬ ਤੁਸੀਂ ਆਪੇ ਲਿਖੀ ਹੈ ਨਾ, ਤੁਸੀਂ ਫਿਰ ਮੈਂ ਉਹ ਲਿਖ ਲੈਂਦਾ ਸੀ, ਕਿੰਨੇ ਸਾਲ ਲਿਖਦਾ ਰਿਹਾ, ਯਾਨੀ ਜਿਸ ਤਰ੍ਹਾਂ ਜਨੂੰਨ ਹੋਇਆ, ਪਾਗਲਪਨ ਹੋਇਆ ਪਿਆ। ਅੱਛਾ, ਲਿਖ ਕੇ ਮੈਂ ਫਿਰ ਹੈਰਾਨ ਹੁੰਦਾ ਸੀ। ਮੈਂ ਹੁਣ ਪੜ੍ਹਦਾ ਆਪਣੀਆਂ ਕਹਾਣੀਆਂ, ਮੈਂ ਹੈਰਾਨ ਹੁੰਦਾ ਇਹ ਮੈਂ ਲਿਖੀ ਹੈ। ਧਰਨ ਮੈਨੂੰ ਹੈਰਾਨੀ ਹੁੰਦੀ ਹੈ ਇਹ ਮੈਂ ਲਿਖੀ ਹੈ। ਫਿਰ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ, ਹੁਣ ਮੈਂ ਜੇ ਪੁਰਾਣੀਆਂ ਕਹਾਣੀਆਂ ਪੜ੍ਹਦਾ, ਮੇਰੀ ਕਹਾਣੀ ਹੈ ਕੋਠੀ ਵਾਲੀ, ਇੱਕ ਡੈਡਲਾਈਨ ਹੋਏ, ਮੈਂ ਜੇ ਪੜ੍ਹਦਾ ਮੈਂ ਆਪ ਰੋਂਦਾ ਰਹਿੰਦਾ, ਜਿਵੇਂ ਕਿਸੇ ਹੋਰ ਦੀ ਲਿਖੀ ਹੋਈ ਹੈ। ਉਹ ਪਾਤਰ ਮੈਨੂੰ ਦਿਖਦੇ ਨੇ, ਮੈਂ ਬੈਠਾ ਰੋਂਦਾ ਰਹਿੰਦਾ। ਉਹ ਮੇਰੇ ਪੈਦਾ ਕੀਤੇ ਹੋਏ ਕਰੈਕਟਰ ਮੈਨੂੰ ਰੋਈ ਜਾਂਦੇ ਨੇ। ਕਿੰਨੀਆਂ ਕਹਾਣੀਆਂ ਦੇ ਇਸ ਲਈ ਮੈਂ ਫਿਰ ਛੱਡਤੀਆਂ ਪੜ੍ਹਨੀਆਂ। ਮੈਂ ਕਿਹਾ ਮੈਂ ਆਪਣੀਆਂ ਕਹਾਣੀਆਂ ਬਣੀ ਪੜ੍ਹਨੀਆਂ। ਵੈਸੇ ਰੋਣ ਦਾ ਫਾਇਦਾ ਹੁੰਦਾ। ਮੈਂ ਇਹ 'ਤੇ ਆਰਟੀਕਲ ਵੀ ਲਿਖਿਆ, ਇੱਕ ਬੁਢੇਪੇ 'ਚ ਬਿਮਾਰੀ ਹੁੰਦੀ ਹੈ, ਅੱਖਾਂ ਨਾ ਡੇਲੇ ਸੁੱਕਣ ਲੱਗ ਜਾਂਦੇ ਨੇ, ਉਹ ਡਰਾਈ ਹੁੰਦੀ ਹੈ, ਅਤੇ ਕਿਸੇ ਡਾਕਟਰ ਕੋਲ ਜਾਓ ਨਾ, ਮੇਰੀ ਨਜ਼ਰ ਘਟ ਰਹੀ ਹੈ, ਉਹ ਬੁੱਢਿਆਂ ਨੂੰ ਇੱਕ ਦਵਾਈ ਦਿੰਦੇ ਆ, ਟੀਅਰਸ ਅਪ, ਵੀ ਉਹ ਤੁਪਕਾ ਪਾ ਲਿਆ ਕਰੋ, ਉਹਦੇ ਨਾਲ ਅੱਖਾਂ ਗਿੱਲੀਆਂ ਹੋ ਜਾਂਦੀਆਂ। ਅਤੇ ਮੈਨੂੰ ਲੋੜ ਹੀ ਨਹੀਂ ਹੈ, ਕਿਉਂਕਿ ਮੈਂ ਕਹਾਣੀਆਂ ਨਾ ਪੜ੍ਹਾਂ ਤਾਂ ਵੀ ਮੈਂ TV ਦੇਖਦਾ ਹੋਇਆ ਰੋ ਪੈਂਦਾ। ਪਤਾ ਨਹੀਂ ਕਿੱਥੋਂ ਗੱਲ ਆ ਜਾਂਦੀ ਹੈ, ਕੋਈ ਮੈਨੂੰ ਰੋਣ ਵਾਲੀ ਆਪਣੇ ਆਪ ਆ ਜਾਂਦੀ ਹੈ, ਅਤੇ ਮੈਂ ਰੋ ਜਾਂਦਾ, ਕਿਸੇ ਨੂੰ ਪਤਾ ਹੀ ਲੱਗਦਾ। ਮੈਂ ਉਹ ਕਮਰੇ 'ਚ ਬੈਠਾ ਹੁੰਦਾ। ਇੱਕ ਨਾ ਭਾਸ਼ਾ ਦਾ ਜਿਹੜਾ ਮਸਲਾ, ਜਾਂ ਪੰਜਾਬੀ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਵੀ ਕਹਾਣੀਆਂ, ਲੰਬੇ ਬਾਕ, ਬੋਝਲ ਬਾਕ, ਤੇ ਕਹਾਣੀ ਸ਼ੁਰੂ 'ਚ ਹੀ ਨਾ, ਸ਼ੁਰੂ ਦੇ ਬਾਕ ਹੀ ਤੁਹਾਨੂੰ ਪਾਠਕ ਨੂੰ ਤੋੜ ਦਿੰਦੇ ਆ। ਤੁਹਾਡੀ ਕਹਾਣੀ ਨਿੱਕੇ ਬਾਕ, ਚੁਸਤ ਤੇ ਪਹਿਲੇ ਫਿਕਰੇ ਤੋਂ ਜੋੜਦੀ ਆ। ਕਹਾਣੀ 'ਚ ਨਾ ਇੱਕ ਜਿਹੜੀ ਮੈਂ ਉਰਦੂ 'ਚ ਪੜ੍ਹੀ ਸੀ ਨਾ ਪਹਿਲਾਂ, ਸ਼ਾਰਟ ਸਟੋਰੀ, ਉਹ 'ਚ ਮੈਂ ਕ੍ਰਿਟਿਸਿਜ਼ਮ ਵੀ ਬੜਾ ਪੜ੍ਹਿਆ, ਉਰਦੂ 'ਚ ਪੜ੍ਹਿਆ। ਉੱਥੇ ਸੀਗਾ, ਉੱਥੇ ਮੈਂ ਬੇਦੀ ਪੜ੍ਹਿਆ, ਮੰਟੋ ਪੜ੍ਹਿਆ, ਬਹੁਤ ਹੋਰ ਪੜ੍ਹੇ, ਸਾਰੇ ਪੜ੍ਹੇ, ਉਰਦੂ ਵਾਲੇ ਤਾਂ ਬਹੁਤ ਪੜ੍ਹੇ ਹੋਏ ਨੇ, ਮੈਂ ਤਰਜਮਾ ਵੀ ਕੀਤੇ ਸਾਰੇ। ਅਤੇ ਉਹ ਕਹਿੰਦੇ ਨੇ ਵੀ ਗ੍ਰਿਫਤ, ਪਕੜ, ਪਹਿਲੇ ਸੈਂਟੈਂਸ ਨਾ ਹੋਣੀ ਚਾਹੀਦੀ ਹੈ, ਤਾਂ ਰੀਡਰ ਲੱਗਦਾ ਗਾਹਾਂ ਤੁਰਦਾ, ਨਹੀਂ ਰੀਡਰ ਛੱਡ ਜਾਂਦਾ ਤੁਹਾਨੂੰ। ਜੇ ਤੁਸੀਂ ਪਹਿਲਾ ਪੈਰਾਗ੍ਰਾਫ ਤੁਹਾਡਾ ਇਹੋ ਜਿਹਾ ਢਿੱਲਾ ਹੋਊਗਾ ਨਾ, ਤਾਂ ਰੀਡਰ ਛੱਡ ਦੂਗਾ। ਅਸੀਂ ਤਾਂ ਰੀਡਰ ਨੂੰ ਫੜਨਾ ਇਹੋ ਜਿਹਾ, ਬੰਨ੍ਹਣਾ ਹੈ ਵੀ ਉਹ ਫੜ ਕੇ ਬਹਿ ਜਾ, ਵੀ ਹੁਣ ਨਹੀਂ ਜਾਣਾ ਤੈਂ ਪੁੱਤ, ਹੁਣ ਇੱਥੇ ਬੈਠ ਕੇ ਪੜ੍ਹ ਕੇ ਦੇਖ, ਐਂਡ ਤੱਕ ਚੱਲ। ਫਿਰ ਤੁਸੀਂ ਹੌਲੀ ਹੌਲੀ, ਪਹਿਲਾਂ ਤਾਂ ਆਦਮੀ ਇਹੋ ਜਿਹਾ ਗੱਲ ਸੋਚਦਾ, ਬਾਅਦ ਦੇ ਵਿੱਚ ਨਾ ਫਿਰ ਸੋਚਣ ਦੀ ਲੋੜ ਹੀ ਨਹੀਂ ਰਹਿੰਦੀ ਹੈ।
ਫਿਰ ਤੁਹਾਡੇ ਅੰਦਰ ਇੱਕ ਪੈਟਰਨ ਬਣ ਜਾਂਦਾ, ਉਹ ਪੈਟਰਨ ਲਿਖਾਈ ਜਾਂਦਾ। ਉਹ ਜੀ ਇਕੱਲੀ ਕਰੇ ਆਦਮੀ ਕਹਿੰਦਾ ਹੋ ਆਹ ਕੀ ਹੋ ਗਿਆ। ਆਦਮੀ ਨੂੰ ਆਪ ਨਹੀਂ ਪਤਾ ਲੱਗਦਾ ਮੈਂ ਕੀ ਲਿਖੀ ਜਾਂਦਾ ਮੇਰੇ ਕੋਲ ਕਿਵੇਂ, ਯਾਨੀ ਇਹ ਚਮਤਕਾਰ ਵਾਲੀ ਗੱਲ ਹੈ, ਚਮਤਕਾਰ ਹੋ ਹੀ ਜਾਂਦੇ ਨੇ। ਮੈਂ ਦੱਸਿਆ ਨਾ ਵੀ ਹੁਣ ਮੈਂ ਪੁਰਾਣੀਆਂ ਕਹਾਣੀਆਂ ਪੜ੍ਹ ਕੇ ਹੈਰਾਨ ਹੁੰਦਾ ਵੀ ਇਹ ਕਿਵੇਂ ਲਿਖੀਆਂ, ਕਿਸੇ ਹੋਰ ਨੇ ਲਿਖੀਆਂ ਹੋਣਗੀਆਂ। ਪੰਜਾਬੀ 'ਚ ਜਿਵੇਂ ਤੁਸੀਂ ਉਰਦੂ 'ਚ ਗੱਲ ਕਰਦੇ ਆ ਮੰਟੋ ਜਾਂ ਬੇਦੀ ਹੋਣੀ, ਤੇ ਪੰਜਾਬੀ 'ਚ ਕੋਈ ਨਾਂ ਲੈਣੇ ਹੁਣ ਤਾਂ ਲੱਗਦਾ ਵੀ ਪੰਜਾਬੀ ਦੇ ਵਿੱਚ ਮੈਨੂੰ ਪੰਜਾਬੀ ਦੀ ਕਹਾਣੀ ਅੱਛੀ ਨਹੀਂ ਸੀ ਲੱਗਦੀ। ਮੈਂ ਕਹਾਣੀ ਲਿਖਣ ਤੋਂ ਪਹਿਲਾਂ ਮੈਂ ਪੰਜਾਬੀ ਦੀ ਕਹਾਣੀ ਕੋਈ ਨਹੀਂ ਸੀ ਪੜ੍ਹੀ। ਜਦ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ ਹੈ ਮੈਂ ਪੰਜਾਬੀ ਦੀ ਕਹਾਣੀ ਕੋਈ ਨਹੀਂ ਸੀ ਪੜ੍ਹੀ। ਫਿਰ ਮੇਰੀ ਅੰਦਰ ਵੜ ਗਿਆ ਜਿਸ ਵੇਲੇ ਮੈਂ ਫਿਰ ਥੋੜ੍ਹਾ ਬਹੁਤਾ ਹੋ ਗਿਆ, ਫਿਰ ਮੇਰੇ ਨਾਲ ਵਿਰਕ ਦੀ ਦੋਸਤੀ ਹੋ ਗਈ, ਕੁਲਵੰਤ ਸਿੰਘ ਵਿਰਕ ਨਾਲ। ਉਹ ਬੜਾ ਚੰਗਾ ਆਦਮੀ ਸੀ। ਸਾਡੇ 'ਚ ਕੁਝ ਸਾਂਝਾਂ ਸੀਗੀਆਂ ਇਕੱਠੀਆਂ। ਇੱਕ ਤਾਂ ਮੈਂ ਖੇਤੀ ਕਰਕੇ ਆਇਆ ਸੀਗਾ, ਖੇਤੀ ਕਰਦਾ ਆਇਆ, ਛੱਡ ਕੇ ਆਇਆ ਸੀ। ਅਤੇ ਵਿਰਕ ਨੇ ਖੇਤੀ ਜੱਟ ਦਾ ਸੀ ਉਹ, ਪਰ ਉਹਨੇ ਖੇਤੀ ਨਹੀਂ ਸੀ ਕੀਤੀ, ਉਹਨੇ ਡੰਗਰ ਚਾਰੇ ਸੀ। ਉਹਨੇ ਨਾ ਕੋਈ ਗੱਲ ਹੋਣੀ ਅਤੇ ਉਹਨੂੰ ਨਹੀਂ ਸੀ ਪਤਾ ਲੱਗਦਾ ਵੀ ਇਹ ਕੰਮ ਕਿਵੇਂ ਕਰੀਦਾ, ਧਾੜ ਕਿਵੇਂ ਚੱਕੀ ਦੀ ਹੈ ਕਣਕ ਦੀ, ਜਾਂ ਹੋਰ ਕਿਵੇਂ। ਉਹਨਾਂ ਨੂੰ ਨਹੀਂ ਨਿੱਕੀਆਂ ਗੱਲਾਂ ਦਾ ਪਤਾ। ਕਹਿੰਦਾ ਮੈਂ ਕੰਮ ਹੀ ਨਹੀਂ ਕੀਤਾ ਸਾਰੀ। ਉਹ ਮੈਨੂੰ ਪੁੱਛਦਾ ਹੁੰਦਾ ਸੀ ਪਹਿਲਾਂ, ਅਤੇ ਮੈਂ ਉਹਨੂੰ ਦੱਸਦਾ ਸੀ ਵੀ ਆਹ ਕੰਮ ਮੈਂ ਕਰੀਦਾ, ਆਹ ਕੰਮ ਮੈਂ ਕਰੀ, ਕਿਉਂਕਿ ਮੇਰੇ ਸਾਰੇ ਕੰਮ ਕੀਤੇ ਹੋਏ ਸੀ ਆਪਣੇ ਹੱਥੀਂ। ਵੇਲਣੇ ਦੇ ਵੇਲੇ ਵੀ ਸਾਰਾ ਕੰਮ, ਜੋ ਕੁਝ ਗੁੜ ਬਣਾਉਣ ਤੱਕ ਸਾਰੇ ਕੰਮ ਮੈਂ ਜਾਣਦਾ ਸੀਗਾ। ਇੱਕ ਤਾਂ ਇਹ ਸੀ। ਫਿਰ ਇੱਕ ਹੋਰ ਸਾਡੇ ਸਾਂਝ ਸੀ ਨਾ, ਉਹ ਸੀ ਅਸੀਂ ਸਾਫ਼ ਗੱਲ ਲਫ਼ਜ਼ ਮੈਂ ਦਾ ਇਸਤੇਮਾਲ ਕਰਦਾ, ਲੁੱਚੀਆਂ ਗੱਲਾਂ ਦੀ ਬਹੁਤ ਸਾਂਝ ਸੀ ਸਾਡੀ। ਅਸੀਂ ਬਸ ਉਹਨੇ ਮੈਨੂੰ, ਉਹਦਾ ਇੰਨਾ ਜੀਅ ਕਰਦਾ ਸੀਗਾ ਮੈਨੂੰ, ਮੈਂ ਮਿਲਾਪ 'ਚ ਕੰਮ ਕਰਦਾ ਸੀ ਉਦੋਂ, ਉਹਨੇ ਮਿਲਾਪ 'ਚ ਨਾ ਫੋਨ ਕਰਨਾ, ਅਤੇ ਮੇਰੇ ਜਿਹੜੇ ਇੰਚਾਰਜ ਸੀਗੇ ਐਸ ਸਾਹਿਬ, ਅਤੇ ਉਹਨਾਂ ਨੇ ਕਹਿਣਾ ਖਨਵੀ ਫੋਨ ਹੈ। ਮੈਂ ਕਿਹਦਾ? ਵਿਰਕ ਬੁਲਾਉਂਦਾ। ਮੈਂ ਕਿਹਾ ਅੱਛਾ। ਫਿਰ ਮੈਂ ਠਹਿਰ ਜਾ, ਨਹੀਂ ਚਲੇ ਜਾ। ਉਹ ਮੈਨੂੰ ਪੌਣਾ ਘੰਟਾ ਪਹਿਲਾਂ ਹੀ ਛੁੱਟੀ ਦੇ ਦਿੰਦੇ ਸੀ। ਅਤੇ ਵਿਰਕ ਇੱਥੇ ਜਾਂ ਇੱਕ ਰੈਸਟੋਰੈਂਟ ਸੀਗਾ ਗ੍ਰੀਨ, ਉੱਥੇ ਬਹਿੰਦਾ ਸੀਗਾ। ਕਾਫੀ ਹਾਊਸ ਨਹੀਂ ਸੀ ਬੈਠਦਾ ਉਹ, ਮੈਂ ਕਾਫੀ ਹਾਊਸ ਬੈਠਦਾ ਹੁੰਦਾ ਸੀ, ਕਿਉਂਕਿ ਸਸਤਾ ਸੀਗਾ। ਉਹ ਕਾਫੀ ਹਾਊਸ ਨਹੀਂ ਸੀ ਬੈਠਦਾ, ਉਹਨੇ ਇੱਥੇ ਗ੍ਰੀਨ 'ਚ ਜਾਂ ਹੋਰ ਕਿਸੇ ਜਗ੍ਹਾ 'ਚ ਬੈਠਣਾ, ਅਤੇ ਬੁਲਾ ਕੇ ਜਾਂ ਫਿਰ ਆਪਣੇ ਦਫ਼ਤਰ 'ਚ ਬੁਲਾਉਣਾ। ਦਫ਼ਤਰ 'ਚ ਫਿਰ ਗੱਲਾਂ ਕਰਨੀਆਂ। ਫਿਰ ਅਸੀਂ 2, 2.5, 3 ਘੰਟੇ ਬੈਠੇ ਗੱਲਾਂ ਮਾਰੀ ਜਾਂਦੇ ਸੀ, ਕਾਫੀ ਚਾਹ ਪੀਂਦੇ। ਉਹਦੀਆਂ ਕਹਾਣੀਆਂ ਦਾ ਆਪਣਾ ਹੁਨਰ ਹੈ, ਜਿੰਨੀ ਬਰੀਕ ਬੀਨੀ ਵਿਰਕ ਕੋਲ ਹੈ ਨਾ, ਹੋਰ ਨਹੀਂ ਕਿਸੇ ਕੋਲ ਹੈਗੀ। ਬਾਕੀ ਸਾਰੀਆਂ ਮੈਂ ਪੜ੍ਹ ਕੇ ਛੱਡ ਦਿੰਦਾ ਸੀਗਾ। ਮੈਨੂੰ ਕੋਈ ਵੀ ਆਦਮੀ ਪਸੰਦ ਨਹੀਂ ਸੀ ਲੱਗਦਾ। ਇੱਕ ਅਮਰ ਸਿੰਘ ਹੁੰਦਾ ਸੀ ਕਿ ਇਸ ਜ਼ਮਾਨੇ ਦੇ ਵਿੱਚ, ਉਹ ਥੋੜ੍ਹਾ ਬਹੁਤਾ ਅੱਛਾ ਲੱਗਦਾ ਸੀ, ਵਗਰਨਾ ਹੋਰ ਨਹੀਂ ਮੈਨੂੰ ਅੱਛੇ ਲੱਗਦੇ ਸੀਗੇ। ਪੰਜਾਬੀ 'ਚ ਮੋਟੀ ਠੁੱਲੀ ਕਹਾਣੀ ਲਿਖੀ ਗਈ ਹੈ, ਬਰੀਕ ਕਹਾਣੀ ਘੱਟ ਲਿਖੀ ਗਈ ਹੈ। ਵਿਰਕ ਦੀਆਂ ਕਹਾਣੀਆਂ ਬਹੁਤ ਕਮਾਲ ਦੀਆਂ, 2-3 ਕਹਾਣੀਆਂ ਬਹੁਤ ਸ਼ਾਨਦਾਰ। ਵਿਰਕ ਕਹਿੰਦਾ ਸੀ, ਕਹਿੰਦਾ 3 ਕਹਾਣੀਆਂ ਕਿਸੇ ਦੀਆਂ ਜਿਉਂਦੀਆਂ ਰਹਿ ਜਾਣ, ਇਹੀ ਬੜੀ ਗੱਲ ਹੈ। ਅਤੇ ਮੈਂ ਫਿਰ ਕਿਹਾ ਸੀ, ਮੈਂ ਕਿਹਾ ਤੇਰੀ ਕਹਾਣੀ ਤਾਂ ਰਹਿ ਜਾਣੀ ਹੈ। 3 ਕਹਾਣੀ ਦੇ ਮੈਂ ਉਹਦੇ ਨਾਮ ਲੈਂਦਾ ਹੁੰਦਾ ਸੀਗਾ, ਮੈਨੂੰ ਹੁਣ ਯਾਦ ਨਹੀਂ। ਅਤੇ ਅਸੀਂ ਵੀ ਐਂ ਸਮਝਦੇ ਹਾਂ ਵੀ ਇੱਕ ਦੋ ਸਾਡੀਆਂ ਵੀ ਰਹਿ ਜਾਣਗੀਆਂ। ਉਹ ਮੈਨੂੰ ਕਹਿੰਦਾ ਸੀ, ਮੈਂ ਉਹਨੂੰ ਕਹਿੰਦਾ ਸੀ, ਚਲੋ ਖੁਸ਼ ਹੋ ਜਾਂਦੇ ਸੀ। ਤੇ ਦੇਖੋ ਕਹਾਣੀਆਂ 'ਚ ਇੰਨੇ ਪਾਤਰ ਜਿਹੜੇ ਆ, ਚਾਹੇ ਉਹ ਸ਼ੋਲਡਰ ਬੈਗ ਵਾਲੇ, ਚਾਹੇ ਮੁੱਕੀ ਆ, ਚਾਹੇ ਟੈਂਸ਼ਨ, ਇੰਨੇ ਵੈਰਾਈਟੀ ਆ ਪਾਤਰਾਂ ਦੀ, ਇੰਨੇ ਔਰਤ ਪਾਤਰ। ਇਹ ਤੁਹਾਡੇ ਹਿੱਸੇ ਕਿਵੇਂ ਆਇਆ? ਇਹ ਵੀ ਇੱਕ ਮਿਸਟਰੀ ਹੈ। ਮੈਂ ਪਰਚਾ ਕੱਢਦਾ ਸੀ ਲਕੀਰ, ਉਹਨਾਂ ਦਿਨਾਂ 'ਚ ਨਾ ਮੇਰੀ ਦੋਸਤੀ ਤਾਂ ਸੀ। ਫਿਰ ਕਈ ਗੱਲਾਂ ਦੀ ਇੱਕ ਗੱਲ ਥੋੜ੍ਹੀ ਜਿਹੀ ਨਾ ਸਮਝਣੀ ਸ਼ਾਇਦ ਥੋੜ੍ਹਾ ਜਿਹਾ ਔਖਾ ਹੈ। ਜਦ ਇੱਕ ਪਾਤਰ ਹੁੰਦਾ ਨਾ, ਅਸੀਂ ਹੋਰ ਔਰਤਾਂ ਵੀ ਮੇਰੇ ਕੋਲ ਆਉਂਦੀ ਸੀ, ਮੇਰੇ ਦੋਸਤੀਆਂ ਸੀ ਮੇਰੀਆਂ ਹੋਰਾਂ ਨਾਲ ਵੀ ਆਉਂਦੀਆਂ ਸੀ, ਲੇਕਿਨ ਮੈਂ ਯਾਨੀ ਜਦ ਕਰੈਕਟਰ ਬਣਦਾ ਨਾ, ਉਹਦੇ 'ਚ ਰੂਪ ਕਿਸੇ ਦਾ, ਕੱਪੜੇ ਲਿਬਾਸ ਕਿਸੇ ਦਾ, ਸੋਚ ਕਿਸੇ ਦੀ ਹੈ। ਯਾਨੀ ਉਹਦੀ ਜਿਹੜੀ ਸਭ ਕੁਛ ਹੈ, ਸਾਰੀ ਜਿਓਮੈਟਰੀ ਹੈ ਨਾ, ਉਹ ਸਾਰਾ ਕੁਛ ਬਦਲੀ ਜਾਣਾ ਜਦ ਮੈਂ ਲਿਖਣਾ ਸ਼ੁਰੂ ਕਰਦਾ। ਮਤਲਬ ਆਪਣੇ ਆਪ ਹੀ ਬਦਲ ਜਾਂਦਾ ਹੈ।
ਉਹ ਇੱਕ ਨਹੀਂ ਰਹਿੰਦਾ। ਅੱਛਾ, ਫਿਰ ਅਸੀਂ ਜਿਸ ਤਰ੍ਹਾਂ ਇੱਕ ਔਰਤ ਦੀ ਜ਼ਿਆਦਾ ਮੇਰੇ 'ਤੇ ਰਹੀ, ਉਹ ਮੇਰੀ ਗਲਤੀ ਵੀ ਸੀ ਸ਼ਾਇਦ। ਮੈਨੂੰ ਲੋਕਾਂ ਨੇ ਅਹਿਸਾਸ ਵੀ ਕਰਾਇਆ ਵੀ ਇੱਕ ਔਰਤ ਬਾਰ-ਬਾਰ ਆਉਂਦੀ ਹੈ, ਕਿਤੇ ਭੈਣ ਦੇ ਰੂਪ 'ਚ ਆਈਏ ਤਾਂ ਵੀ ਉਹੀ ਹੈ। ਮੈਂ ਕਿਹਾ ਹੁਣ ਮੈਂ ਕੀ ਕਰਾਂ, ਕਈ ਵਾਰ ਬੇਵੱਸੀ ਹੁੰਦੀ ਹੈ। ਮੈਂ ਮੰਨਦਾ ਇਸ ਗੱਲ ਨੂੰ ਵੀ ਇੱਕ ਔਰਤ ਦਾ ਜਿਹੜੀ ਸ਼ਕਲ ਹੈ ਉਹ ਬਹੁਤ ਜ਼ਿਆਦਾ ਕਹਾਣੀਆਂ 'ਚ ਆ ਗਈ ਹੈ। ਮੈਂ ਬਦਲ ਨਹੀਂ ਸਕਿਆ, ਮੇਰੀ ਕਮੀ ਹੈ। ਲੇਕਿਨ ਕਰੈਕਟਰ ਬਹੁਤ ਨਵੇਂ ਮੇਰੇ ਕੋਲ ਆਉਂਦੇ ਰਹੇ। ਯਾਨੀ ਕੰਮ ਕਿਸੇ ਹੋਰ ਦਾ ਹੈ, ਕਹਾਣੀ ਕਿਸੇ ਟੁਕੜਾ ਹੋਰ ਦਾ ਕਿਸੇ ਦਾ ਹੈ, ਲੇਕਿਨ ਮੈਂ ਸ਼ਕਲ ਕਿਸੇ ਹੋਰ ਥਾਂ ਤੋਂ ਲੈ ਕੇ ਜੋੜ ਲਈ। ਇਸੇ ਤਰ੍ਹਾਂ ਹੀ ਹੈ, ਧੋਖਾ ਹੀ ਦੇਣਾ ਪਾਠਕ ਨੂੰ। ਫਸਾਉਣਾ ਹੈ ਬਸ। ਤੇ ਅੱਜ ਕੱਲ ਕੀ ਕੁਝ ਨਵਾਂ ਕਰ ਰਹੇ ਹੋ ਜੋ? ਅੱਜ ਕੱਲ ਮੈਂ ਨਾ, ਮੇਰੇ ਤੇ ਇੱਕ ਸੰਕਟ ਹੈ। ਉਹ ਮੈਨੂੰ ਕਹਿੰਦੇ ਸੀ, ਦੋਸਤ ਕਹਿੰਦਾ ਸੀਗਾ, ਕਹਿੰਦਾ ਇਹ ਆਪਣਾ ਸਹੇੜਿਆ ਹੋਇਆ ਸੰਕਟ ਹੈ। ਇੱਕ ਤਾਂ ਮੈਂ ਆਈਸੋਲੇਸ਼ਨ ਦਾ ਬਿਮਾਰ ਹੋ ਗਿਆ, ਮਰੀਜ਼ ਹੈ ਇੱਕ ਤਰ੍ਹਾਂ ਹੁਣ। ਮੈਨੂੰ ਕੋਈ ਮਿਲਦਾ ਨਹੀਂ ਹੈ। ਫਿਰ ਮੇਰੇ 'ਚ ਮੈਂ ਕਿਸੇ ਨੂੰ ਮਿਲਦਾ ਨਹੀਂ ਹੈ, ਕਿਉਂਕਿ ਮੇਰੇ ਸਟੈਂਡਰਡ ਦਾ ਕੋਈ ਨਹੀਂ ਹੈ। ਮੈਂ ਜਿਸ ਬੰਦੇ ਦੀ ਭਾਲ 'ਚ ਹਾਂ ਉਹ ਹੈ ਹੀ ਨਹੀਂ ਬੰਦਾ। ਇਹ ਸਾਡੇ ਅੰਦਰ ਨਾ, ਅਸੀਂ ਆਪਣੇ ਆਪ ਵਾਸਤੇ ਸੰਕਟ ਆਪ ਪੈਦਾ ਕੀਤਾ ਹੋਇਆ। ਇੰਨਾ ਕੁਝ ਪੜ੍ਹ ਕੇ ਅਗਲਾ ਕਹਿੰਦਾ, ਹੁਣ ਜੇ ਕੋਈ ਗੱਲ ਕਰਦਾ, ਬਿਲਕੁਲ ਬਾਹਰ ਗੱਲ ਕਰਦਾ, ਮੈਂ ਗ੍ਰੰਥ ਸਾਹਿਬ ਦੀ ਗੱਲ ਕਰਦਾ, ਗੁਰੂ ਗ੍ਰੰਥ ਸਾਹਿਬ ਦੀ, ਅਤੇ ਮੈਂ ਦਸਮ ਗ੍ਰੰਥ ਦੀ ਗੱਲ ਕਰਦਾ, ਕਿਉਂਕਿ ਮੈਂ 2 ਪੜ੍ਹੇ ਹੋਏ ਨੇ, ਅਤੇ ਬਾਈਬਲ ਦੀ ਮੈਂ ਗੱਲ ਕਰਦਾ ਜਾਂ। ਅਤੇ ਕਈ ਆਦਮੀ ਨਾ ਗੱਲਾਂ ਹੋਰ ਤਰ੍ਹਾਂ ਦੀ ਕਰਦੇ, ਉਹਨਾਂ ਨੇ ਸੁਣੀਆਂ ਸੁਣਾਈਆਂ ਗੱਲਾਂ ਹੁੰਦੀਆਂ ਨੇ, ਅਤੇ ਫਿਰ ਮੈਨੂੰ ਖਿਝ ਆ ਜਾਂਦੀ ਹੈ ਵੀ ਦੱਸ ਮੈਂ ਇਹਦੇ ਨਾਲ ਕੀ ਗੱਲ ਕਰ, ਕਾਹਨੂੰ ਦੁਖੀ ਹੋਵਾਂ ਮੈਂ। ਫਿਰ ਦੁਖੀ ਹੁੰਦਾ ਵੀ ਜਦ ਨਹੀਂ ਉਹਨੇ, ਅਸੀਂ ਕਈਆਂ ਲੋਕਾਂ ਨੂੰ ਦਸਮ ਗ੍ਰੰਥ ਨਹੀਂ ਪੜ੍ਹਿਆ, ਉਹਨੇ ਪਤਾ ਹੀ ਨਹੀਂ ਹੈ ਦਸਮ ਗ੍ਰੰਥ 'ਚ ਕੀ ਲਿਖਿਆ ਕੀ ਨਹੀਂ ਲਿਖਿਆ, ਉਹ ਗੱਲਾਂ ਕਰਕੇ ਚਲੇ ਜਾਂਦੇ ਨੇ। ਇਸੇ ਤਰ੍ਹਾਂ ਹੀ ਹੈ, ਇਸੇ ਤਰ੍ਹਾਂ ਹੀ ਜੇ ਅਸੀਂ ਜਿਹੜੇ ਇਤਿਹਾਸ ਵੀ ਨਹੀਂ ਲੋਕ ਪੜ੍ਹਦੇ ਹਾਂ। ਮੈਂ ਮਹਾਭਾਰਤ ਦਾ ਅਕਸਰ ਹਵਾਲਾ ਆਉਂਦਾ, ਮੈਨੂੰ ਮਹਾਭਾਰਤ ਬਹੁਤ ਚੰਗੀ ਲੱਗਦੀ ਹੈ, ਅਤੇ ਭਗਵਾਨ ਕ੍ਰਿਸ਼ਨ ਦਾ ਕਰੈਕਟਰ ਦਾ ਕਮਾਲ ਹੈ। ਇੱਕ ਥਾਂ ਮੈਨੂੰ ਉੱਥੇ ਮੈਂ ਕਹਿੰਦਾ ਸੀਗਾ, ਮੈਂ ਕਿਹਾ ਸਾਰਾ ਕੁਛ ਇਹ ਮਹਾਭਾਰਤ ਕੀ ਹੈ, ਮੈਂ ਕਿਹਾ ਮੇਰੇ ਵਰਗੇ ਆਦਮੀ ਦੀ ਲਿਖੀ ਹੋਈ ਹੈ ਰਚਨਾ। ਇੱਕ ਥਾਂ ਮੈਨੂੰ ਬਹੁਤ ਅੱਛਾ ਲੱਗਦਾ, ਗੀਤਾ ਦਾ ਜਦੋਂ ਉਪਦੇਸ਼ ਦਿੰਦੇ ਨੇ ਭਗਵਾਨ ਕ੍ਰਿਸ਼ਨ, ਉਹ ਮੈਨੂੰ ਬਹੁਤ ਚੰਗਾ ਲੱਗਦਾ ਹੈ, ਕਿਉਂਕਿ ਉਹ ਗੀਤਾ ਦਾ ਉਪਦੇਸ਼ ਦਿੱਤਾ, ਅਰਜਨ ਲੜਨ ਵਾਸਤੇ ਤਿਆਰ ਹੋ ਗਿਆ। ਲੇਕਿਨ ਜਦੋਂ ਮਹਾਭਾਰਤ ਜੰਗ ਖਤਮ ਹੋ ਜਾਂਦੀ ਹੈ, ਅਤੇ ਉਸ ਵੇਲੇ 41 ਲੱਖ ਸੈਨਿਕ ਮਰ ਚੁੱਕਿਆ ਹੁੰਦਾ। ਜਦ ਦੁਨੀਆ ਨਹੀਂ ਮਰ ਚੁੱਕੀ, ਫਿਰ ਤੁਸੀਂ ਰਾਜ ਕਾਹਦੇ 'ਤੇ ਕਰਨਾ? ਧਰਤੀ ਥੋੜ੍ਹੀ ਕਰੀਦੇ ਆ, ਮਰਗਟਾਂ 'ਤੇ ਥੋੜ੍ਹੀ ਰਾਜ ਹੁੰਦਾ। ਫਿਰ ਉਹ ਦੋਵੇਂ ਇੱਕ ਥਾਂ ਬੈਠੇ ਨੇ, ਇੱਕ ਕਾਂਡ ਆਉਂਦਾ, ਸ਼ਾਂਤੀ ਪਰਵ ਦੇ ਨਾਲ ਕਾਂਡ ਆਉਂਦਾ ਵੀ ਉਹ ਜੋ ਬੈਠੇ ਕ੍ਰਿਸ਼ਨ ਅਤੇ ਅਰਜਨ ਬੈਠੇ ਨੇ, ਅਤੇ ਉਹਦੀਆਂ ਕ੍ਰਿਸ਼ਨ ਦੀਆਂ ਜਿਹੜੀਆਂ ਰਾਣੀਆਂ ਸੀਗੀਆਂ ਨਾ, ਉਹਨੂੰ ਭੀਲ ਚੱਕ ਕੇ ਲੈ ਗਈ ਸੀ। ਫਿਰ ਉਹਨੇ ਫਿਰ ਦੇਖਿਆ, ਦੇਖ ਕੇ ਕਿਹਾ ਵੀ ਹੁਣ ਕਿਵੇਂ ਕਰੀਏ? ਉਹ ਕਹਿੰਦਾ ਚੱਕ ਆਪਣਾ ਧਨੁਸ਼, ਉਡਾ ਦੇ ਫੱਕੀਆਂ। ਉਹ ਕਹਿੰਦਾ ਉਹੀ ਬਾਣ ਹੈ, ਉਹੀ ਕਮਾਨ ਹੈ, ਉਹੀ ਅਰਜਨ ਹੈ, ਅਰਜਨ ਦੀ ਬਾਂਹ ਉਹੀ ਹੈ, ਪਰ ਹੁਣ ਚੱਲਦੀ ਨਹੀਂ ਹੈ। ਫਿਰ ਉਹਨੇ ਕਿਹਾ ਵੀ ਮੈਨੂੰ ਜਿਹੜਾ ਉਪਦੇਸ਼ ਦਿੱਤਾ ਸੀ ਨਾ ਪਹਿਲਾਂ ਗੀਤਾ ਦਾ, ਉਹ ਜੇ ਮਿਲੇ ਮੁੜ ਕੇ, ਅਤੇ ਹੁਣ ਤੂੰ ਉਪਦੇਸ਼ ਦੇ ਦਿਓ ਅਤੇ ਮੈਂ ਫਿਰ ਲੜਨ ਜੋਗਾ ਹੋ ਜਾਵਾਂ। ਉਹਨੇ ਵੀ ਫਿਰ ਕਿਹਾ, ਕਹਿੰਦਾ ਉਹ ਕੋਈ ਮਹਾਯੋਗ ਸੀ ਜਿਹੜਾ ਬਣ ਗਿਆ, ਜਿਹੜਾ ਮੈਂ ਤੈਨੂੰ ਉਪਦੇਸ਼ ਦੇ ਦਿੱਤਾ ਗੀਤਾ ਦਾ, ਉਹ ਮੇਰੇ ਕੋਲ ਵੀ ਹੁਣ ਨਹੀਂ ਹੁੰਦਾ। ਉਹ ਮਹਾਯੋਗ ਨਹੀਂ ਬਣਦਾ ਹੈ, ਇਹ ਮਹਾਯੋਗ ਸੀ ਜਿਹੜਾ ਬਣ ਗਿਆ। ਇਸੇ ਤਰ੍ਹਾਂ ਹੀ ਸਾਹਿਤ ਬਣਦਾ ਹੈ, ਬਿਲਕੁਲ ਇਸੇ ਤਰ੍ਹਾਂ। ਉਹ ਮਹਾਯੋਗ ਹੈ ਜਿਹੜਾ ਯੋਗ ਬਣ ਗਿਆ, ਉਹ ਅਮਰ ਕਥਾ ਬਣ ਜਾਂਦੀ ਹੈ ਵੀ ਆਹ ਬਣ ਗਿਆ। ਹੁਣ ਉਹ ਕਹਿੰਦਾ ਨਹੀਂ, ਮੈਂ ਹੁਣ ਮੇਰੇ ਕੋਲ ਨਹੀਂ ਦੇ ਆਉਂਦਾ। ਇਸ ਤਰ੍ਹਾਂ ਗੱਲ ਮੁੱਕ ਜਾਂਦੀ ਹੈ ਸਾਡੀ। ਲਿਟਰੇਚਰ ਨੂੰ ਨਾ ਸ਼ੁਰੂ ਤੋਂ ਸਾਡੇ ਸਾਹਿਤ ਦੇ ਇਤਿਹਾਸਕਾਰ ਕੋਟੀਆਂ 'ਚ ਬਣਦੇ ਹੋਏ ਹੁਣ ਨਵੇਂ ਦੌਰ 'ਚ ਆਇਆ, ਇਹ ਦਲਿਤ ਚੇਤਨਾ ਵਾਲਾ ਹੋ ਗਿਆ ਤੇ ਨਾਰੀਵਾਦੀ ਸਾਹਿਤ। ਤੁਸੀਂ ਬੇਸ਼ੱਕ ਬਹੁਤ ਘੱਟ ਲਿਖਿਆ, ਜਿਵੇਂ ਪੰਜਾਬ ਸੰਕਟ ਬਾਰੇ ਜਾਂ ਇਹ ਉਹ ਜਸਵੀਰ ਆ, ਮੈਨੂੰ ਲੱਗਦਾ ਉਹਦੇ ਵਰਗੀ ਕਹਾਣੀ ਹੈ ਨਹੀਂ ਬੰਦੇ ਦੀ। ਇੱਦਾਂ ਹੀ ਤੁਸੀਂ ਦਲਿਤ ਮਨੁੱਖ ਦੀਆਂ ਅੰਦਰਲੀਆਂ ਪਰਤਾਂ, ਉਹਦੇ ਬਾਰੇ ਥੋੜ੍ਹੀ ਗੱਲ ਕਰੋ। ਉਹ ਮੈਂ ਕਿਤੇ ਬਹੁਤ ਪਹਿਲਾਂ ਕਿਸੇ ਜ਼ਮਾਨੇ ਦੇ ਵਿੱਚ ਨਾ ਇੱਕ ਲੱਛਮੀ ਕਹਾਣੀ ਲਿਖੀ ਸੀ, ਉਹ ਫਿਰ ਕੋਰਸ 'ਚ ਲੱਗ ਗਈ।
ਅੱਛਾ, ਮੈਨੂੰ ਤਾਂ ਭੁੱਲ ਗਈ ਸੀ, ਕਿਉਂਕਿ ਮੇਰੇ ਪਹਿਲੇ ਦੌਰ ਦੀ ਆ ਉਹ। ਮੈਂ ਜਦ ਖੇਤੀ ਕਰਦਾ ਸੀ ਨਾ, ਉਸ ਵੇਲੇ ਵੀ ਇਹ ਇੱਕ ਹੋਇਆ ਸੀ। ਅਤੇ ਹੁਣ ਵੀ ਅਸੀਂ ਖੇਤੀ ਨਵੀਂ ਸ਼ੁਰੂ ਕੀਤੀ ਸੀ, ਕਿਉਂਕਿ ਸਾਡੀ ਜ਼ਮੀਨਾਂ ਵਿਹਲੀਆਂ ਹੋ ਗਈਆਂ ਸੀ। ਫਿਰ ਮੈਂ ਉੱਥੇ ਉਹਨੂੰ ਖੇਤੀ ਕਰਦੇ, ਤਾਂ ਸਾਡੇ ਪਿੰਡ ਵਾਲੇ ਨਾ, ਪਿੰਡ 'ਚ ਵੀ ਘਰ ਸੀ ਸਾਡਾ, ਉੱਥੇ ਅੱਧਾ ਟੱਬਰ ਉੱਥੇ ਰਹਿੰਦਾ ਸੀ, ਅੱਧਾ ਖੰਨੇ ਰਹਿੰਦਾ ਸੀਗਾ। ਅਤੇ ਮੈਂ ਫਿਰ ਉਹਨੂੰ ਉਹ ਸਾਨੂੰ ਜਿਹੜਾ ਖੂਹ ਸੀ ਨਾ, ਉੱਥੋਂ ਪਾਣੀ ਭਰਦੇ ਸੀ ਨਾ ਡੋਰ ਨਾਲ, ਜਾਂ ਪੀਣ ਵਾਸਤੇ, ਜਾਂ ਟਿਊਬ ਬੰਦ ਹੁੰਦਾ ਸੀ ਉਹ। ਅਤੇ ਉਹ ਸਾਡੇ ਜਿਹੜੇ ਕੰਮ ਕਰਨ ਵਾਲੇ ਹੁੰਦੇ ਸੀ, ਉਹ ਤਾਂ ਦੋ ਹੀ ਸੀਗੇ ਨਾ, ਉਹ ਸਾਂਝੀ ਜਿਹੜੇ ਅਸੀਂ ਕਹਿੰਦੇ ਹਾਂ, ਉਹਨੇ ਵੀ ਸਾਡੀ ਡੋਰੀ ਨਾਲੇ ਪਾਣੀ ਕੱਢ ਲੈਂਦਾ ਸੀ, ਅਤੇ ਉਹ ਅਸੀਂ ਪਾਣੀ ਪੀ ਲੈਂਦੇ ਸੀ। ਇਸੇ ਤਰ੍ਹਾਂ ਮੇਰੀ ਰੋਟੀ ਸੀ, ਮੈਂ ਰਾਤ ਨੂੰ ਸੌਂਦਾ ਸੀ ਅਤੇ ਖੂਹ 'ਤੇ, ਅਤੇ ਮੇਰੀ ਰੋਟੀ ਲੈ ਕੇ ਆਉਂਦਾ ਸੀ। ਅਤੇ ਉਹ ਕੀ ਕਰਦੇ ਸੀ, ਉਹ ਮੇਰੇ ਘਰ ਦੇ ਨਾ, ਅਤੇ ਰੋਟੀ ਉਹਦੀ ਡਾਂਗ ਦੇ ਨਾਲ ਨਾ ਬੰਨ੍ਹ ਦਿੰਦੇ ਸੀ, ਵੀ ਪਿੰਡ ਵਿੱਚ ਹੀ ਲੰਘੇਗਾ ਨਾ ਅਤੇ ਪਤਾ ਲੱਗੂ ਵੀ ਕਿਹਦੀ ਮਾਸਟਰ ਦੀ ਰੋਟੀ ਹੈ। ਮੈਂ ਮਾਸਟਰ ਨਹੀਂ ਸੀ ਕਦੇ, ਲੇਕਿਨ ਉਹਨੂੰ ਮਾਸਟਰ ਕਹਿੰਦੇ ਸੀ ਉਦੋਂ ਵੀ। ਅਤੇ ਉਹ ਉੱਥੇ ਰੋਟੀ ਲੈ ਆਉਂਦਾ। ਯਾਨੀ ਪਿੰਡ ਵਾਲੇ ਸੈਂਸ ਸੀ, ਇਹਨਾਂ ਨੇ ਲਾਲਿਆਂ ਨੇ ਆ ਕੇ ਸਾਡਾ ਨਾ ਧਰਮ ਭ੍ਰਿਸ਼ਟ ਕਰਤਾ, ਵੀ ਇਹ ਚਮਾਰ ਦੇ ਹੱਥ ਦੀ ਰੋਟੀ ਖਾਈ ਜਾਂਦੇ ਨੇ, ਇਹ ਪਰਹੇਜ਼ ਹੀ ਨਹੀਂ ਕਰਦੇ। ਮੇਰਾ ਬਾਪ ਆਰੀਆ ਸਮਾਜੀ ਸੀ, ਉਹ ਮੰਨਦੇ ਨਹੀਂ ਸੀ ਵਰਨਾਂ ਨੂੰ, ਅਸੀਂ ਨਹੀਂ ਸੀ ਮੰਨਦੇ। ਅਸੀਂ ਬੈਠ ਕੇ ਰੋਟੀ ਖਾ ਲੈਂਦੇ ਸੀ ਉਹਦੇ ਕੋਲ, ਇਕੱਠੀ ਰੋਟੀ ਖਾਣ, ਕਿਸੇ ਕੋਈ ਜ਼ਿਆਦਾ। ਅਸੀਂ ਮੁਸਲਮਾਨਾਂ ਦੇ ਘਰਾਂ 'ਚ ਖਾ ਲੈਂਦੇ ਸੀ, ਮੇਰੇ ਪਿਤਾ ਜੀ ਉਹ ਮੁਸਲਮਾਨਾਂ ਦੇ ਘਰਾਂ 'ਚ ਰੋਟੀ ਖਾ ਲੈਂਦੇ, ਸਾਨੂੰ ਕੋਈ ਫਰਕ ਨਹੀਂ ਸੀ ਲੱਗਦਾ। ਮਤਲਬ ਇਹ ਸੋਚ ਸੀ। ਅਤੇ ਉਹ ਕਿਉਂਕਿ ਮੈਜੋਰਿਟੀ ਸੀ, ਉਹ ਪਿੰਡ ਵਾਲੇ ਨੇ ਫਿਰ ਕਹਿਣਾ ਸਾਡਾ ਧਰਮ ਭ੍ਰਿਸ਼ਟ ਕਰਤਾ ਇਹਨਾਂ ਨੇ ਆ ਕੇ। ਮੈਂ ਉਹਨਾਂ ਦੇ ਉੱਤੇ ਵੀ ਇੰਪਰੈਸ ਮੇਰੇ 'ਤੇ ਰਹਿੰਦਾ ਸੀਗਾ ਇਸ ਗੱਲ ਦਾ। ਮੈਂ ਕਿਹਾ ਵੀ ਇਹ ਬਹੁਤ ਬੜੀ ਸਮੱਸਿਆ ਹੈ। ਅੱਛਾ, ਇਹ ਦੇਖੋ, ਇਹ ਜਿਹੜੀ ਵਰਣਨ ਨਾ ਵਿਵਸਥਾ ਪਤਾ ਨਹੀਂ ਕਿੰਨੀਆਂ ਸਦੀਆਂ ਤੋਂ ਚਲੀ ਆ ਰਹੀ, ਔਰ ਇਹਨੇ ਮੁੱਕਣਾ ਨਹੀਂ ਹੈ। ਇਹ ਲੋਕ ਕਹਿੰਦੇ ਨੇ ਵੀ ਜੇ ਇਹਦੇ ਨਾਲ ਤੁਸੀਂ ਅੰਤਰਜਾਤੀ ਵਿਆਹ ਕਰਨ ਲੱਗ ਜਾਓ ਫਿਰ ਹਟ ਜਾਓ, ਨਹੀਂ ਹਟਣਾ ਹੈ। ਕਿਉਂਕਿ ਅੱਗੇ ਵੀ ਮਹਾਭਾਰਤ ਦੇ ਵੇਲੇ ਵੀ ਅੰਤਰਜਾਤੀ ਵਿਆਹ ਹੋਏ ਸੀਗੇ। ਜਿਹੜੇ ਸੀਗੇ ਨਾ ਪਾਂਡਵ ਸੀ, ਇਹਨਾਂ ਨੇ ਵੀ ਤੀਵੀਆਂ ਲਿਆਂਦੀਆਂ ਸੀ ਛੋਟੀ ਜਾਤ ਦੀਆਂ, ਲੇਕਿਨ ਉਹ ਮੁੜ ਕੇ ਆਪਣੇ ਆਪ ਨੂੰ ਖੱਤਰੀ ਕਹਿਣ ਲੱਗ ਗਏ ਸੀ। ਇਹਨਾਂ 'ਚ ਇੱਕ ਵਰਨ ਸੰਕਰ ਹੁੰਦਾ ਹੈ, ਵੀ ਜੇ ਤੁਸੀਂ ਦੋ ਜਾਤੀਆਂ ਮਿਲਦੀਆਂ ਫਿਰ ਇੱਕ ਨਵੀਂ ਜਾਤ ਪੈਦਾ ਹੋ ਜਾਂਦੀ ਹੈ, ਉਹਨੂੰ ਵਰਨ ਸੰਕਰ ਕਹਿੰਦੇ ਨੇ। ਅਤੇ ਉਹ ਨਵੀਂ ਜਾਤ ਪੈਦਾ ਹੋ ਜੂਗੀ। ਕਰਕੇ ਦੇਖ ਲਓ ਤੁਸੀਂ, ਜਿੰਨੀਆਂ ਜਾਤ ਨਹੀਂ ਜਾਣੀ ਹੈ, ਕੋਈ ਨਾ ਕੋਈ ਤੁਹਾਨੂੰ ਬਣਾਉਣੀ ਪੈਣੀ ਹੈ। ਕਈ ਵਾਰੀ ਉਹ ਵਿਆਹ ਕਰਾ ਕੇ ਬਿਲਫਰਜ਼ ਕੋਈ ਖੱਤਰੀਆਂ ਦੀ ਕੁੜੀ ਹੈ ਅਤੇ ਮੁੰਡਾ ਹੈਗਾ ਦਰਜੀ, ਅਤੇ ਉਹਨਾਂ ਨੇ ਵਿਆਹ ਕਰਾ ਲਿਆ। ਵਿਆਹ ਕਰਾ ਕੇ ਅਤੇ ਉਹਨਾਂ ਦੇ ਬੱਚਿਆਂ ਨੂੰ ਸੰਕਟ ਖੜਾ ਹੋ ਜਾਣਾ ਮਾਨਸਿਕ ਤੌਰ 'ਤੇ, ਵੀ ਅਸੀਂ ਆਪਣਾ ਗੋਤ ਕੀ ਲਿਖੀਏ। ਗੋਤ ਤਾਂ ਬਾਪ ਨਾਲ ਚੱਲਣਾ, ਜਾਤ ਵੀ ਤੁਹਾਡੀ ਬਾਪ ਨਾਲ ਚੱਲਣੀ ਹੈ, ਤੀਵੀਂ ਚਾਹੇ ਕੋਈ ਹੋਵੇ। ਨਵੇਂ ਲਿਖਣ ਵਾਲੇ ਆ, ਖਾਸ ਤੌਰ 'ਤੇ ਕਹਾਣੀ ਜਾਂ ਨਾਵਲ, ਉਹਨਾਂ ਨੂੰ ਕੋਈ ਤੁਸੀਂ ਸਲਾਹ ਜਾਂ ਕੁਛ ਕਹਿਣਾ ਚਾਹੋਗੇ? ਕਿ ਕੋਈ ਨਸੀਬ ਨਹੀਂ ਕਰਨੀ। ਮੈਂ ਕਹਿਣਾ ਹੁੰਦਾ, ਮੈਂ ਜੋ ਕੁਛ ਕਹਿਣਾ ਤੁਹਾਨੂੰ ਨਸੀਬ ਕਰਦਾ, ਉਹ ਮੇਰੀ ਗੱਲ ਮੰਨਿਆ ਹੋਣਾ, ਲੋੜ ਨਹੀਂ। ਕਿਉਂਕਿ ਮੈਂ ਕਿਸੇ ਦੀ ਮੰਨੀ ਨਹੀਂ ਹੈ, ਮੈਂ ਆਪਣੇ ਬਾਪ ਦੀ ਨਹੀਂ ਮੰਨੀ। ਪੰਜਾਬੀ ਜਿਹੜੀ ਬਰਤਾਨਕੀ ਆ, ਜਿਵੇਂ ਤੁਸੀਂ ਆਪ ਹੀ ਗੱਲ ਕੀਤੀ ਕਿ ਮੋਟੀ ਠੁੱਲੀ ਕਹਾਣੀ ਬਹੁਤ ਲਿਖੀ, ਤੇ ਇਹਦੇ 'ਚ ਜਿਹੜੀ ਤੁਹਾਡੀ ਗੱਲਬਾਤ ਤੋਂ ਸਾਰੀ ਨਿਕਲਦਾ ਵੀ ਕਿਤੇ ਜਿਹੜਾ ਸਾਡਾ ਲੇਖਕ ਆ, ਉਹਦੇ ਕੋਲ ਦੂਸਰੇ ਸਾਹਿਤ ਦੀ ਜਾਂ ਇਤਿਹਾਸ ਦੀ ਜਾਂ ਹੋਰ ਚੀਜ਼ਾਂ ਦੀ ਡੂੰਘੀ ਸਮਝ ਤੇ ਪੜ੍ਹਤ ਹੈ। ਹਾਂ, ਉਹ ਆਪੇ ਨਹੀਂ, ਜੇ ਕੋਈ ਪੜ੍ਹ ਵੀ ਗਿਆ ਤਾਂ ਜ਼ਰੂਰੀ ਨਹੀਂ ਵੀ ਉਹ ਲਿਖ ਲਊਗਾ, ਕ੍ਰੀਏਟ ਕਰ ਲਊਗਾ। ਕ੍ਰੀਏਸ਼ਨ ਜਿਹੜੀ ਰਚਨਾ ਹੈ ਨਾ, ਇਹ ਕੁਦਰਤ ਦੇ ਹੱਥ ਵਿੱਚ ਹੈ। ਤੇ ਹੁਣ ਤੁਹਾਡੀ ਦਿਨਚਰਿਆ ਕੀ ਚੱਲਦੀ ਹੈ, ਕਿਵੇਂ ਦਿਨ ਬੀਤਦਾ? ਬਸ ਮੈਂ ਦੱਸਿਆ ਨਾ ਵੀ ਆਈਸੋਲੇਸ਼ਨ 'ਚ ਬੈਠਾ ਰਹਿੰਦਾ ਅਤੇ ਉਡੀਕਦਾ, ਫਿਰ ਮੈਂ ਫੋਨ ਕਰਦਾ, ਇੱਕ ਦੋ ਫੋਨ। ਇੱਕ ਮੇਰੇ ਹਾਣ ਦਾ ਬੰਦਾ ਹੈ, ਇੱਥੋਂ ਗਿਆ ਹੋਇਆ, ਉਹਦਾ ਮੁੰਡਾ ਲੈ ਗਿਆ ਉਹਨੂੰ ਆਪਣੇ ਨਾਲ ਨੌਕਰੀ 'ਤੇ, ਅਤੇ ਉੱਥੇ ਇਕੱਲਾ ਹੁੰਦਾ, ਅਤੇ ਉਹ ਅਖਬਾਰ ਨਹੀਂ ਪੜ੍ਹ ਸਕਦਾ, ਹੋਰ ਨਹੀਂ ਕਰ ਸਕਦਾ, ਉਹ TV ਨਹੀਂ, ਫੇਸਬੁੱਕ ਨਹੀਂ ਕਰ ਸਕਦਾ, ਕੁਛ ਨਹੀਂ ਕਰ ਸਕਦਾ। ਬਸ ਫਿਰ ਮੈਂ ਉਹਦੇ ਨਾਲ ਗੱਲਾਂ ਕਰਦਾ, ਉਹ ਵੀ ਖੁਸ਼ ਹੋ ਜਾਣਾ ਅਤੇ ਮੈਂ ਵੀ ਖੁਸ਼ ਹੋ ਜਾਣਾ। ਜਾਂ ਫਿਰ ਉਹ ਹਾਂ ਸੁਣਦਾ ਨਹੀਂ ਹੁਣ। ਉਹ ਮੈਂ ਸਵੇਰੇ ਜਦ ਗੱਲ ਕਰਦਾ ਨਾ, ਅਤੇ ਉਹ
ਮੈਨੂੰ ਫੋਨ ਕਰਦਾ 9:30 ਵਜੇ ਤੇ ਉਹਦਾ ਮਤਲਬ ਮੈਂ ਠੀਕ ਹੈ। ਉਹ ਪਤਾ ਨਹੀਂ ਕੁਛ ਬੋਲੇ ਨਾ ਬੋਲੇ, ਤੇ ਫਿਰ ਜੇ ਨਾ ਆਵੇ ਤਾਂ ਮੈਂ 10 ਵਜੇ ਕਰਦਾ, ਤੇ ਉਹਨੇ ਫਿਰ ਕੁਛ ਨਾ ਕੋਈ ਬੋਲਣਾ। ਤੇ ਯਾਰ ਜਿਵੇਂ ਮੈਂ ਕਿਹਾ ਵੀ ਅੱਜ ਤਾਂ ਬੱਦਲ ਜੇ ਨੇ ਇੱਥੇ, ਚੱਲ ਚੰਗਾ ਹੈ, ਧੁੱਪ ਚੰਗੀ ਹੈ, ਉਹ ਐਂ ਕਹਿੰਦਾ। ਮੈਂ ਕਿਹਾ ਠੀਕ, ਇਹ ਵੀ ਠੀਕ ਹੈ, ਇਹਦਾ ਮਤਲਬ ਸਾਡਾ ਅਸੀਂ ਜਿਉਂਦੇ ਹਾਂ, ਠੀਕ ਹੈ, ਇੰਨੀ ਬੜਾ। ਬਾਕੀ ਦੋਸਤ ਮਿੱਤਰ ਹੁੰਦੇ ਆ, ਇੱਕ ਤੇ ਫੇਸਬੁੱਕ ਵਗੈਰਾ ਕਰ ਲਿਆ, ਹੋਰ ਕਰ ਲਿਆ, ਕੁਛ ਹੋਰ ਦੇਖਿਆ, ਕੁਛ ਕਈ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਬਹੁਤ। ਇੱਕ ਚੈਨਲ ਨੇ, ਮੈਂ ਸਾਰੇ ਪਾਕਿਸਤਾਨ ਦੇ ਸਾਰੇ ਚੈਨਲ ਸੁਣਦਾ, ਸਾਰੇ ਜਿੰਨੇ ਚੈਨਲ ਨੇ ਉਹਨਾਂ ਦੇ ਡਿਸਕਸ਼ਨ ਜਿੰਨੀਆਂ ਹੁੰਦੀਆਂ ਉਹ ਮੈਂ ਸੁਣਦਾ ਰਹਿੰਦਾ। ਜਾਂ ਹੋਰ ਕਰ ਲਿਆ, ਮਤਲਬ ਮੇਰੇ ਕੋਲ ਲੈਪਟਾਪ ਵੀ ਹੈਗਾ, ਮੇਰੇ ਕੋਲ ਆਹ ਵੀ ਹੈਗਾ, ਸਭ ਕੁਝ ਹੈ, ਕੱਲੀ ਸਭ ਚੀਜ਼ਾਂ ਨੇ ਮੇਰੇ ਕੋਲ, ਇਸ ਲਈ ਮੇਰਾ ਜੀਅ ਲੱਗਿਆ ਰਹਿੰਦਾ। ਮੈਨੂੰ ਲੱਗਦਾ ਵੀ ਜੇ ਪਾਰਟੀਸ਼ਨ ਨਾ ਹੁੰਦੀ ਤੁਸੀਂ ਉਰਦੂ ਦੇ ਵੱਡੇ ਕਹਾਣੀਕਾਰ। ਮੈਂ ਉਰਦੂ 'ਚ ਲਿਖਣਾ ਸੀ ਨਾ, ਮੇਰਾ ਤਾਂ ਜੀਅ ਕਰਦਾ ਸੀਗਾ। ਮੈਨੂੰ ਲੱਗਦਾ ਕਿ ਵੰਡ ਨੇ ਸਾਨੂੰ ਸੰਤਾਪ ਤਾਂ ਬਹੁਤ ਦਿੱਤਾ, ਪਰ ਵੰਡ ਨੇ ਸਾਨੂੰ ਇੱਕ ਪੰਜਾਬੀ ਦਾ ਵੱਡਾ ਕਹਾਣੀਕਾਰ ਦਿੱਤਾ, ਕਹਿ ਸਕਦੇ ਆਪਾਂ। ਇਹ ਵੰਡ ਨੇ ਮੈਨੂੰ ਲੱਗਦਾ ਵੀ ਤੁਹਾਨੂੰ ਪੰਜਾਬੀ, ਮੈਨੂੰ ਪੰਜਾਬੀ ਪਲ ਪਾਤਾ। ਹਾਂ, ਨਹੀਂ ਤਾਂ ਤੁਸੀਂ ਮੈਨੂੰ ਲੱਗਦਾ ਨਾ ਮੈਂ ਨਹੀਂ ਸੀ ਹੁੰਦੇ ਨੇ ਤਾਂ ਇਹ ਵੰਡ ਦੇ ਬਹੁਤ ਸਾਰੇ। ਚਲੋ ਚੰਗਾ ਹੀ ਹੈ, ਜੋ ਕੁ ਹੋ ਗਿਆ ਚੰਗਾ ਹੋ ਗਿਆ। ਸ਼ੁਕਰੀਆ ਜੀ, ਸ਼ੁਕਰ, ਮਿਹਰਬਾਨੀ ਤੁਹਾਡਾ।